ਭਰਗਾ ਨੰਦ ਦਾ ਨਾਵਲ ਹੈ ਨਦੀ ਵਰਗੀ ਕੁੜੀ। ਪਾਠ 24ਵਾਂ। ਜਗਨਦਾਸ ਦਾ ਪਿੰਡ 'ਚ ਜਾਣਾ ਆਉਣਾ ਬਹੁਤ ਘੱਟ ਸੀ। ਕੁਟੀਆ ਤੱਕ ਨਾ ਆ ਸਕਣ ਵਾਲੇ ਅਸਮਰਥ ਮਰੀਜ਼ਾਂ ਨੂੰ ਦੇਖਣ ਜਾਂਦਾ। ਉਂਝ ਬੱਚੇ ਤੋਂ ਸਿਆਣੂ ਹੋ ਗਿਆ ਸੀ। ਪਿੰਡ ਦੇ ਸਾਂਝੇ ਕੰਮਾਂ 'ਚ ਮੋਹਰੀ ਰੋਲ ਅਦਾ ਕਰਨ ਕਾਰਨ ਲੋਕ ਵੱਧ ਸਤਿਕਾਰ ਕਰਨ ਲੱਗ ਪਏ। ਸਭ ਤੋਂ ਵੱਧ ਨੇਕਨਾਮੀ ਵਾਲੀ ਗੱਲ ਸੀ ਕਿ ਬਾਬੇ ਨੇ ਭਰ ਜਵਾਨ ਹੋਣ ਦੇ ਬਾਵਜੂਦ ਪਿੰਡ ਦੀ ਕਿਸੇ ਧੀ ਭੈਣ ਨੂੰ ਮੈਲੀ ਅੱਖ ਨਾਲ ਨਹੀਂ ਦੇਖਿਆ ਸੀ। ਕੁੱਲ ਮਿਲਾ ਕੇ ਲੋਕਾਂ ਦੀਆਂ ਨਿਗਾਹਾਂ ਵਿੱਚ ਬਾਬਾ ਚੰਗੇ ਆਚਰਨ ਵਾਲਾ ਭਲਾ ਪੁਰਸ਼ ਸੀ। ਕਾਠਗੜ੍ਹ ਬਹੁਤ ਘੱਟ ਜਾ ਪਾਉਂਦਾ। ਅੱਡਾ ਸੁੰਨਾ ਕਿਵੇਂ ਛੱਡਦਾ। ਕਦੇ ਕਦੇ ਦਇਆਰਾਮ ਜਾਂ ਪ੍ਰਤਾਪੀ ਆ ਜਾਂਦੇ। ਬੱਚੇ ਦੀ ਸ਼ੋਭਾ ਦੇਖ ਕੇ ਖੁਸ਼ ਹੁੰਦੇ। ਪ੍ਰਤਾਪੀ ਨੂੰ ਫਖਰ ਸੀ ਕਿ ਉਹ ਜਗਨੀ ਦੀ ਮਾਂ ਹੈ। ਪੁੱਤਰ ਨੇ ਜਸ ਖੱਟ ਕੇ ਦਿੱਤਾ ਹੈ। ਅੱਜ ਉਹ ਕੁਝ ਮਿੱਥ ਕੇ ਆਈ ਸੀ। ਜਗਨੀ, ਤੇਰੇ ਲਈ ਕੁੜੀ ਮਹੰਤਾਂ ਦੀ ਦੇਖੀਏ ਜਾਂ ਪੰਡਤਾਂ ਦੀ? ਜਗਨੀ ਟਾਲਾ ਵੱਟ ਗਿਆ। ਪ੍ਰਤਾਪੀ ਟਲਣ ਵਾਲੀ ਨਹੀਂ ਸੀ। ਸੁੱਖ ਨਾਲ ਗੱਭਰੂ ਹੋ ਗਿਆ। ਨਾ ਭਾਈ, ਸਾਰੇ ਕੰਮ ਵੇਲੇ ਹੀ ਚੰਗੇ ਲੱਗਦੇ ਆ, ਕੁਵੇਲੇ ਦੀਆਂ ਤਾਂ ਟੱਕਰਾਂ ਹੁੰਦੀਆਂ। ਚੰਗਾ ਮਾਂ, ਸੋਚਾਂਗੇ, ਆਖ ਕੇ ਜਗਨੀ ਨੇ ਆਪਣੀ ਮਾਂ ਨੂੰ ਅਣਮਿੱਥੇ ਸਮੇਂ ਲਈ ਟਾਲ ਦਿੱਤਾ। ਪ੍ਰਤਾਪੀ ਉਹਦੀ ਇਸ ਘੇਸਲ ਤੋਂ ਖੁਸ਼ ਨਹੀਂ ਸੀ। ਉਹਨੂੰ ਡਰ ਸੀ ਕਿਤੇ ਜਗਨੀ ਪਿਛਲੇ ਘਰ ਦੀਆਂ ਕੌੜੀਆਂ ਯਾਦਾਂ ਨਾਲ ਚੰਬੜਿਆ ਰਹੇ ਤੇ ਨਵਾਂ ਘਰ ਵਸਾਉਣਾ ਹੀ ਨਾ ਚਾਹੁੰਦਾ ਹੋਵੇ। ਇਹ ਸੋਚ ਕੇ ਉਹਦਾ ਜੀਅ ਘਬਰਾਉਣ ਲੱਗਦਾ। ਸੱਚੀ ਗੱਲ ਇਹੋ ਸੀ, ਜਗਨਦਾਸ ਲਈ ਆਪਣੇ ਬਚਪਨ ਦੀਆਂ ਮਨਹੂਸ ਕੁਸੈਲੀਆਂ ਯਾਦਾਂ ਤੋਂ ਪਿੱਛਾ ਛੁਡਾਉਣਾ ਔਖਾ ਸੀ। ਇਹੋ ਸੋਚ ਉਹਦੇ ਸਮਾਜ 'ਚ ਪੱਕੇ ਤੌਰ ਤੇ ਰਚ ਮਿਚ ਜਾਣ ਦੇ ਰਾਹ 'ਚ ਵੱਡਾ ਡਿੱਕਾ ਸੀ। ਨਹੀਂ ਤਾਂ ਕੁਆਰੇ ਚਾਅ ਸਨ, ਭੈਣ ਭਰਾ ਤੇ ਮਾਂ ਬਾਪ ਸਨ, ਹੁਨਰ ਦਾ ਮਾਲਕ ਸੀ, ਕਮਾ ਕੇ ਖਾ ਸਕਦਾ ਸੀ। ਸਭ ਤੋਂ ਉੱਪਰ ਲੋਕਾਂ ਵੱਲੋਂ ਦਿੱਤੇ ਗਏ ਸਤਿਕਾਰ ਵਡਿਆਈ ਦੇ ਢੇਰ ਲੱਗ ਪਏ ਸਨ। ਮੱਤਾਂ ਦੇਣ ਦੇ ਬਹਾਨੇ ਨੰਬਰਦਾਰਾਂ ਦੀ ਆਦਮੀ ਵਰਗੀਆਂ ਮਾਈਆਂ ਮਿਹਣਾ ਮਾਰਦੀਆਂ, ਦੇਖੀ ਬਾਬਾ, ਤੇਰੇ ਅਰਗਾ ਚੁੱਪ ਕੀਤਾ ਜਿਹਾ ਬੰਦਾ ਖੈਰ ਹੱਥਾ ਨਹੀਂ ਹੁੰਦਾ। ਉਦੋਂ ਹੀ ਪਤਾ ਲੱਗਦਾ ਜਦੋਂ ਕਿਸੇ ਦੀ ਕੁੜੀ ਕੱਢ ਕੇ ਤਿੱਤਰ ਹੋ ਜਾਂਦਾ। ਐਦੋਂ ਤਾਂ ਚੰਗਾ ਪਹਿਲਾਂ ਹੀ ਕੁਛ ਚੰਗਾ ਸੋਚ ਲਿਆ ਕੋਈ ਚੱਜ ਦੀ ਮਹੰਤਣੀ ਤੇ ਬਣਾ ਦੇ ਸਾਨੂੰ ਨੂੰਹਾਂ ਵਾਲੇ। ਗਾਹਾਂ ਕੋਈ ਡੇਰਾ ਸਾਂਭਣ ਵਾਲਾ ਵੀ ਆਵੇ ਤੇਰੇ ਮਗਰ। ਐਵੇਂ ਇਕੱਲਾ ਚੁੱਲ੍ਹੇ 'ਚ ਫੂਕਾ ਮਾਰਦਾ ਰਹਿਣਾ, ਕਿਧਰੋਂ ਰੋਟੀ ਪੱਕਦੀ ਵੀ ਕਰ ਲੈ। ਗੱਲਾਂ ਤਾਂ ਖਰੀਆਂ ਸਨ, ਪਰ ਬਾਬੇ ਅੰਦਰਲਾ ਭੌਂਦੂ ਹਾਲੇ ਸੁੱਤਾ ਪਿਆ ਸੀ। ਰਾਮ ਪਿਆਰੀ ਦਾ ਸੁਭਾਅ ਆਮਦੀਆਂ ਆਦਮੀਆਂ ਵਰਗਾ ਸੀ। ਕਈ ਵਾਰ ਕੋਰੀ ਗੱਲ ਆਖਣ ਤੋਂ ਵੀ ਝਿਜਕ ਨਾ ਕਰਦੀ। ਬਾਬਾ, ਆਹੀ ਟਾਈਮ ਹੈ, ਬੋਚ ਲੈ ਜੇ ਬੋਚਿਆ ਜਾਂਦਾ, ਨਹੀਂ ਤਾਂ ਦੁਆਬਾ ਦੇਸ਼ ਛੱਡ ਕੇ ਅੰਬੀਆਂ ਨੂੰ ਤਰਸਦਾ ਨਾ ਰਹਿ ਜੀ ਕਿਤੇ। ਐਵੇਂ ਫੋਕੇ ਜਪ ਤਪ ਨਾਲ ਜੱਤ ਸੱਤ ਨੂੰ ਹਮੇਸ਼ਾ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ। ਇਸ ਤੋਂ ਚੰਗਾ ਹੈ ਪਹਿਲਾਂ ਹੀ ਕਿਸੇ ਚੰਗੇ ਥਾਵੇਂ ਡਿੱਗ ਪਏ। ਜਿਹੜਾ ਮਿਲਦਾ ਇਹੋ ਮੱਤਾਂ ਦਿੰਦਾ। ਬਾਬੇ ਨੇ ਇਹਨਾਂ ਸੁਝਾਵਾਂ ਤੇ ਗੌਰ ਕਰਨੀ ਸ਼ੁਰੂ ਕਰਤੀ। ਸੋਚਣ ਲੱਗਾ, ਮੈਂ ਸਿੱਧਰਾਂ ਜਾਂ ਇਹ ਲੋਕ ਅਜੀਬ ਨੇ। ਜੇਕਰ ਮੈਂ ਕਿਸੇ ਨੂੰ ਛੇੜ ਬੈਠਦਾ ਤਾਂ ਵੈਰ ਪੈ ਜਾਂਦਾ ਹੈ, ਜੇ ਨਹੀਂ ਛੇੜ ਰਿਹਾ ਤਾਂ ਕਹਿੰਦੇ ਨੇ ਛੇੜ ਬਾਬਾ ਛੇੜ, ਕਿਸੇ ਨੂੰ ਤਾਂ ਛੇੜ। ਜਗਨਾ ਇਸ ਛੇੜ ਛੜਈਏ ਦੇ ਚੱਕਰਾਂ 'ਚ ਉਲਝ ਗਿਆ। ਚਾਰੇ ਪਾਸੇ ਉੱਠਦੀਆਂ ਚੇਤਾਵਨੀਆਂ, ਅਕਲ ਸ਼ਹੂਰ ਦੀਆਂ ਗੱਲਾਂ ਨੇ ਬਾਬੇ ਅੰਦਰ ਤੀਵੀਂ ਪ੍ਰਤੀ ਲਹਿਰ ਪੈਦਾ ਕਰ ਦਿੱਤੀ। ਘਰ ਦੀ ਤੀਵੀਂ ਦੀ ਘੋਰ ਮਹੱਤਤਾ ਦਾ ਅਹਿਸਾਸ ਜ਼ੋਰ ਫੜਨ ਲੱਗਿਆ। ਉਹਨੇ ਵੀ ਹੁਣ ਤੱਕ ਕੱਲ ਆਪਣੇ ਪਿੰਡੇ ਉੱਪਰ ਹੰਢਾਈ ਸੀ। ਟਿੱਕੀ ਹਨੇਰੀ ਰਾਤ 'ਚ ਛੱਪੜ ਕਿਨਾਰੇ ਬੀਂਡਿਆਂ ਦੇ ਗੀਤਾਂ ਤੋਂ ਡਰ ਅਨੁਭਵ ਕੀਤਾ ਸੀ। ਡੱਡੂਆਂ ਦੀ ਟ੍ਰੈਨ ਤੇ ਦੂਰ ਰੇਰੂ ਦੇ ਦਰਖਤ ਉੱਪਰ ਬੈਠੀ ਉੱਲੂ ਦੀ ਆਵਾਜ਼ ਤੋਂ ਤਰਾਹ ਨਿਕਲ ਜਾਂਦਾ। ਭਿਆਨਕ ਰਾਤ ਸੱਚਮੁੱਚ ਬੜਾ ਤੰਗ ਕਰਦੀ। ਪੋਹ ਮਾਘ ਦੀਆਂ ਰਾਤਾਂ 'ਚ ਰਜਾਈ ਜਿੰਨੀ ਮਰਜ਼ੀ ਦੱਬ ਲੈਂਦਾ, ਠੰਡ ਨਹੀਂ ਉਤਰਦੀ ਸੀ। ਰੋਟੀ ਉੱਕ, ਧੋ ਧੋਈਆ ਤੇ ਸਾਫ਼ ਸਫਾਈਆ ਇਕੱਲੇ ਦੇ ਵੱਸ ਦਾ ਰੋਗ ਨਹੀਂ ਸੀ। ਤੀਵੀਂ ਬਿਨਾਂ ਸਾਰੇ ਕੰਮ ਧੰਦ ਪਿੱਟਣਾ ਲੱਗਦੇ। ਬਾਬਾ ਆਪਣੀ ਨਲਾਇਕੀ ਉੱਪਰ ਵਿਚਾਰ ਕਰਨ ਲੱਗ ਪਿਆ। ਹੁਣ ਤੱਕ ਦਾ ਕਿਸੇ ਗੋਰੀ ਰੰਨ ਬਾਝੋਂ ਕੀਤਾ ਤਪ ਬੇਮਤਲਬਾ ਤੇ ਫਜ਼ੂਲ ਲੱਗਣ ਲੱਗ ਪਿਆ। ਚੰਨ ਗੋਰੀਆਂ ਰੰਨਾਂ ਦੇ ਪੱਟ ਦੇਖੇ ਸੂਰਜ ਤਪ ਕਰਦਾ। ਪਾਠ 25ਵਾਂ। ਪਹਿਲਾਂ ਕਦੀ ਮਲਕਪੁਰੇ ਨਹੀਂ ਗਈ ਸੀ। ਪੁੱਛਦੀ ਜਾ ਵੜੀ। ਦਰਸ਼ਨ ਘਰੇ ਸੀ। ਮਾਹੀ ਨੂੰ ਦੇਖ ਕੇ ਹੈਰਾਨ ਹੋ ਗਿਆ। ਕਿਵੇਂ, ਖੈਰ ਸੁੱਖ ਤਾਂ ਹੈ? ਅਚਾਨਕ ਕੀ ਹੋਇਆ ਕਿ ਮਾਹੀ ਨੂੰ ਤੁਰੰਤ ਉਹਦੇ ਪਿੱਛੇ ਦੌੜਨਾ ਪਿਆ? ਕੋਈ ਖੜਨ ਬੈਠਣ ਨੂੰ ਆਖੇਗਾ ਕਿ ਐਵੇਂ ਬਿਟਰ ਝਾਕਦਾ ਰਹੇਗਾ? ਸਾਰੇ ਖੈਰ ਸੁੱਖ ਹੈ, ਘਬਰਾ ਨਾ। ਬਰਾਮਦੇ 'ਚ ਕੰਧ ਨਾਲ ਖੜੀ ਮੰਜੀ ਮਾਹੀ ਨੇ ਆਪ ਡਾਲੀ। ਬੜੇ ਆਰਾਮ ਨਾਲ ਲੱਤਾਂ ਨਸਾਲ ਕੇ ਬੈਠ ਗਈ, ਜਿਵੇਂ ਇਸ ਘਰ 'ਚ ਪਹਿਲੀ ਵਾਰ ਆਉਣ ਦਾ ਕੋਈ ਸੰਕੋਚ ਨਾ ਹੋਵੇ। ਦਰਸ਼ਨ ਉਵੇਂ ਮਿੱਟੀ ਦਾ ਮਾਧੋ ਬਣਿਆ ਖਲੋਤਾ ਸੀ। ਕੋਈ ਤੀਵੀਂ ਅੰਦਰ ਵੜਦੀ ਸੱਤੀ ਨੇ ਵੇਖ ਲਈ ਸੀ। ਕੋਈ ਕਾਹਲ ਨਾ ਕੀਤੀ। ਬਾਲਣ ਦੀ ਥੱਬੀ ਚੁੱਲ੍ਹੇ ਮੂਹਰੇ ਰੱਖ ਕੇ ਮਾਹੀ ਪਾਸ ਆਈ। ਦੋ ਚੌਧਰਾਣੀਆਂ ਵਾਂਗ ਮੰਜੇ ਉੱਪਰ ਬੈਠੀ ਜੋ
ਚੁਦਰਾਣੀਆਂ ਵਾਂਗ ਮੰਜੇ ਉੱਪਰ ਬੈਠੀ ਅੱਖਾਂ ਮਟਕਾ ਰਹੀ ਸੀ। ਭਾਬੀ ਐ? ਦਰਸ਼ਨ ਨੂੰ ਪੁੱਛਿਆ। ਹਾਂ ਮੇਰੀ ਭਾਬੀ। ਦਰਸ਼ਨ ਦੇ ਮੂੰਹ ਮੱਸਾ ਨਿਕਲਿਆ। ਝੱਟ ਉੱਠ ਕੇ ਖੜੀ ਹੋ ਗਈ। ਮੈਂ ਮਾਹੀ ਹਾਂ। ਦਰਸ਼ਨ ਨੇ ਸ਼ਾਇਦ ਮੇਰੇ ਬਾਰੇ ਦੱਸਿਆ ਹੋਣਾ, ਆਖਦਿਆਂ ਸਤਨਾਮ ਦੇ ਪੈਰੀਂ ਹੱਥ ਲਾਉਣ ਲਈ ਝੁਕੀ। ਸਤੀ ਨੇ ਪਹਿਲਾਂ ਹੀ ਮੋਢਿਆਂ ਤੋਂ ਫੜ ਕੇ ਸਿੱਧੀ ਖੜੀ ਕਰ ਲਿਆ। ਬੜੇ ਪਿਆਰ ਨਾਲ ਮਾਹੀ ਦੇ ਚਿਹਰੇ ਤੇ ਨਿਗਾਹਾਂ ਗੱਡਦੀਆਂ। ਪਿਆਰ ਕੀਤਾ, ਬੁਲਾਈਆਂ ਲਈਆਂ। ਅੰਦਰੋਂ ਪਿਘਲਦਾ ਮੋਹ ਸਾਰੇ ਦਾ ਸਾਰਾ ਢੇਰੀ ਕਰ ਦਿੱਤਾ। ਮਾਹੀ ਦੀ ਸਾਰੀ ਥਕਾਵਟ ਲਹਿ ਗਈ। ਸਤੀ ਦੇ ਰੱਜ ਵਰਸਾਏ ਪਿਆਰ ਉੱਪਰ ਨਵੀਂ ਆਈ ਪ੍ਰਾਹੁਣੀ ਨੂੰ ਮੁੜ ਮੰਜੇ ਤੇ ਬਿਠਾਤਾ ਤੇ ਆਪ ਵੱਡ ਵਡੇਰੀ ਵਾਂਗ ਉਹਦੇ ਸਿਰ, ਮੋਢਿਆਂ ਤੇ ਕੰਡ ਉੱਪਰ ਹੱਥ ਫੇਰਨ ਲੱਗ ਪਈ। ਦਰਸ਼ਨ ਇਸ ਅਮੋਲਕ ਦ੍ਰਿਸ਼ ਨੂੰ ਆਪਣੀਆਂ ਅੱਖਾਂ ਵਿੱਚ ਸਮੇਟਦਾ ਰਿਹਾ। ਸਤੀ ਹਾਰੇ ਵਿੱਚੋਂ ਕਾੜਨੀ ਵਧਾਉਣ ਲੱਗ ਪਈ। ਸਣੇ ਮਲਾਈ, ਕੋਸਾ ਦੁੱਧ ਜੱਗ ਭਰ ਕੇ ਮਾਹੀ ਅੱਗੇ ਲਿਆ ਧਰਿਆ। ਤੇਰੇ ਬਾਰੇ ਦਰਸ਼ਨ ਸਾਨੂੰ ਸਾਰਾ ਕੁਝ ਦੱਸਦਾ ਰਹਿੰਦਾ ਹੈ। ਧੰਨ ਭਾਗ ਨੇ ਸਾਡੇ, ਤੇਰੇ ਪੈਰ ਸਾਡੇ ਘਰੇ ਪਏ। ਦੋਵੇਂ ਭੈਣਾਂ ਕਾਫੀ ਦੇਰ ਨੇੜੇ ਲੱਗ ਕੇ ਗੱਲਾਂ ਕਰਦੀਆਂ ਰਹੀਆਂ। ਦਰਸ਼ਨ ਨੇ ਗੱਲਾਂ ਸੁਣਨ ਦੀਆਂ ਲੂਰੀਆਂ ਉੱਠ ਰਹੀਆਂ ਸਨ। ਨੇੜੇ ਆਉਣ ਦੀ ਕੋਸ਼ਿਸ਼ ਕੀਤੀ। ਸਤੀ ਨੇ ਇੱਕ ਲਾਡ ਭਰੀ ਝਿੜਕੀ ਦਿੱਤੀ। ਪਰਾਂ ਜਾ ਕੇ ਬੈਠ, ਅਸੀਂ ਭੈਣਾਂ ਨੇ 100 ਚੋਰੀ ਚਕਾਰੀ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ, ਤੂੰ ਕਾਹਨੂੰ ਉੱਤੇ ਚੜਿਆ ਹੋਣਾ? ਤੁਸੀਂ ਤੀਵੀਆਂ ਨੇ ਹੋਰ ਕੁਛ ਨਹੀਂ ਕਰਨਾ ਹੁੰਦਾ ਬਿਨਾਂ ਚੁਗਲੀਆਂ ਤੋਂ, ਉਹ ਚਾਹੇ ਚੋਰੀਆਂ ਕਰੋ ਜਾਂ ਸੈਂਦਕ, ਪਤਾ ਤਾਂ ਲੱਗ ਹੀ ਜਾਣਾ। ਆਖੇ ਦਰਸ਼ਨ ਪਰੇ ਜਾ ਕੇ ਡੰਗਰਾਂ ਦੀਆਂ ਖੁਰਲੀਆਂ 'ਚ ਹੱਥ ਮਾਰਨ ਲੱਗ ਪਿਆ। ਸਾਧੂ ਸਿੰਘ ਖੇਤੋਂ ਮੁੜ ਆਇਆ। ਬਲਦਾਂ ਨੂੰ ਖੁਰਲੀ ਤੇ ਬੰਨ੍ਹ ਕੇ ਪਰਨੇ ਨਾਲ ਪੈਰਾਂ ਦੀ ਗਰਦ ਝਾੜਦਾ ਮੁੜ ਆਇਆ। ਮਾਹੀ ਆਈ ਹੈ, ਸਤੀ ਨੇ ਦੱਸਿਆ। ਸਾਧੂ ਮਾਹੀ ਦਾ ਸਿਰ ਪਲੋਸ ਕੇ ਨਹਾਉਣ ਚਲਾ ਗਿਆ। ਰੋਟੀ ਉੱਕ ਨਿਬੜਨ ਤੇ ਚਾਰੇ ਜਣੇ ਨੇੜੇ ਨੇੜੇ ਮੰਜੇ ਡਾਹ ਕੇ ਬੈਠ ਗਏ। ਦੇਰ ਰਾਤ ਤੱਕ ਗੱਲਾਂ ਨਾ ਮੁੱਕੀਆਂ। ਮੈਨੂੰ ਫਿਕਰ ਹੋ ਗਿਆ ਜਦੋਂ ਵੈਦ ਬਾਬੇ ਨੇ ਦੱਸਿਆ ਵੀ ਦਰਸ਼ਨ ਬਿਮਾਰ ਸੀ। ਜੇ ਮੈਨੂੰ ਪਹਿਲਾਂ ਆਪ ਦੱਸ ਆਉਂਦਾ ਤਾਂ ਮੈਂ ਆਉਣ ਹੀ ਨਾ ਦਿੰਦੀ। ਕਿਤੇ ਹੁਣ ਮੈਨੂੰ ਆਪ ਭੱਜਣਾ ਪਿਆ। ਗੱਲਾਂ ਚੱਲਦੀਆਂ 'ਚ ਮਾਹੀ ਨੇ ਆਪਣੇ ਆਉਣ ਦਾ ਅਸਲ ਕਾਰਨ ਵੀ ਬਿਆਨ ਕਰ ਦਿੱਤਾ। ਵਿਹੜੇ 'ਚ ਜਲਦੀ ਲਾਲਟੈਨ ਆਪੇ ਬੁਝ ਗਈ, ਪਰ ਗੱਲਾਂ ਨਾ ਮੁੱਕੀਆਂ। ਸਵੇਰੇ ਨਹਾ ਧੋ ਕੇ ਮਾਹੀ ਜਲਦੀ ਤਿਆਰ ਹੋ ਗਈ। ਸਤਨਾਮ ਨੇ ਹਾਜ਼ਰੀ ਰੋਟੀ ਪਕਾ ਕੇ ਖਵਾਈ ਤੇ ਕੁਝ ਲੜ ਬੰਨ ਲਈ। ਮਾਹੀ ਨੂੰ ਦਰਸ਼ੀ ਦੇ ਭਰਾ ਭਰਜਾਈ ਦੇ ਦਰਸ਼ਨ ਕਰਕੇ ਤੀਰਥ ਵਾਂਗ ਚੰਗਾ ਲੱਗਿਆ। ਸਤਨਾਮ ਨੇ ਗੁੜ ਦੀ ਰੋੜੀ ਨਾਲ ਮੂੰਹ ਜੁਠਾਇਆ। ਖੰਮਣੀ ਵਾਲਾ ਗੁੱਟ ਤੇ 1 ਰੁਪਈਆ ਧਰ ਕੇ ਸ਼ਗਨ ਦਿੱਤਾ। ਸਿਰ ਤੇ ਹੱਥ ਫੇਰਦਿਆਂ ਆਖਿਆ, ਦਰਸ਼ੀ ਦੀ ਦੋਸਤ ਹੋ ਗਈ ਹੈ। ਇਸ ਰਿਸ਼ਤੇ ਮੇਰੀ ਭੈਣ ਹੋ ਗਈ। ਤੇਰਾ ਘਰ ਹੈ, ਆਇਆ ਕਰ। ਦਰਸ਼ਨ ਬਾਹਰ ਤੱਕ ਛੱਡਣ ਗਿਆ। ਜੀਪ 'ਚ ਕੋਈ ਖਰਾਬੀ ਸੀ, ਇਸ ਲਈ ਤੈਨੂੰ ਪੈਦਲ ਜਾਣਾ ਪਊ। ਆ 2 ਕੋਹ ਤੋਂ ਸੈਂਤ ਬੱਸ ਮਿਲ ਜਾਏ, 12-1 ਵਜੇ ਜਾਂਦੀ ਹੈ। ਤੇਰੇ ਬਾਰ ਮੂਹਰੇ ਲਾ ਦੂ। ਦਰਸ਼ਨ ਨਾਲ ਤੁਰਿਆ ਗਿਆ। ਤੁਰ ਕੇ ਜਾਣ ਦਾ ਸੁਭਾਅ ਘਟ ਗਿਆ ਸੀ। ਜੀਪ ਨੇ ਆਦਤ ਵਿਗਾੜਤੀ ਸੀ, ਪਰ ਮਾਹੀ ਦੇ ਸਾਥ ਦੇ ਚਾਅ 'ਚ ਬੱਸ ਚੜਾ ਕੇ ਮੁੜਿਆ। ਭੌਰ ਭੁੱਖੀ ਵਾਸ਼ਨਾ ਦੇ, ਅਸੀਂ ਫੁੱਲ ਨਹੀਂ ਤੋੜਨੇ ਤੇਰੇ। ਪਾਠ 26। ਦਿਨ ਦੀ ਗੱਲ ਹੋਰ ਹੁੰਦੀ ਹੈ। ਮਨੁੱਖ ਉਜਾੜਾਂ 'ਚ ਜੀ ਲਗਾ ਲੈਂਦਾ ਹੈ। ਰਾਤਾਂ ਚੋਰ ਹੁੰਦੀਆਂ, ਇਹ ਵੱਧ ਲੰਬੀਆਂ ਤੇ ਡਰਾਉਣੀਆਂ ਹੋ ਜਾਂਦੀਆਂ ਜੇਕਰ ਘਰ 'ਚ ਕੋਈ ਕੱਲਮ ਕੱਲਾ ਹੋਵੇ, ਉਹ ਵੀ ਔਰਤ ਜ਼ਾਤ। ਮਾਹੀ ਲਈ ਦਿਨ ਵਧੀਆ ਲੰਘ ਰਹੇ ਸਨ। ਖੱਡੀ ਦੇ ਕੰਮ 'ਚ ਰੁੱਝੀ ਰਹਿੰਦੀ। ਕੱਢਣ ਕੱਤਣ ਵਾਲੀਆਂ ਕੁੜੀਆਂ ਦਾ ਝੁਰਮਟ ਘਰ ਦੀ ਰੌਣਕ ਬਣਾਈ ਰੱਖਦਾ। ਸੁੰਨੇ ਘਰ ਨੂੰ ਭਾਗ ਲਾਈ ਰੱਖਦੀਆਂ। ਪਰਛਾਵੇਂ ਢਲਣ ਪਿੱਛੋਂ ਮੁੜ ਖਾਲੀ ਸੁੰਨਾ ਹੋ ਜਾਂਦਾ। ਹਰ ਰਾਤ ਮਾਹੀ ਦੇ ਤਨ ਮਨ ਉੱਪਰ ਭਾਰੂ ਹੁੰਦੀ। ਚਾਨਣ 'ਚ ਡਰ ਲੱਗਦਾ। ਦੀਵਾ ਬੁਝਾ ਕੇ ਸੌਂ ਜਾਂਦੀ। ਸੌਂਦੀ ਸੀ ਜਾਂ ਨਹੀਂ, ਇਹ ਰੱਬ ਜਾਣੇ। ਆਸ਼ਾਵਾਦੀ ਸੁਪਨੇ ਬੁਣਨ ਲੱਗ ਪਈ। ਲੋਕਾਂ ਨਾਲ ਸਹਿਚਾਰ ਜੋ ਬਣ ਗਿਆ, ਉਦਾਸੀ 'ਚੋਂ ਬਾਹਰ ਨਿਕਲਣ ਦਾ ਜ਼ਰੀਆ ਸੀ। ਸਮਾਜਿਕ ਇਕਸੁਰਤਾ, ਸੱਜਣ ਮੀਤ ਦੀ ਚਾਹਤ ਦੇ ਰੰਗੀਨ ਅਹਿਸਾਸ ਅੱਖਾਂ ਦੇ ਝਰੋਖਿਆਂ ਵਿੱਚੋਂ ਦੀ ਆਹਿਸਤਾ ਆਹਿਸਤਾ ਅੰਦਰ ਵੜ ਜਾਂਦੇ। ਰਾਤ ਚੰਗੀ ਲੰਘ ਜਾਂਦੀ। ਅਜਿਹਾ ਵੇਲਾ ਕਦੇ ਕਦਾਈ ਨਸੀਬ ਹੁੰਦਾ। ਜ਼ਿਆਦਾਤਰ ਰਾਤਾਂ ਦੁੱਖਾਂ ਦੀ ਪੈੜ ਨੱਪਦਿਆਂ ਲੰਘਦੀਆਂ। ਉਹਨੂੰ ਲੱਗਦਾ, ਔਰਤ ਜ਼ਾਤ ਆਪਣੇ ਜਿਉਂਦੇ ਜਿਸਮ ਦਾ ਜਨਾਜ਼ਾ ਕਿਉਂ ਢੋਵੇ? ਸਾਰੇ ਕਿਸਮ ਦੇ ਜ਼ੋਰ ਜ਼ਬਰ ਦਾ ਠੇਕਾ ਇਕੱਲੇ ਮਰਦ ਦੇ ਹਿੱਸੇ ਕਿਉਂ ਆਇਆ? ਉਹ ਇਹਨਾਂ ਪ੍ਰਸ਼ਨਾਂ ਦਾ ਉੱਤਰ ਤਲਾਸ਼ਣ ਲੱਗ ਪਈ ਸੀ। ਮਾਹੀ ਦਾ ਘਰ ਬਾਰ-ਬਾਰ ਕੱਸੀ ਦੇ ਪੁਲ ਤੇ ਫਿਰਨੀ ਦੀਆਂ ਐਨ ਜੜ੍ਹਾਂ ਵਿੱਚ ਸੀ। ਪਿੰਡ ਦੀ ਸਾਰੀ ਆਵਾਜਾਈ ਇਸੇ ਘਰ ਦੇ ਅੱਗੋਂ ਹੋ ਕੇ ਲੰਘਦੀ। ਰਾਤ ਵੇਲੇ ਮਾਹੀ ਦੇ ਘਰ ਅੰਦਰ ਜਗਦਾ ਦੀਵਾ ਦੱਸ ਦਿੰਦਾ ਕਿ ਇੱਥੇ ਕੋਈ ਵਸਦਾ ਹੈ। ਮਾਹੀ ਨੇ ਹਾਲੇ ਦੀਵੇ ਨੂੰ ਫੂਕ ਨਹੀਂ ਸੀ ਮਾਰੀ। ਕਿਸੇ ਨੇ ਬਾਹਰਲਾ ਕੁੰਡਾ ਖੜਕਾਇਆ। ਕਿਤੇ ਤਾਰੂ ਨਾ ਹੋਵੇ। ਭੈ ਪੈਦਾ ਹੋਇਆ। ਮੰਜੀ ਦੇ ਸਿਰਹਾਣੇ ਰੱਖਿਆ ਦਾਅ ਚੁੱਕ ਲਿਆ। ਸਾਵਧਾਨੀ ਨਾਲ ਤਖਤਿਆਂ ਦੀਆਂ ਝੀਥਾਂ ਥਾਣੀ ਬਾਹਰ ਖਲੋਤੇ ਬੰਦੇ ਦੀ ਪਛਾਣ ਕੱਢਣ ਲੱਗੀ। ਮੱਧਮ ਚਾਨਣੀ 'ਚੋਂ ਜੋ ਦਿਸਿਆ ਉਹ ਤਾਰੂ ਨਹੀਂ ਸੀ। ਬਾਰ ਖੋਲ੍ਹ ਦਿੱਤਾ। ਮਾਹੀ ਨੇ ਅਣਪਛਾਤੇ ਮਹਿਮਾਨ ਦਾ ਸਿਰ ਤੋਂ ਪੈਰਾਂ ਤੱਕ ਨਿਰੀਖਣ ਕੀਤਾ।
ਸਿਰ ਉੱਪਰਲੇ ਵਾਲਾਂ ਦੇ ਝਾਥਰੇ ਤੇ ਖਿਲਰੀ ਦਾੜੀ ਨੇ ਬੰਦੇ ਦਾ ਚਿਹਰਾ ਲੁਕਾ ਰੱਖਿਆ ਸੀ। ਬਾਬਾ ਕੀ ਚਾਹੀਦਾ? ਬੀਬੀ ਇੱਕ ਰਾਤ ਦਾ ਆਸਰਾ ਚਾਹੀਦਾ, ਨਾਲ 2 ਰੋਟੀਆਂ। ਸਵਾਲੀ ਨੇ ਆਪਣੇ ਕੰਬਦੇ ਹੱਥ ਮੰਗਤਿਆਂ ਵਾਂਗ ਅੱਗੇ ਕਰਤੇ। ਮਾਹੀ ਨਾ ਕਰ ਸਕੀ। ਬਣ ਹੇਠ ਮੰਜੀ ਡਾਹ ਕੇ ਤੇਲ ਦੀ ਕੁੱਪੀ ਬਾਲਤੀ। ਹੋਰ ਕੁਝ ਪੁੱਛਿਆ ਦੱਸਿਆ ਨਹੀਂ, ਚੁੱਪਚਾਪ ਰੋਟੀ ਪਾਣੀ ਦੀ ਸੇਵਾ 'ਚ ਲੱਗ ਗਈ। ਪਾਣੀ ਦੀ ਬਾਲਟੀ ਹੱਥ ਪੈਰ ਧੋਣ ਵਾਸਤੇ ਰੱਖ ਗਈ। ਗਰਮਾ ਗਰਮ ਰੋਟੀ ਚਟਨੀ ਨਾਲ ਰੱਖ ਕੇ ਲਿਆਈ। ਬਾਬਾ ਕੰਬਦੇ ਹੱਥਾਂ ਨਾਲ ਬੁਰਕੀਆਂ ਤੋੜ ਕੇ ਦੁੱਧ ਨਾਲ ਘੁੱਟਾ ਬਾਟੀ ਖਾਂਦਾ ਰਿਹਾ। ਵਿੱਚੇ ਪੁੱਠੇ ਹੱਥਾਂ ਨਾਲ ਅੱਖਾਂ 'ਚੋਂ ਛਲਕਦੇ ਅੱਥਰੂ ਪੂੰਝਦਾ ਰਿਹਾ। ਦ੍ਰਿਸ਼ ਦੇਖ ਕੇ ਮਾਹੀ ਵੀ ਭਾਵੁਕ ਹੋ ਗਈ। ਚੰਗਾ ਬਾਬਾ, ਹੁਣ ਕੁਛ ਆਰਾਮ ਕਰ, ਆਖ ਕੇ ਸਰਾਣੇ ਪਾਣੀ ਦੀ ਗੜਵੀ ਰੱਖਤੀ। ਆਹ ਪਾਣੀ ਪਿਆ, ਜੇ ਲੋੜ ਹੋਵੇ ਤਾਂ ਪੀ ਲਈ। ਅੱਜ ਰਾਤ ਮਾਹੀ ਨੂੰ ਕੋਈ ਡਰ ਨਹੀਂ ਲੱਗਿਆ। ਦਿਨ ਚੜ੍ਹਦੇ ਤੱਕ ਬੇਫਿਕਰ ਸੁੱਤੀ ਰਹੀ। ਬਾਬੇ ਨੇ ਆਪਣੀ ਮੇਜ਼ਬਾਨ ਦੇ ਜਾਗਣ ਤੱਕ ਉਡੀਕ ਕੀਤੀ। ਬਿਨਾਂ ਦੱਸਿਆਂ ਨਹੀਂ ਜਾਣਾ ਚਾਹੁੰਦਾ ਸੀ। ਚੰਗਾ ਭਾਈ ਬੀਬੀ, ਆਖ ਕੇ ਨੇੜੇ ਆਈ ਮਾਹੀ ਦਾ ਸਿਰ ਪਲੋਸਿਆ। ਸੁਸਤ ਕਦਮਾਂ ਨਾਲ ਬਾਰ ਵੱਲ ਹੋ ਤੁਰਿਆ। ਮਾਹੀ ਨੇ ਬਾਹੋਂ ਫੜ ਕੇ ਮੋੜ ਲਿਆਂਦਾ। ਬੈਠ ਬਾਬਾ, ਐਂ ਕਿਵੇਂ ਜਾਣਾ? ਨਾ ਜਾਣ ਨਾ ਪਛਾਣ, ਨਾ ਕੋਈ ਚਾਹ ਪਾਣੀ। ਮਾਹੀ ਨੇ ਬਾਬੇ ਦੀ ਫਟੇ ਹਾਲ ਦਸ਼ਾ ਦਾ ਨਿਰੀਖਣ ਕਰਦਿਆਂ ਆਖਿਆ। ਸਿਰ ਤੋਂ ਪੈਰਾਂ ਤੱਕ ਮੈਲ ਹੀ ਮੈਲ ਸੀ। ਮੂੰਹ ਸਿਰ ਉੱਪਰ ਉੱਗੀ ਜੱਤ ਹੇਠਲਾ ਚਿਹਰਾ ਅਸਲੋਂ ਦਿਖਾਈ ਨਹੀਂ ਸੀ ਦੇ ਰਿਹਾ। ਤਰਸ ਤੇ ਦੁੱਖ ਨਾਲ ਭਿੱਜੀ ਮਾਹੀ ਦਾ ਇਸਤਰੀ ਦਿਲ ਰੋ ਪਿਆ। ਚਾਹ ਪਾਣੀ ਪਿਆਉਣ ਤੋਂ ਬਾਅਦ ਨਹਾਉਣ ਦਾ ਸਮਾਨ ਖੋਰੇ ਤੇ ਰੱਖ ਆਈ। ਲੈ ਬਾਬਾ, ਇੰਨੇ ਨੂੰ ਨਹਾ ਧੋ ਲੈ, ਮੈਂ ਹੁਣੇ ਆਈ, ਦੇਖੀ ਕਿਤੇ ਜਾਣਾ ਨਹੀਂ ਮੇਰੀ ਆਈ ਤੱਕ। ਮਾਹੀ ਕਿਸੇ ਮਸਲੇ ਦਾ ਹੱਲ ਲੱਭਣ ਲਈ ਹਮੇਸ਼ਾ ਬੇਬੇ ਆਦਮੀ ਤੱਕ ਦੌੜਦੀ। ਉਹਦੀ ਸਲਾਹ ਤੇ ਸਹਾਇਤਾ ਨਾਲ ਮਾਹੀ ਅੰਦਰ ਉਤਸ਼ਾਹ ਤੇ ਭਰੋਸੇ ਦਾ ਸੰਚਾਰ ਹੁੰਦਾ। ਅੱਜ ਵੀ ਸਿੱਧਾ ਜਾ ਕੇ ਬਾਬੇ ਬਾਰੇ ਦੱਸਿਆ। ਆਦਮੀਆਂ ਲਈ ਪਹਿਨਣ ਵਾਲੇ ਕੱਪੜੇ ਮੰਗੇ। ਖਬਰੇ ਵਿਚਾਰਾ ਕਿੰਨੇ ਦਿਨਾਂ ਤੋਂ ਮੈਲਾ ਕੁੜਤਾ ਕੱਛਾ ਪਾਈ ਫਿਰਦਾ। ਮਾਈ ਨੇ ਨਵੇਂ ਨਕੋਰ ਕੁੜਤਾ ਚਾਦਰਾ ਸਾਫਾ ਕੱਢ ਕੇ ਦਿੱਤੇ। ਕੋਈ ਹੋਰ ਕੰਮ ਹੋਵੇ ਤਾਂ ਦੱਸੀ, ਆਖ ਕੇ ਬੇਬੇ ਨੇ ਮਾਹੀ ਦੇ ਮੋਢੇ ਉੱਪਰ ਥਾਪੀ ਦਿੱਤੀ। ਖੁਸ਼ ਰਹਿ ਧੀਏ, ਰੱਬ ਤੈਨੂੰ ਭਾਗ ਲਾਵੇ, ਤੂੰ ਐਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੀ ਰਹੇ। ਨਹਾ ਧੋ ਕੇ ਨਵੇਂ ਲੀੜੇ ਪਹਿਨ ਕੇ ਬਾਬੇ ਦੀ ਸ਼ਕਲ ਨਿੱਖਰ ਆਈ। ਤਾਜ਼ਾ ਦਮ ਹੋ ਗਿਆ, ਘੋਰੀਪੁਣਾ ਲੋਪ ਹੋ ਗਿਆ। ਮਾਹੀ ਨੂੰ ਬਾਬੇ 'ਚੋਂ ਆਪਣਾ ਅੱਬੂ ਨਜ਼ਰ ਹੀ ਆਇਆ, ਜਿਵੇਂ ਟਿੱਬੇ ਵਾਲੀ ਕਬਰ 'ਚੋਂ ਸਾਬਤ ਸਬੂਤ ਨਿਕਲ ਆਇਆ ਹੋਵੇ। ਸੰਵੇਦਨਾ ਦਾ ਗੱਜ ਭਰ ਆਇਆ, ਅੱਖਾਂ 'ਚ ਹੰਝੂ ਤੈਰਨ ਲੱਗੇ। ਬੀਤੇ ਦੁਖਦਾਈ ਕੱਲ੍ਹ ਦੇ ਕਾਲੇ ਪਰਛਾਵਿਆਂ ਦਾ ਪਿੱਛਾ ਕਰਨ ਲੱਗੇ। ਅੱਖਾਂ ਦੇ ਬੂਹੇ ਭੇੜ ਕੇ ਨੀਵੀਂ ਪਾਈ ਕਿੰਨੀ ਦੇਰ ਤੱਕ ਸੋਚਾਂ ਦੇ ਵਹਿਣਾਂ 'ਚ ਰਿੜਦੀ ਤੈਰਦੀ ਰਹੀ। ਬਾਬੇ ਨੇ ਸੁਰਤੀ ਭੰਗ ਕੀਤੀ। ਕੁੜੀਏ, ਹੁਣ ਤਾਂ ਜਾਣ ਦੇ। ਬੱਚੀਏ, ਤੂੰ ਅਣਜਾਣ ਬੰਦੇ ਦੀ ਜੋ ਸੇਵਾ ਕੀਤੀ, ਉਹ ਤਾਂ ਕੋਈ ਆਪਣਿਆਂ ਦੀ ਵੀ ਨਹੀਂ ਕਰਦਾ। ਸ਼ਾਬਾਸ਼ ਪੁੱਤਰਾ, ਜਿਉਂਦੀ ਵਸਦੀ ਰਹਿ। ਬਾਬਾ, ਇਹ ਕਾਹਦੀ ਗੱਲ ਹੋਈ? ਬੱਚੀਏ ਧੀਏ ਵੀ ਆਖੀ ਜਾਂਦਾ ਤੇ ਬਿਨਾਂ ਕੋਈ ਜਾਣ ਪਛਾਣ ਦੱਸਿਆਂ ਜਾਣ ਦੀ ਕਾਹਲੀ ਵੀ ਕਰਦਾ। ਰਾਜੀ ਰਹਿ ਭਾਵੇਂ ਗੁੱਸੇ, ਜਾਣ ਤਾਂ ਅੱਜ ਤੈਨੂੰ ਦੇਣਾ ਨਹੀਂ। ਬਾਬਾ ਹੋਰ ਕੀ ਬੋਲਦਾ। ਰਹਿਮਦਿਲ ਕੁੜੀ ਦੀ ਪ੍ਰਾਹੁਣਚਾਰੀ ਅੱਗੇ ਨਿਰੁੱਤਰ ਹੋ ਗਿਆ। ਮਾਹੀ ਨੇ ਅੱਜ ਕੁੜੀਆਂ ਨੂੰ ਛੁੱਟੀ ਕਰਤੀ। ਨਵੇਂ ਆਏ ਬਾਪੂ ਦੀ ਤਿਮਾਰਦਾਰੀ ਲਈ ਦਿਨ ਰਾਖਵਾਂ ਰੱਖ ਲਿਆ। ਬਾਬੇ ਦੀ ਰਾਮ ਕਹਾਣੀ ਸੁਣੀ, ਥੋੜ੍ਹਾ ਬਹੁਤ ਆਪਣੇ ਬਾਰੇ ਦੱਸਿਆ। ਬਾਤਾਂ ਪਾਉਂਦਿਆਂ ਨੂੰ ਦੁਪਹਿਰਾ ਲੰਘ ਗਿਆ। ਬਾਪੂ ਤੇ ਧੀਏ ਦੀ ਸਾਂਝ ਪੈਦਾ ਹੋ ਗਈ। ਇੱਕ ਦੂਜੇ ਦੀ ਲੋੜ ਆਸਰਾ ਬਣਦੇ ਗਏ। ਸਾਂਝ ਦਾ ਸਿਰਨਾਵਾਂ, ਦਰਦ ਦਾ ਰਿਸ਼ਤਾ ਸਿਰ ਚੜ੍ਹ ਕੇ ਬੋਲਣ ਲੱਗਿਆ। ਮੈਂ ਵੀ ਇਕੱਲੀ, ਤੂੰ ਵੀ ਇਕੱਲਾ, ਹੁਣ ਕਿਧਰੇ ਨਹੀਂ ਜਾਣਾ, ਬਸ ਇਸ ਘਰ ਦਾ ਬਾਪੂ ਬਣ ਕੇ ਰਹਿ। ਜੇ ਮੈਨੂੰ ਧੀ ਮੰਨ ਲਿਆ ਤਾਂ ਮੇਰਾ ਰਖਵਾਲਾ ਆਸਰਾ ਬਣ, ਮੇਰੇ ਸਿਰ ਤੇ ਹੱਥ ਰੱਖ, ਫੇਰ ਦੇਖੀ ਆਪਾਂ ਆਪਣੀ ਹਾਰੀ ਹੋਈ ਬਾਜੀ ਮੁੜ ਕੇ ਕਿਵੇਂ ਜਿੱਤਦੇ ਹਾਂ। ਮਾਹੀ ਬੜੇ ਉਤਸ਼ਾਹ ਨਾਲ ਤਰਲਾ ਕਰ ਰਹੀ ਸੀ। ਘਰ 'ਚ ਆਪਣੇ ਬਾਪੂ ਦੀ ਆਮਦ ਨਾਲ ਮਾਹੀ ਨੂੰ ਵਧੇਰੇ ਤਕੜੀ ਹੋ ਕੇ ਸਮਾਜਿਕ ਪਿੜ ਵਿੱਚ ਨਿਤਰਨ ਦਾ ਬਲ ਪ੍ਰਾਪਤ ਹੋ ਗਿਆ। ਉਸ ਗੱਡੀ ਆਈ ਬਾਬਲਾ ਜਿਹੜੀ ਧੀਆਂ ਦੇ ਦੇਸ ਨੂੰ ਜਾਵੇ। ਪਾਠ 27ਵਾਂ। ਘਰੋਂ ਨਿਕਲ ਕੇ ਬੀਰਮਦਾਸ ਨੇ ਸੋਚਿਆ ਕਿ ਉਸ ਅੱਗੇ ਬੜੀ ਧਰਮਾਤਮਾ ਦੁਨੀਆ ਪਈ ਹੋਏਗੀ, ਜਿੱਥੇ ਜਾ ਕੇ ਆਪਣੀ ਵਰਤਮਾਨ ਪੀੜਾ ਤੇ ਬੇਵਸੀ ਤੋਂ ਖਹਿੜਾ ਛੁਡਾ ਲਏਗਾ। ਇਹ ਧਾਰਨਾ ਉਸ ਲਈ ਭੁਲੇਖਾ ਸਾਬਤ ਹੋਈ। ਬਚਨੀ ਪ੍ਰਤੀ ਨਫ਼ਰਤ ਤੇ ਹਰਖ ਨੂੰ ਕਤਈ ਨਜ਼ਰਅੰਦਾਜ਼ ਨਾ ਕਰ ਸਕਿਆ, ਨਾ ਆਪਣੇ ਨਿਕੜੂ ਜੇ ਪੁੱਤਰ ਦੇ ਮੋਹ ਨੂੰ ਵਿਸਾਰ ਸਕਿਆ। ਦੋਵੇਂ ਭਾਵ ਉਹਦੇ ਜੀਵਨ ਸਫ਼ਰ ਦੇ ਨਾਲੋਂ ਨਾਲ ਸਮਾਨ ਅੰਤਰ ਤੁਰਦੇ ਗਏ। ਕਈ ਵੇਰ ਤਾਂ ਇੰਨੇ ਤਿੱਖੇ ਤੇ ਤੇਜ਼ ਹੋ ਜਾਂਦੇ ਕਿ ਉਹ ਰੱਜ ਕੇ ਰੋਂਦਾ, ਨਿਢਾਲ ਹੋ ਜਾਂਦਾ। ਘਰੋਂ ਤੁਰਨ ਵੇਲੇ ਉਹ ਬਿਲਕੁਲ ਚੇਤਨਾਹੀਣ, ਦਿਸ਼ਾਹੀਣ, ਮੰਤਵਹੀਣ ਸੀ। ਉਹਦੇ ਹੱਥ 'ਚ ਕੇਵਲ ਸਮਾਂ ਸੀ। ਸਮਾਂ ਉਹਨੂੰ ਜਿੱਧਰ ਤੋਰੀ ਗਿਆ ਤੁਰਿਆ ਗਿਆ। ਦੂਰ ਤੱਕ ਨਿਕਲ ਆਇਆ। ਸਾਹਮਣੇ ਪਿੰਡ ਦੇ ਬਾਰ-ਬਾਰ ਪੁਰਾਣੇ ਮੰਦਰ ਦਾ ਦਰ ਦਿਖਾਈ ਦਿੱਤਾ। ਇੱਕ ਬਜ਼ੁਰਗ ਜੋੜੇ ਨੇ ਰੱਬ ਦਾ ਬੰਦਾ ਸਮਝ ਕੇ ਚੰਗਾ ਆਸਰਾ ਦਿੱਤਾ। ਥੋੜੇ ਦਿਨਾਂ ਬਾਅਦ ਇੱਕ ਕਿਸਾਨ ਪਾਸ ਖੇਤ ਮਜ਼ਦੂਰੀ ਕਰਨ ਲੱਗ ਪਿਆ। ਜੀ ਜਾਨ ਨਾਲ ਕੰਮ ਕੀਤਾ। ਮਾਲਕਾਂ ਨੂੰ ਚੰਗਾ ਲੱਗਿਆ। ਖਾਣ ਲਈ ਰੋਟੀ ਤੇ ਤਨ ਢੱਕਣ ਲਈ ਕੱਪੜਾ ਹੀ ਤਾਂ ਚਾਹੀਦਾ ਸੀ। ਬਦਲੇ 'ਚ ਬੇਸ਼ਕੀਮਤੀ ਇਮਾਨਦਾਰ ਮਿਹਨਤ ਮੋੜਦਾ ਰਿਹਾ।
ਆਪਣੇ ਦੁੱਖ ਆਪਣੇ ਅੰਦਰ ਸਮੇਟ ਕੇ ਰੱਖਦਾ ਹੋਇਆ ਵਕਤ ਨੂੰ ਧੱਕੇ ਦੇ ਰਿਹਾ ਸੀ। ਇਉਂ ਆਖੋ ਕਿ ਵਕਤ ਹੱਥੋਂ ਧੱਕੇ ਖਾ ਰਿਹਾ ਸੀ। ਸਮਾਂ ਕਿੰਨਾ ਲੰਘ ਗਿਆ, ਕਦੋਂ ਲੰਘ ਗਿਆ, ਵੱਲੋਂ ਬੇਧਿਆਨ ਅੰਤਰਮੁਖੀ ਕਿਸਮ ਦੀਆਂ ਦਿਨ ਕਟੀਆਂ ਹੁੰਦੀਆਂ ਰਹੀਆਂ। ਇੱਕ ਦਿਨ ਮੱਝ ਦੀ ਧਾਰ ਚੋ ਕੇ ਹਟਿਆ, ਉੱਠਣ ਲੱਗਿਆਂ ਪੈਰ ਗੇੜਾ ਖਾ ਗਿਆ। ਦੁੱਧ ਦੀ ਬਾਲਟੀ ਹੱਥੋਂ ਡਿੱਗ ਪਈ। ਮਾਲਕ ਦਾ ਵੱਡਾ ਮੁੰਡਾ ਦੇਖ ਰਿਹਾ ਸੀ। ਗਾਲਾਂ ਦਾ ਗੰਦ ਬਕਦੇ ਨੇ ਜ਼ੋਰਦਾਰ ਚਪੇੜ ਬੀਰਮ ਦੇ ਮੂੰਹ ਤੇ ਮਾਰੀ। ਨਿੰਮੋ ਝੂਣਾ ਬੀਰਮ ਦਾਸ ਪਰੇ ਹੋ ਕੇ ਖਲੋ ਗਿਆ। ਰਾਤ ਨੂੰ ਰੋਟੀ ਨਹੀਂ ਖਾਧੀ। ਮੰਦਰ ਵਾਲੇ ਬਜ਼ੁਰਗ ਜੋੜੇ ਨੂੰ ਨਮਸਕਾਰ ਕਰਕੇ ਚੁੱਪਚਾਪ ਪਿੰਡ ਛੱਡ ਆਇਆ। ਉਹ ਆਪਣੀ ਬੇਇੱਜ਼ਤੀ ਬੇਸ਼ੱਕ ਝੱਲ ਲੈਂਦਾ, ਪਰ ਆਪਣੀ ਸੱਚੀ ਸੁੱਚੀ ਇਮਾਨਦਾਰ ਕਿਰਤ ਦਾ ਅਪਮਾਨ ਝੱਲ ਨਾ ਹੋਇਆ। ਆਪਣਾ ਦਿਲ ਉੱਪਰ ਇੱਕ ਹੋਰ ਜ਼ਖਮ ਦੀ ਪੀੜ ਸਮੇਟਦਾ ਫਿਰਦਾ, ਮੰਜ਼ਿਲ ਪੱਖੋਂ ਬੇਉਮੀਦੀ ਦੀਆਂ ਠੋਕਰਾਂ ਖਾਂਦਾ ਬੀਰਮ ਦਾਸ ਅਖੀਰ ਮਾਹੀ ਦੇ ਵਿਹੜੇ ਚਾਣ ਡਿੱਗਿਆ, ਜਿੱਥੇ ਹੁਣ ਉਹ ਮਾਹੀ ਦੇ ਬਾਪੂ ਦੇ ਬਰਾਬਰ ਦੇ ਰੁਤਬੇ ਵਾਲਾ ਮਨੁੱਖ ਸੀ। ਮਾਹੀ ਨੂੰ ਬੀਰਮ ਦਾਸ ਤੇ ਆਪਣੇ ਬਾਪ ਇਮਾਮ ਬਖਸ਼ ਵਿਚਕਾਰ ਕਾਫੀ ਸਮਾਨਤਾ ਵਿਖਾਈ ਦਿੱਤੀ। ਦੋਵੇਂ ਭਲੇ ਪੁਰਸ਼, ਮਿਹਨਤ ਮਜ਼ਦੂਰੀ ਕਰਨ ਵਾਲੇ, ਦੋਵੇਂ ਆਪਣੀਆਂ ਬੇਵਫਾ ਪਤਨੀਆਂ ਤੋਂ ਪੀੜਤ ਤੇ ਜ਼ਮਾਨੇ ਦੇ ਸਤਾਏ ਹੋਏ ਸਨ। ਉਹ ਖੁਸ਼ ਸੀ ਕਿ ਉਹਨੂੰ ਬੀਰਮ ਵਰਗਾ ਇਨਸਾਨ ਮਿਲ ਗਿਆ ਸੀ, ਜਿਸ ਅੰਦਰੋਂ ਆਪਣੇ ਅੱਬੂ ਨੂੰ ਦੇਖ ਸਕਦੀ ਸੀ। ਮਾਹੀ ਦੇ ਦਿਲ ਸ਼ਾਂਤੀ ਵਾਸਤੇ ਇਹ ਸੰਬੰਧ ਮਹੱਤਵਪੂਰਨ ਥਾਂ ਪ੍ਰਾਪਤ ਕਰ ਚੁੱਕਾ ਸੀ। ਬੀਰਮ ਦਾਸ ਕੁਝ ਸੁਸਤ ਜਿਹਾ ਲੱਗਿਆ, ਸ਼ਾਇਦ ਢਿੱਲਾ ਸੀ। ਮਾਹੀ ਦੌੜ ਕੇ ਵੈਦ ਬਾਬੇ ਕੋਲ ਗਈ, ਆਪਣੇ ਬਾਪੂ ਬਾਰੇ ਦੱਸਿਆ। ਜਗਨ ਦਾਸ ਨੇ ਮਰੀਜ਼ ਦੀ ਨਬਜ਼ ਵੇਖ ਕੇ ਇਲਾਜ ਸ਼ੁਰੂ ਕਰਤਾ। ਘਬਰਾਉਣ ਵਾਲੀ ਕੋਈ ਗੱਲ ਨਹੀਂ, ਦਵਾਈ ਦਿੰਦੀ ਰਹੀ, ਮੈਂ ਵੀ ਗੇੜਾ ਮਾਰਦਾ ਰਹੂੰ, ਮਾਹੀ ਨੂੰ ਤਾਕੀਦ ਕਰਕੇ ਬਾਬਾ ਚਲਾ ਗਿਆ। ਬੀਰਮ ਦਾਸ ਦੇ ਚਿੱਤ 'ਚ ਖੋਜ ਹੀ ਪਈ। ਉਤਾਵਲਾ ਹੋ ਕੇ ਮਾਹੀ ਨੂੰ ਪੁੱਛਿਆ, ਕੌਣ ਸੀ ਇਹ? ਇਹ ਵੈਦ ਬਾਬਾ ਹੈ। ਉਂਝ ਨਾਮ ਭਾਵੇਂ ਜਗਨ ਦਾਸ ਹੈ, ਪਰ ਅਸੀਂ ਸਾਰੇ ਵੈਦ ਬਾਬਾ ਹੀ ਆਖਦੇ ਹਾਂ। ਮਾਹੀ ਤੋਂ ਉੱਤਰ ਸੁਣ ਕੇ ਬੀਰਮ ਦਾਸ ਆਪਣੇ ਅਤੀਤ ਦੇ ਮੁਹਾਣੇ ਵੱਲ ਮੁੜ ਗਿਆ। ਨਾਂ ਵੀ ਉਹੀ, ਮੁਹਾਂਦਰਾ ਵੀ ਉਹੀ। ਲੱਗਦਾ ਮੇਰਾ ਗੁਆਚਿਆ ਸੁਪਨਾ ਲੱਭਿਆ। ਹੇ ਰੱਬਾ, ਇਹ ਕੋਈ ਭੁਲੇਖਾ ਹੈ ਜਾਂ ਸੰਜੋਗ? ਨਹੀਂ, ਇਹ ਛਲਾਵਾ ਨਹੀਂ ਹੈ, ਮੇਰਾ ਜਗਨੀ ਹੈ। ਬੀਰਮ ਦਾਸ ਨੇ ਆਪਣੇ ਲਹੂ ਦਾ ਰੰਗ ਪਛਾਣ ਲਿਆ ਸੀ। ਪੂਰੇ ਤਾਣ ਨਾਲ ਉੱਠਿਆ, ਮਾਹੀ ਨੂੰ ਕਲਾਵੇ 'ਚ ਲੈ ਕੇ ਫਫਕ ਰੋਣ ਲੱਗਾ। ਹੈਰਾਨ ਪਰੇਸ਼ਾਨ ਮਾਹੀ ਕਿੰਨੀ ਦੇਰ ਬੁੱਢੇ ਦੇ ਕਲਾਵੇ 'ਚ ਵੱਜੀ ਰਹੀ। ਮਾਜਰਾ ਉਹਦੀ ਸਮਝ 'ਚ ਨਹੀਂ ਆਇਆ। ਧੁੱਖ ਦੇ ਪਲ ਥੋੜਾ ਸ਼ਾਂਤ ਹੋਏ ਤਾਂ ਕਿਤੇ ਜਾ ਕੇ ਮਾਹੀ ਨੂੰ ਗੱਲ ਦਾ ਪਤਾ ਲੱਗਾ। ਜ਼ਰੂਰ ਹੀ ਤੇਰਾ ਵੈਦ ਬਾਬਾ ਮੇਰਾ ਜਗਨੀ ਹੈ। ਹਾਂ, ਮੈਂ ਉਹਦਾ ਭਾਗਾ ਬਾਪ ਹਾਂ। ਮਾਹੀ ਨੂੰ ਸਾਰੇ ਹਾਲਾਤ ਸਮਝ ਪੈ ਗਏ। ਉਧਰੋਂ ਬਾਬਾ ਜਗਨ ਦਾਸ ਦੀ ਅਸਲੀਅਤ ਜਾਣਨ ਲਈ ਕਾਹਲਾ ਸੀ, ਪਰ ਮਾਹੀ ਨੇ ਵੈਦ ਬਾਬੇ ਬਾਰੇ ਸਹੀ ਜਾਣਕਾਰੀ ਜਾਣਨ ਤੱਕ ਚੁੱਪ ਰਹਿਣਾ ਹੀ ਠੀਕ ਸਮਝਿਆ। ਬਾਪੂ ਨੂੰ ਦਵਾਈ ਬੂਟੀ ਦੇ ਕੇ ਚੁੱਪਚਾਪ ਕੁਟਿਆ ਗਈ। ਜਗਨ ਦਾਸ ਉਸ ਵੇਲੇ ਮਾਮਜਿਸਤੇ 'ਚ ਦਵਾਈ ਕੁੱਟ ਰਿਹਾ ਸੀ। ਲੱਕੜ ਦੀ ਪਟੜੀ ਬਾਬੇ ਦੇ ਨੇੜੇ ਖਿੱਚ ਕੇ ਬੈਠ ਗਈ। ਬਾਬਾ, ਪਹਿਲਾਂ ਠਣ ਬੰਦ ਕਰ ਦੇ, ਮੇਰੀ ਗੱਲ ਸੁਣ। ਬਾਬਾ ਮਾਹੀ ਦੀ ਇੰਨੀ ਬੇਤਖਲਕੀ ਤੇ ਬੇਸਬਰੀ ਉੱਤੇ ਬੜਾ ਹੈਰਾਨ ਹੋਇਆ। ਹਾਂ, ਦੱਸ ਕੀ ਗੱਲ? ਬਾਬਾ ਜੀ, ਮੈਨੂੰ ਅੱਜ ਤੇਰੇ ਬਾਰੇ ਕੁਝ ਜਾਣਨ ਪੁੱਛਣ ਦੀ ਸਖਤ ਲੋੜ ਪੈ ਗਈ। ਕੋਈ ਲੁਕੋ ਨਾ ਰੱਖੀ, ਸੱਚੋ ਸੱਚ ਦੱਸ ਵੇ ਜੋਗੀਆ। ਮੇਰੇ ਮੁਰਸ਼ਦ ਲਈ ਕੋਈ ਖੁਸ਼ਖਬਰੀ ਦੇ। ਮਾਈ ਇਉਂ ਪੁੱਛ ਰਹੀ ਸੀ ਜਿਵੇਂ ਉਹ ਕੋਈ ਦਾਨੀ ਪ੍ਰਧਾਨੀ ਹੁਕਮ ਚਲਾਉਣ ਵਾਲੀ ਉਹਦੀ ਕੋਈ ਦਾਦੀ ਪੜਦਾਦੀ ਹੋਵੇ। ਪੁੱਛ ਪੜਤਾਲ ਖਤਮ ਹੋਣ ਤੱਕ ਚਾਨਣ ਨਿੱਤਰ ਆਇਆ। ਲੋਕਾਂ ਦਾ ਵੈਦ ਬਾਬਾ ਜਗਨ ਦਾਸ ਤੇ ਫਿਰ ਨਿੱਕਾ ਜਿਹਾ ਜਗਨੀ ਬਣ ਕੇ ਪ੍ਰਗਟ ਹੋ ਗਿਆ, ਜਿਹਦਾ ਬਾਪ ਉਹਦੀ ਮਾਂ ਤੋਂ ਤੰਗ ਆਇਆ ਬੇਇੱਜ਼ਤ ਹੋ ਕੇ ਘਰ ਛੱਡ ਗਿਆ ਸੀ। ਨਾਲ ਹੀ ਉਹ ਵੀ ਆਪਣੀ ਕੁਮਾਤਾ ਨੂੰ ਤਿਆਗ ਕੇ ਖੋਤੜੇ ਪਿੰਡ 'ਚ ਹਕੀਮੀ ਕਰ ਰਿਹਾ ਸੀ। ਕਥਾ ਦੇ ਅੰਤ 'ਚ ਮਾਹੀ ਦੀ ਖੁਸ਼ੀ ਦੀ ਹੱਦ ਤੱਕ ਪਹੁੰਚ ਕੇ ਹੰਝੂ ਭਰ ਆਈ। ਜਗਨ ਦਾਸ ਨੂੰ ਖੁਦ ਸਮਝ ਨਾ ਆਈ ਕਿ ਕੁੜੀ ਕਿਸ ਦਾਈਏ ਨਾਲ ਉਸ ਕੋਲੋਂ ਉਹ ਗੱਲਾਂ ਪੁੱਛ ਗਈ ਜਿਨ੍ਹਾਂ ਨੂੰ ਉਹਨੇ ਆਪਣੇ ਅੰਦਰ ਨੱਪ ਕੇ ਰੱਖਣ ਦੀ ਸਹੁੰ ਖਾਧੀ ਸੀ। ਮਾਹੀ ਜੋ ਪੁੱਛੀ ਗਈ ਉਹ ਦੱਸੀ ਗਿਆ। ਜ਼ਰੂਰ ਉਹਨੇ ਪਿਛਲੇ ਜਨਮ ਦੀ ਕੋਈ ਦਾਦੀ ਪੜਦਾਦੀ ਹੋਣੀ ਹੈ, ਜਿਹਦੇ ਰੋਹਬ ਦਾ ਅਧੀਨ ਬਾਬਾ ਸਾਰਾ ਕੁਝ ਬਕ ਗਿਆ ਸੀ। ਮਾਹੀ, ਤੂੰ ਇਹ ਚੰਗਾ ਨਹੀਂ ਕੀਤਾ। ਮੇਰੇ ਸੁੱਤੇ ਪਏ ਜ਼ਖਮ ਉਚੇੜ ਕੇ ਕੀ ਲੱਭਣਾ ਚਾਹੁੰਦੀ ਹੈ? ਉਦਾਸ ਹੋਏ ਜਗਨ ਦਾਸ ਨੇ ਥੋੜਾ ਸ਼ਿਕਵਾ ਕਰਦਿਆਂ ਆਖਿਆ। ਤੂੰ ਸੱਚ ਆਖਿਆ ਜਗਨੀ, ਇਹ ਵੇਲਾ ਫੱਟ ਉਚੇੜਨ ਦਾ ਨਹੀਂ, ਫੱਟ ਸਿਉਣ ਦਾ ਹੈ। ਜ਼ਖਮ ਲੁਕਾ ਕੇ ਰੱਖੇਂਗਾ ਤਾਂ ਇਲਾਜ ਕਿਵੇਂ ਲੱਭਾਂਗੇ? ਆਖਦੀ ਮਾਹੀ ਕਾਹਲੀ ਨਾਲ ਵਾਪਸ ਮੁੜ ਪਈ। ਬੀਰਮ ਦਾਸ ਬੇਸਬਰੀ ਨਾਲ ਮਾਹੀ ਨੂੰ ਉਡੀਕ ਰਿਹਾ ਸੀ। ਕੀ ਖਬਰ ਹੈ? ਕੋਈ ਖਬਰ ਨਹੀਂ। ਲੱਗਦਾ ਤੈਨੂੰ ਭੁਲੇਖਾ ਪੈ ਗਿਆ। ਤੇਰੀ ਭਟਕਣਾ ਤੈਨੂੰ ਟਿਕਣ ਨਹੀਂ ਦਿੰਦੀ। ਹਰ ਬੰਦੇ 'ਚ ਤੈਨੂੰ ਆਪਣਾ ਪੁੱਤ ਦਿਸਦਾ ਹੈ। ਮਾਹੀ ਇੱਕਦਮ ਭੇਤ ਖੋਲ੍ਹਣਾ ਨਹੀਂ ਚਾਹੁੰਦੀ ਸੀ, ਮਤੇ ਬਾਪੂ ਤੇਜ਼ ਰੌਸ਼ਨੀ ਦੀ ਖੁਸ਼ੀ ਨਾ ਝੱਲ ਸਕੇ। ਸਹਿਜੇ ਸਹਿਜੇ ਪਖਾਣਾ ਪਾਇਆ ਜਾਵੇ। ਬੀਰਮ ਜਿੰਨੇ ਉਤਸ਼ਾਹ 'ਚ ਆ ਕੇ ਆਪਣਾ ਧੀਰਜ ਖੋਈ ਬੈਠਾ ਸੀ, ਉਹਨੇ ਝਟਕੇ ਨਾਲ ਸਿਰ ਸੁੱਟ ਕੇ ਬੈਠ ਗਿਆ। ਕੀ ਕਰਦਾ? ਆਸ ਨਿਰਾਸਤਾ 'ਚ ਬਦਲ ਗਈ। ਮਾਹੀ ਨੇ ਇਸ ਕੰਮ ਲਈ ਮਾਈ ਆਤਮੀ ਅਤੇ ਰਾਮ ਪਿਆਰੀ ਨਾਲ ਮਸ਼ਵਰਾ ਕੀਤਾ। ਸਲਾਹ ਬਣਾ ਕੇ ਰਾਮ ਪਿਆਰੀ ਵੈਦ ਬਾਬੇ ਕੋਲ ਗਈ। ਬਾਬਾ,
ਜੇ ਤੈਨੂੰ ਕੋਈ ਵੱਡੀ ਖੁਸ਼ਖਬਰੀ ਸੁਣਾਈਏ ਤਾਂ ਕੀ ਇਨਾਮ ਦੇਂਗਾ? ਬਾਬੇ ਲਈ ਵੱਡੀ ਖੁਸ਼ਖਬਰੀ ਕੀ ਹੋ ਸਕਦੀ ਸੀ? ਚੰਡਾਲ ਮਾਂ ਨੂੰ ਮਿਲਣਾ ਨਹੀਂ ਚਾਹੁੰਦਾ ਸੀ। ਪਿਆਰਾ ਬਾਪੂ ਖਬਰ ਨਹੀਂ ਦੁਨੀਆ 'ਚ ਹੈ ਵੀ ਜਾਂ ਨਹੀਂ। ਫਿਰ ਵੀ ਉਹਨੇ ਅਣਮੰਨੇ ਰੁੱਖ ਨਾਲ ਸਰਪੰਚਣੀ ਦੀ ਗੱਲ 'ਚ ਦਿਲਚਸਪੀ ਲੈਣੀ ਚਾਹੀ। ਬਾਬਾ, ਜੇ ਰੱਬ ਆਦਮੀ ਨੂੰ ਔਖਾਂ ਦਿੰਦਾ ਰਹਿੰਦਾ ਹੈ ਤਾਂ ਉਮਰਾਂ ਦੇ ਦਸੌਂਟੇ ਕੱਟਣ ਨੂੰ ਵੀ ਫੋਰਾ ਲਾਉਂਦਾ ਹੈ। ਸਮਝ ਲੈ, ਹੁਣ ਸੁੱਖ ਆਉਣ ਦਾ ਵੇਲਾ ਆ ਗਿਆ। ਦੁੱਖਾਂ ਭਰੇ ਦਿਨ ਲੱਦ ਗਏ। ਰਾਤ ਮੈਨੂੰ ਇੱਕ ਚੰਗਾ ਸੁਪਨਾ ਆਇਆ। ਸੁਪਨੇ ਦੇ ਸਿਰ ਪੈਰ ਵਿੱਚੋਂ ਲੱਗਿਆ ਵੀ ਤੇਰਾ ਬਾਪ ਤੈਨੂੰ ਲੱਭਦਾ ਫਿਰਦਾ। ਇੰਨੀਆਂ ਬੁਝਾਰਤਾਂ ਪਾ ਕੇ ਰਾਮ ਪਿਆਰੀ ਜਗਨ ਦਾਸ ਵੱਲ ਝਾਕਣ ਲੱਗੇ। ਬਸ ਕਰੋ ਸਰਪੰਚਣੀ ਜੀ, ਇਹ ਮੇਰੇ ਸੁਪਨੇ ਤੈਨੂੰ ਕਦੋਂ ਕਦੇ ਆਉਣ ਲੱਗ ਪਏ ਨੇ। ਮੇਰਾ ਬਾਪ ਮੈਨੂੰ ਲੱਭਦਾ ਫਿਰਦਾ ਤੇ ਸੁਪਨਾ ਤੈਨੂੰ ਆਉਂਦਾ। ਗੱਲ ਸਮਝ ਤੋਂ ਬਾਹਰ ਹੈ, ਜਚੀ ਨਹੀਂ। ਅੱਜ ਮਾਹੀ ਵੀ ਆਈ ਸੀ, ਮੇਰਾ ਜੀਵਨ ਇਤਿਹਾਸ ਫਰੋਲ ਕੇ ਚਲੇਗੀ। ਤੁਸੀਂ ਬੁਝਾਰਤਾਂ ਨਾ ਪਾਓ, ਗਰੀਬ ਤੇ ਤਰਸ ਕਰੋ। ਸਿੱਧੀ ਗੱਲ ਦੱਸੋ ਜੇ ਕੋਈ ਹੈਗੀ ਆ। ਲੈ ਫਿਰ ਸੁਣ ਬਾਬਾ, ਸਿੱਧੀ ਗੱਲ। ਮਨ ਕਰੜਾ ਕਰਕੇ ਸੁਣੀ। ਬਾਬਾ ਰਾਮ ਪਿਆਰੀ ਮੂੰਹੋਂ ਨਿਕਲਣ ਵਾਲੇ ਬੋਲ ਸੁਣਨ ਵਾਸਤੇ ਚੁਕੰਨਾ ਹੋ ਗਿਆ। ਰਾਮੀ ਪੂਰੇ ਟਿਕਾਰ ਨਾਲ ਬੋਲੀ, ਉਹ ਜਿਹੜਾ ਮਾਈ ਦੇ ਘਰੇ ਆਇਆ ਬੰਦਾ ਹੈ, ਉਹ ਤੇਰਾ ਵਿਛੜਿਆ ਬਾਪੂ ਹੈ, ਬੀਰਮ ਦਾਸ। ਹਾਂ, ਬਾਬੇ ਨੇ ਹੋਰ ਕੁਝ ਨਾ ਸੁਣਿਆ। ਇੱਕਦਮ ਰਾਮ ਪਿਆਰੀ ਦੇ ਪੈਰਾਂ 'ਚ ਡਿੱਗ ਪਿਆ, ਜਿਵੇਂ ਕੋਈ ਭਗਤ ਦੇਵੀ ਦੇ ਚਰਨਾਂ ਦੀ ਧੂੜ ਲੈ ਰਿਹਾ ਹੋਵੇ। ਰਾਮ ਪਿਆਰੀ ਨੇ ਬੈਠਾ ਕੀਤਾ, ਖੁਸ਼ੀ 'ਚ ਝੂਮਦੀ ਨੇ ਆਖਿਆ, ਹਾਂ ਬਾਬਾ, ਇਹ ਅਸਲ ਸੱਚ ਹੈ। ਆਜਾ ਛੇਤੀ ਕਰ, ਦਰਸ਼ਨ ਕਰਾਵਾਂ ਤੇਰੇ ਅਸਲ ਸੱਚ ਦੇ। ਬਾਬਾ ਕੁਟੀਆ ਝਪੱਟ ਛੱਡ ਕੇ ਰਾਮ ਪਿਆਰੀ ਦੇ ਮਗਰ ਹੋ ਤੁਰਿਆ। ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ। ਉਧਰ ਬੇਬੇ ਆਤਮੀ ਨੇ ਕਈ ਵਿੰਗ ਵਲੇਵੇਂ ਪਾ ਕੇ ਬੀਰਮ ਦਾਸ ਦੇ ਮਨ ਅੰਦਰ ਉਪਜੀ ਅਸਲੀਅਤ ਤੋਂ ਪਰਦਾ ਹਟਾ ਦਿੱਤਾ। ਹਾਂ ਵੀਰਾ, ਇਹੋ ਤੇਰਾ ਜਗਨੀ ਹੈ ਜਿਹੜਾ ਸਾਡੇ ਲਈ ਵੈਦ ਬਾਬਾ ਹੈ। ਉਹੀਓ ਹੋਈ ਜੇ ਤੋਂ ਉਹ ਡਰਦੀਆਂ ਸਨ। ਬੀਰਮ ਦਾਸ ਜ਼ਿਆਦਾ ਖੁਸ਼ੀ ਦੇ ਦਬਾਅ 'ਚ ਅਚੇਤ ਹੋ ਕੇ ਡਿੱਗ ਪਿਆ। ਇੰਨੇ 'ਚ ਜਗਨ ਦਾਸ ਨੇ ਆਪਣੀ ਬੇਸੁਰਤ ਪਿਓ ਦੀ ਛਾਤੀ ਤੇ ਸਿਰ ਰੱਖਤਾ। ਹੁਣ ਪਾਣੀ ਦੀ ਲੋੜ ਨਹੀਂ ਸੀ। ਪੁੱਤ ਦੇ ਹੰਝੂ ਬਾਪੂ ਦੀ ਛਾਤੀ ਨੂੰ ਗਿੱਲਾ ਕਰ ਰਹੇ ਸਨ। ਲਹੂ ਪਿਘਲ ਰਿਹਾ ਸੀ। ਕਾਇਨਾਤ ਖਲੋ ਗਈ। ਦੋ ਸਰੀਰਾਂ ਅੰਦਰ ਗਰਮੀ ਦਾ ਸੰਚਾਰ ਹੋਇਆ। ਚੇਤਨਾ ਵਾਪਸ ਮੁੜੀ। ਅੱਤ ਪਿਆਰ ਦਾ ਸਾਗਰ ਉਮੜ ਪਿਆ। ਤਿੰਨੋਂ ਜਣੀਆਂ ਇਸ ਚਿਰ ਵਿਛੁੰਨੀਆਂ ਰੂਹਾਂ ਦੇ ਮਿਲਾਪ ਵਾਲੇ ਦ੍ਰਿਸ਼ ਦਾ ਸਵਾਦ ਮਾਣ ਰਹੀਆਂ ਸਨ। ਐਸੇ ਭਾਗਾਂ ਵਾਲੇ ਦਿਨ ਇਸ ਨਗਰ 'ਚ ਆਉਂਦੇ ਰਹਿਣ। ਹੇ ਰੱਬਾ, ਤੇਰਾ ਲੱਖ ਲੱਖ ਸ਼ੁਕਰ ਹੈ, ਤੈਂ ਚਿਰਾਂ ਤੋਂ ਵਿਛੜੇ ਬਚੜੇ ਨੂੰ ਆਪਦੇ ਬਾਪ ਨਾਲ ਮਿਲਾ ਦਿੱਤਾ। ਆਤੀ ਬੇਬੇ ਨੇ ਦੁਪੱਟੇ ਦੀ ਝੋਲੀ ਉੱਪਰ ਵੱਲ ਫੈਲਾ ਕੇ ਖੁਸ਼ੀ ਜ਼ਾਹਰ ਕੀਤੀ। ਬੀਰਮ ਦਾਸ ਆਪਣੇ ਪੁੱਤ ਦੇ ਘਰ ਚਲਾ ਗਿਆ। ਮਾਹੀ ਨੂੰ ਹੁਣ ਫੇਰ ਤੋਂ ਇਕੱਲਿਆਂ ਰਹਿ ਜਾਣ ਦਾ ਪੂਰਾ ਗਮ ਨਹੀਂ ਸੀ, ਸਗੋਂ ਕੁਦਰਤ ਦੇ ਅਪਾਰ ਕ੍ਰਿਸ਼ਮੇ ਪ੍ਰਤੀ ਉਹਦਾ ਰੋਮ ਰੋਮ ਧੰਨਵਾਦੀ ਸੀ। ਆਪੇ ਆਉਣਗੇ ਮੇਮਣੇ ਚਰ ਕੇ, ਪ੍ਰਭੂ ਤੇ ਰੱਖ ਡੋਰੀਆਂ। ਪਾਠ 28ਵਾਂ। ਮਨੁੱਖ ਹਮੇਸ਼ਾ ਆਪਣੇ ਦਿਮਾਗ ਮਗਰ ਲੱਗ ਕੇ ਸੋਚੇ ਤੇ ਮਨ ਚਾਹੀ ਵਸਤੂ ਦੀ ਪ੍ਰਾਪਤੀ ਕਰ ਲਏ, ਅਜਿਹਾ ਹਮੇਸ਼ਾ ਨਹੀਂ ਵਾਪਰਦਾ। ਬਹੁਤੀਆਂ ਇੱਛਾਵਾਂ ਦਾ ਦਿਲ ਨਾਲ ਕਰੀਬੀ ਰਿਸ਼ਤਾ ਹੁੰਦਾ ਹੈ। ਪਿਆਰ, ਜਜ਼ਬਾਤ ਤੇ ਅਹਿਸਾਸ ਵਰਗੇ ਮਸਲੇ ਹਮੇਸ਼ਾ ਦਿਲ ਨਾਲ ਸੋਚੇ ਜਾਂਦੇ ਹਨ। ਦਿਲਾਂ ਦੀਆਂ ਹੁੱਕਾਂ, ਹੌਕਿਆਂ, ਹਾਵਿਆਂ ਨਾਲ ਨਿਭਦੇ ਹਨ। ਦਿਮਾਗ 'ਚੋਂ ਪਦਾਰਥਕ ਲਾਲਚ ਨੂੰ ਪੂਰਾ ਕਰਨ ਦੀਆਂ ਯੋਜਨਾਵਾਂ ਉਪਜਦੀਆਂ ਹਨ। ਦਿਲਾਂ ਰਾਹੀਂ ਸੁਪਨੇ ਸਿਰਜੇ ਜਾਂਦੇ ਹਨ। ਦਿਲ ਧੱਕੜ ਹੁੰਦਾ ਹੈ, ਦਿਮਾਗ ਮੌਕਾ ਪ੍ਰਸਤ। ਭਾਵੇਂ ਦਰਸ਼ਨ ਦਾ ਮਨ ਮੋਏ ਮਿੱਤਰਾਂ ਦੇ ਗਮ 'ਚੋਂ ਚਾਟ ਹੋ ਗਿਆ ਸੀ, ਆਖਰ ਹੈ ਤਾਂ ਇੱਕ ਸਮਾਜਿਕ ਜੀਵ ਸੀ। ਪਿੱਛੇ ਬਚਦੇ ਆਪਣਿਆਂ ਤੋਂ ਨਹੀਂ ਟੁੱਟਿਆ ਜਾ ਸਕਦਾ। ਲੋਕਾਂ 'ਚ ਰਹਿਣਾ ਤਾਂ ਕੁਝ ਦੇਣਾ ਪੈਂਦਾ ਹੈ। ਆਪਣਾ ਕੁਝ ਖਾਸ ਵੀ ਕਈ ਵਾਰ ਤਿਆਗਣਾ ਪੈਂਦਾ ਹੈ। ਸਮਾਜਿਕ ਭਾਵਨਾਵਾਂ ਦਾ ਖਿਆਲ ਕਰਕੇ ਆਪਣੇ ਨਿੱਜ ਨੂੰ ਮਾਰਨਾ ਪੈ ਸਕਦਾ ਹੈ। ਨਾਲੋਂ ਆਪਣੇ ਭਰਾ ਭਰਜਾਈ ਭੂਆ ਮਾਹੀ ਹੋਰਾਂ ਨਾਲ ਦਿਲੋਂ ਜੁੜਿਆ ਹੋਇਆ ਸੀ। ਇਹਨਾਂ ਦੇ ਮੋਹ ਪਾਸ਼ ਤੋਂ ਮੁਨਕਰ ਕਿਵੇਂ ਹੁੰਦਾ? ਇਹ ਅਸੰਭਵ ਗੱਲ ਸੀ। ਪੀਤੋ ਦੇ ਲਾਏ ਦੁੱਖ ਨੂੰ ਹੌਲਿਆਂ ਕਰਨ ਦਾ ਕੁਦਰਤੀ ਰਾਹ ਵੀ ਇਹੋ ਸੀ ਕਿ ਦੁੱਖ ਨੂੰ ਢਾਲ ਕੇ ਕੋਈ ਹੋਰ ਸ਼ਕਲ ਦੇ ਦਿੱਤੀ ਜਾਏ। ਆਪਣੀ ਭੈਣ ਦੀ ਮੌਤ ਤੋਂ ਬਾਅਦ ਸਤਨਾਮ ਕੌਰ ਦਰਸ਼ਨ ਦੇ ਭਵਿੱਖ ਬਾਰੇ ਚਿੰਤਤ ਰਹਿਣ ਲੱਗੀ। ਜੇ ਪ੍ਰੀਤੋ ਮਰ ਗਈ ਤਾਂ ਮਰਿਆਂ ਨਾਲ ਤਾਂ ਨਹੀਂ ਮਰਨਾ। 2 ਪਿੰਡ ਦੀ ਜਾਇਦਾਦ ਹੈ, ਆਪਣਾ ਘਰ ਸਾਂਭਣ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ ਨਾ। ਐ ਮਨ ਮਾਰ ਕੇ ਨਹੀਂ ਸਰਦਾ। ਕਿਉਂ ਸਾਨੂੰ ਦੁੱਖ ਦਿੰਦਾ, ਨਾਲੇ ਆਪ ਦੁਖੀ ਹੁੰਦਾ। ਤੁਹਾਨੂੰ ਕਾਹਦਾ ਦੁੱਖ ਦਿੰਦਾ ਜਦੋਂ ਮੇਰਾ ਕਿਧਰੇ ਮਨ ਨਹੀਂ ਮੰਨਦਾ? ਫੇਰ ਦੱਸ ਮੈਂ ਕੀ ਕਰਾਂ, ਕਿੱਧਰ ਜਾਵਾਂ? ਦਰਸ਼ੀ ਖਿੱਝ ਕੇ ਆਖਦਾ, ਮਰੀ ਤਾਂ ਮੇਰੀ ਵੀ ਹੈ। ਅੰਮਾ ਜਾਈ ਨਿੱਕੀ ਭੈਣ, ਕੀ ਉਹ ਮਰ ਕੇ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਗਈ? ਮੈਂ ਆਪਣਾ ਮਾਂ-ਬਾਪ ਦਾ ਸਹਾਰਾ ਬਣਾ ਜਾਂ ਤੇਰੇ ਇਸ ਘਰ ਨੂੰ ਸਾਂਭਣ ਦੀ ਜ਼ਿੰਮੇਵਾਰੀ ਓਟਾਂ? ਮੇਰੇ ਲਈ ਕੋਈ ਰਾਹ ਦੱਸ, ਮੈਂ ਕਿੱਧਰ ਜਾਵਾਂ? ਤੂੰ ਤਾਂ ਦੇ ਦਿੱਤਾ ਛਿੱਤਰ ਵਰਗਾ ਜਵਾਬ। ਆ ਜਵਾਕਾਂ ਵਾਲੀ ਅੜੀ ਛੱਡ, ਮੇਰਾ ਪੁੱਤ ਬਣ ਕੇ। ਅਸਲ ਮੇ ਤਾਂ ਮੇਰ
ਇਹ ਵੀ ਪੁੰਨ ਦਾ ਕੰਮ ਹੈ, ਨਾਲੇ ਭੂਆ ਸੀਸਾਂ ਦਿਓ। ਸੁਲਤਾਨਪੁਰ ਜਾਂਦਾ ਤਾਂ ਜਲ ਕੌਰ ਅੰਨੇ ਬਹਾਨੇ ਆਪਣੇ ਅਣਹੋਏ ਪੁੱਤ ਦੀ ਬੇਕਾਰ ਮੌਤ ਦੇ ਦੁਖੜੇ ਰੋਂਦੀ। ਮੇਰ ਦੇ ਬਿਨ ਵਿਆਹੀ ਮਾਂ ਬਣ ਜਾਣ ਉਪਰੰਤ ਪੈਦਾ ਹੋਈ ਤਰਸਯੋਗ ਹਾਲਤ ਦਾ ਰੋਣਾ ਲੈ ਕੇ ਬਹਿ ਜਾਂਦੀ। ਕੁੱਲ ਮਿਲਾ ਕੇ ਭੂਆ ਤੇ ਭਰਜਾਈ ਦੇ ਸਿੱਧੇ ਅਸਿੱਧੇ ਇਸ਼ਾਰਿਆਂ ਦਾ ਕੇਂਦਰ ਬਿੰਦੂ ਦਰਸ਼ੀ ਤੇ ਮੇਰ ਹੁੰਦੇ। ਉਹਨਾਂ ਦੀਆਂ ਗੱਲਾਂ ਕੇਵਲ ਕਹਿਣ ਨਾਲ ਸੀਮਤ ਨਹੀਂ ਸਨ, ਇਹ ਦੋਹਾਂ ਘਰਾਂ ਦੀ ਅਹਿਮ ਜ਼ਰੂਰਤ ਬਣ ਗਈਆਂ। ਦਰਸ਼ਨ ਸਾਰਾ ਕੁਝ ਦੇਖਦਾ, ਸਮਝਦਾ, ਮਹਿਸੂਸ ਕਰਦਾ ਸੀ। ਮਨ ਦਾ ਵਹਿਣ ਹਾਲੇ ਕਾਬੂ ਨਹੀਂ ਸੀ ਆਇਆ। ਦੋ ਚਿੱਤੀਆਂ ਕਈ ਸਨ। ਪ੍ਰੀਤੋ ਦੀ ਅਣਭੋਲ ਚਾਹਤ ਦੀ ਮੌਤ ਦਾ ਸੋਗ ਕਿਵੇਂ ਘੱਟ ਨਹੀਂ ਸੀ ਰਿਹਾ। ਮੇਰੀ ਇੱਕ ਮਜ਼ਲੂਮ ਔਰਤ ਸੀ ਜਿਹਦਾ ਕਸੂਰਵਾਰ ਉਹਦਾ ਭੂਆ ਦਾ ਪੁੱਤ ਭਰਾ ਸੀ। ਮੇਹਰ ਪ੍ਰਤੀ ਦਰਸ਼ਨ ਦੇ ਮਨ ਅੰਦਰ ਤਰਸ ਦੀ ਹੱਦ ਤੱਕ ਆਦਰ ਭਾਵ ਸੀ। ਗੰਢ ਚਿਤਰਾਵੇ ਬਾਰੇ ਕਦੀ ਸੋਚਿਆ ਤੱਕ ਨਹੀਂ। ਉਧਰੋਂ ਮਾਹੀ ਦੀ ਦੋਸਤੀ ਇੱਟ ਵਰਗੀ ਪੱਕੀ ਸੀ, ਜੋ ਬੜੀ ਸ਼ਾਨ ਨਾਲ ਨਿਭ ਰਹੀ ਸੀ। ਪਿਆਰ, ਸਤਿਕਾਰ, ਯਕੀਨ ਸਾਰਾ ਕੁਝ ਸੀ। ਇਸ ਤਕੋਣ ਚੋਂ ਨੂੰ ਮਾਹੀ ਦਾ ਪਲੜਾ ਭਾਰੀ ਲੱਗਦਾ। ਮਾਹੀ ਦੀ ਦਰਸ਼ਨ ਨਾਲ ਦੋਸਤੀ ਆਹਿਸਤਾ ਆਹਿਸਤਾ ਕੋਮਲ, ਨਿੱਘੇ, ਪਿਆਰੇ ਅਹਿਸਾਸ ਵਜੋਂ ਵੱਧ ਰਹੀ ਸੀ। ਮਾਹੀ ਇਸ ਨੇੜਤਾ ਤੋਂ ਅਵੇਸਲੀ ਨਹੀਂ ਸੀ। ਉਹ ਖੁਦ ਦੋ ਚਿੱਤੀ ਦਾ ਸ਼ਿਕਾਰ ਸੀ। ਦਰਸ਼ਨ ਨੂੰ ਛੱਡ ਨਹੀਂ ਸਕਦੀ ਤੇ ਮਿਹਰ ਉਹਦੇ ਦਿਲ ਲਈ ਵੱਡੀ ਕਮਜ਼ੋਰੀ ਸੀ। ਜ਼ਿੰਦਗੀ ਪ੍ਰਤੀ ਉਦਾਸੀਨ ਮਿਹਰ ਦੀ ਪਹਾੜ ਜਿਹੜੀ ਉਮਰ ਦਾ ਖਿਆਲ ਡਰਾਉਣ ਲੱਗਿਆ। ਜ਼ਿੰਦਗੀ ਦਾ ਖਲਾ ਚੰਗੇ ਸਾਥੀ ਨਾਲ ਸੌਖਿਆ ਪੂਰਿਆ ਜਾ ਸਕਦਾ ਸੀ। ਮਿਹਰ ਲਈ ਚੰਗਾ ਸਾਥੀ ਲੱਭਣਾ ਉਹਦੀ ਜ਼ਿੰਮੇਵਾਰੀ ਹੋ ਗਈ। ਅਭਾਗੀ ਲਈ ਭਾਗ ਲੱਭਣੇ ਮਕਸਦ ਬਣ ਗਿਆ। ਦਰਸ਼ੀ ਦੀ ਬੇਚਾਰਗੀ ਨੂੰ ਘਰਦਿਆਂ ਦੀਆਂ ਇੱਛਾਵਾਂ ਤੇ ਨਸੀਹਤਾਂ ਨੇ ਘੇਰਾ ਪਾਇਆ ਹੋਇਆ ਸੀ, ਜਿਸ ਤੋਂ ਪਾਰ ਪਾ ਸਕਣ ਦਾ ਰਸਤਾ ਕੇਵਲ ਮਾਹੀ ਦੇ ਘਰ ਤੱਕ ਜਾ ਕੇ ਮੁੱਕ ਜਾਂਦਾ। ਕਾਜ਼ੀ ਦੌੜ ਮਸੀਤਾਂ ਤਾਈਂ, ਸਕੂਨ ਲੱਭਦਾ ਮਾਹੀ ਵੱਲ ਦੌੜਦਾ। ਮਾਹੀ ਨੂੰ ਖੁਦ ਉਹਦੀ ਉਡੀਕ ਰਹਿੰਦੀ, ਹਮੇਸ਼ਾ ਆਪਣੇ ਪੰਥ ਦਾ ਖਿਆਲ ਸਤਾਉਂਦਾ ਰਹਿੰਦਾ। ਉਂਝ ਦਰਸ਼ੀ ਨਾਲ ਨੇੜਤਾ ਤੋਂ ਕਈ ਵਾਰ ਡਰ ਲੱਗਦਾ। ਬੇਸ਼ੱਕ ਉਹਨੇ ਆਪਣੇ ਮੱਥੇ ਉੱਤੇ ਲੱਗੇ ਕਲੰਕਾਂ ਦੀ ਕਾਲਖ ਨੂੰ ਆਪਣੇ ਸਾਫ਼ ਸੁਥਰੇ ਵਰਤਾਰੇ, ਲੋਕ ਮੋਹ ਤੇ ਸਤਿਕਾਰ ਸਦਕਾ ਧੋ ਸੁੱਟਿਆ ਸੀ। ਲੋਕਾਂ ਨੂੰ ਆਪਣਾ ਉੱਜਲ ਚਿਹਰਾ ਦਿਖਾਉਣ ਦੇ ਕਾਬਿਲ ਹੋ ਗਈ। ਫਿਰ ਵੀ ਉਹਦੇ ਆਪਣੇ ਮਨ ਅੰਦਰਲੇ ਚੋਰ ਅਨੁਸਾਰ ਉਹ ਇੱਕ ਝੂਠੀ ਔਰਤ ਸੀ, ਮੱਦੀ ਦੀ ਅਸਲ ਕਾਤਲ ਵੀ। ਇਸ ਤੋਂ ਪਹਿਲਾਂ ਕਿ ਦਰਸ਼ਨ ਲਈ ਪਿਆਰ ਤੇ ਦੋਸਤੀ ਖਲਕਤ ਦੀਆਂ ਨਜ਼ਰਾਂ 'ਚ ਖੋਟ ਬਣ ਜਾਏ, ਉਹ ਦਰਸ਼ਨ ਨੂੰ ਮਿਹਰ ਵਾਸਤੇ ਸਾਂਭ ਕੇ ਰੱਖਣਾ ਚਾਹੁੰਦੀ ਸੀ। ਦਰਸ਼ਨ ਮਿਹਰ ਲਈ ਵਧੀਆ ਸਾਥੀ ਹੋ ਸਕਦਾ ਹੈ, ਇਹ ਵਿਚਾਰ ਮਾਹੀ ਦੇ ਦਿਲ 'ਚ ਘਰ ਕਰ ਗਿਆ। ਉਹਨੂੰ ਦਰਸ਼ਨ ਦੀ ਦੋਸਤੀ ਉੱਤੇ ਮਾਣ ਸੀ। ਲੱਗਦਾ ਸੀ ਦੋਸਤ ਉਹਦੀ ਗੱਲ ਨਹੀਂ ਮੋੜੇਗਾ। ਦੂਜੇ ਪਾਸੇ ਉਹਨੂੰ ਮਿਹਰ ਦੀ ਭਲਾਈ ਪ੍ਰਤੀ ਲਾਲਚੀ ਹੋਣ ਦਾ ਇਲਜ਼ਾਮ ਝੱਲਣਾ ਪੈਣਾ ਸੀ। ਇਹਦਾ ਮਤਲਬ ਹੋਇਆ ਦਰਸ਼ਨ ਨਾਲ ਦੋਸਤੀ ਉਹਨੇ ਕਿਸੇ ਖਾਸ ਲਾਲਚ ਖਾਤਰ ਬਣਾਈ। ਇਸੇ ਉਧੇੜ ਬੁਣ ਉਲਝੀ ਸੋਚ ਰਹੀ ਸੀ ਕਿ ਦਰਸ਼ਨ ਆ ਗਿਆ। ਦੇਖ ਕੇ ਮਾਈ ਫੁੱਲ ਵਾਂਗ ਖਿੜ ਉੱਠੀ। ਆਪਣੇ ਆਪਣੇ ਹਿਸਾਬ ਤੋਂ ਦੋਵੇਂ ਬੇਚੈਨ ਵਿਅਕਤੀ ਕਿਵੇਂ ਮਿਲੇ, ਅੰਦਾਜ਼ਾ ਲਗਾ ਲੈਣਾ ਆਸਾਨ ਹੋ ਸਕਦਾ ਹੈ। ਦੋਵੇਂ ਇੱਕ ਦੂਜੇ ਨੂੰ ਕੁਝ ਆਖਣਾ ਚਾਹੁੰਦੇ ਸਨ। ਦੋਸਤੀ 'ਚ ਕੋਈ ਪਰਦਾ ਨਹੀਂ ਹੁੰਦਾ, ਕੋਈ ਸੰਗ ਸੰਕੋਚ ਵੀ ਨਹੀਂ। ਸੋ ਪਹਿਲ ਮਾਹੀ ਨੇ ਕੀਤੀ। ਦਰਸ਼ਨ, ਤੂੰ ਮੈਨੂੰ ਕਿਤੇ ਗਲਤ ਨਾ ਸਮਝ ਬੈਠੇ। ਮੈਂ ਤੇਰੀ ਮਿੱਤਰਤਾ ਉੱਤੇ ਫਖਰ ਕਰ ਸਕਦੀ ਹਾਂ। ਨਿਰਮੋਹੀ ਬਿਲਕੁਲ ਨਹੀਂ, ਤੇਰੀ ਖੁਸ਼ੀ 'ਚ ਮੇਰੀ ਖੁਸ਼ੀ ਹੈ। ਪਰ ਹੁਣ ਕਈ ਦਿਨਾਂ ਤੋਂ ਮੇਰੇ ਅੰਦਰ ਇੱਕ ਖੋਟ ਆ ਗਿਆ। ਦੋਸਤੀ ਦਰਮਿਆਨ ਲਾਲਚ ਦੀ ਕੰਧ ਉਸਰਦੀ ਲੱਗ ਰਹੀ ਹੈ। ਦੁਰਾਹੇ ਤੇ ਖੜ ਗਈਆਂ। ਠੀਕ ਰਾਹ ਤੂੰ ਦੱਸ ਸਕਦਾ। ਦਰਸ਼ਨ ਸੋਚੀ ਪੈ ਗਿਆ। ਮਾਹੀ, ਮੈਂ ਤੈਨੂੰ ਦਿਲੋਂ ਪਿਆਰ ਕੀਤਾ। ਇਹ ਸਾਥ ਕੱਚ ਘਰੜ ਨਹੀਂ, ਨਾ ਗਰਜਾਂ ਦੇ ਸਹਾਰੇ ਖੜਾ। ਯਕੀਨ ਬਣ, ਮੈਂ ਤੇਰੇ ਸਰੀਰ ਦਾ ਲਾਲਚੀ ਕਦਾਚਿਤ ਨਹੀਂ। ਮੈਨੂੰ ਪਤਾ ਹੈ ਤੂੰ ਮੇਰੇ ਇੱਕ ਇਸ਼ਾਰੇ ਉੱਪਰ ਕੁਰਬਾਨ ਹੋ ਸਕਦੀ ਹੈ। ਮੈਨੂੰ ਮਾਣ ਹੈ ਤੇਰੇ ਉੱਤੇ, ਤੇਰੀ ਹਰ ਅਦਾ ਉੱਤੇ। ਰੱਬ ਦੇ ਵਾਸਤੇ ਜੋ ਆਖਣਾ ਨਿਧੜਕ ਹੋ ਕੇ ਆਖ, ਜੋ ਮੰਗਣਾ ਹੈ ਬੇਫਿਕਰ ਹੋ ਕੇ ਮੰਗ। ਮੇਰਾ ਤਨ, ਮਨ, ਧਨ ਸਭ ਤੇਰਾ, ਮੇਰਾ ਆਪਣਾ ਕੁਛ ਨਹੀਂ। ਮਾਹੀ ਦੀ ਝਿਜਕ ਘਟ ਗਈ। ਅਸਲ ਗੱਲ ਆਖਣ ਦਾ ਹੌਸਲਾ ਬਟੋਰਦਿਆਂ ਬੋਲੀ, ਸੋਚ ਲੈ ਦਰਸ਼ਨ, ਮੇਰੀ ਮੰਗ ਤੇਰੇ ਕੋਮਲ ਹਿਰਦੇ ਉੱਤੇ ਹੋਰ ਸੱਟ ਮਾਰਨ ਵਾਲੀ ਵੀ ਹੋ ਸਕਦੀ ਹੈ। ਤੇਰੇ ਉੱਪਰ ਮੇਰਾ ਜ਼ੋਰ, ਆਪਣੀ ਦੋਸਤੀ ਦਾ ਜ਼ੋਰ ਚੱਲ ਸਕਦਾ ਹੈ, ਪਰ ਮੈਂ ਉਸ ਜ਼ੋਰ ਸਹਾਰੇ ਨਹੀਂ ਕਹਿ ਰਹੀ। ਨਿਮਾਣੀ ਲੋੜਵੰਦ ਮੰਗਤੀ ਖੈਰ ਮੰਗ ਰਹੀ ਹਾਂ। ਮੈਨੂੰ ਮੇਰੀ ਗਰਜ਼ ਦੀ ਭੀਖ ਦੇ ਸਕਦਾ ਤਾਂ ਇਕਰਾਰ ਕਰ। ਆਖ ਕੇ ਮਾਹੀ ਚੋਰਾਂ ਵਾਂਗ ਨੀਵੀਂ ਪਾ ਕੇ ਬੈਠ ਗਈ। ਓਏ ਬੱਲੇ, ਇਹਦਾ ਮਤਲਬ ਹੈ ਤੂੰ ਹਾਲੇ ਤੀਕ ਦਰਸ਼ਨ ਨੂੰ ਪਰਖ ਨਹੀਂ ਸਕੀ। ਤੇਰੇ ਹੱਥੋਂ ਪੱਥਰ ਮਾਰਿਆ ਵੀ ਫੁੱਲ ਵਰਗਾ ਲੱਗਣਾ। ਮੈਂ ਜਾਣਦਾ ਤੇਰੇ ਪਾਸ ਕੋਈ ਪੱਥਰ ਹੈ ਵੀ ਨਹੀਂ, ਕੇਵਲ ਫੁੱਲ ਹੀ ਫੁੱਲ ਨੇ। ਮੈਂ ਤੈਨੂੰ ਕੁਛ ਦੇ ਸਕਾਂ ਇਹ ਮੇਰੀ ਔਕਾਤ ਨਹੀਂ। ਤੂੰ ਬੇਫਿਕਰ ਹੋ ਕੇ ਆਖ ਕੀ ਚਾਹੀਦਾ। ਮਾਹੀ ਦਾ ਦਿਲ ਪਸੀਜ ਗਿਆ ਦਰਸ਼ਨ ਦੇ ਬੇਬਾਕ ਬੋਲਾਂ ਉੱਤੇ। ਮੇਰ ਦਾ ਪੇਕਾ ਹੋਣ ਕਰਕੇ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਉਸ ਲਈ ਖੁਸ਼ੀਆਂ ਲੱਭ ਕੇ ਦਿੰਦੀ। ਬੜੇ ਮਾੜੇ ਹਾਲਾਤ ਹੰਢਾਏ ਵਿਚਾਰੀ ਨੇ। ਤੇਰੇ ਕੋਲੋਂ ਉਹਦੀਆਂ ਖੁਸ਼ੀਆਂ ਦੀ ਭੀਖ ਮੰਗਦੀਆਂ। ਰੱਬ ਦਾ ਵਾਸਤਾ ਹੈ, ਅਪਣਾ ਲੈ ਮੇਰੀ ਦੁਖਿਆਰੀ ਭੈਣ ਨੂੰ। ਉਹਦੀ ਘੁੰਮਣ ਘੇਰੀ 'ਚ ਫਸੀ ਬੇੜੀ ਨੂੰ ਪਤਨਾ ਉੱਤੇ ਲਗਾ ਦੇ।
ਮੈਥੋਂ ਉਹਦਾ ਦੁੱਖ ਦੇਖਿਆ ਨਹੀਂ ਜਾਂਦਾ। ਆਖ ਕੇ ਮਾਹੀ ਨੇ ਦਰਸ਼ਨ ਦੇ ਪੈਰਾਂ 'ਚ ਆਪਣੀ ਚੁੰਨੀ ਰੱਖਤੀ। ਦਰਸ਼ਨ ਹੱਕਾ ਬੱਕਾ ਬੇਜਾਨ ਜਿਹਾ ਹੋ ਕੇ ਖੜਾ ਰਿਹਾ। ਉਹਨੇ ਪੈਰਾਂ 'ਚੋਂ ਦੁਪੱਟਾ ਚੁੱਕਿਆ, ਮਾਹੀ ਦੇ ਸਿਰ ਤੇ ਦੇ ਦਿੱਤਾ। ਦੋਸਤੀ ਇਉਂ ਨਹੀਂ ਪਰਖੀ ਜਾਂਦੀ। ਭੀਖ ਮੰਗਣਾ ਦੋਸਤੀ ਉੱਤੇ ਕਲੰਕ ਹੈ। ਇੱਥੇ ਹੁਕਮ ਪੁੱਗਦਾ, ਦੋਸਤ ਦਾ ਮਾਣ ਪੁੱਗਦਾ। ਆਖਦਿਆਂ ਦਰਸ਼ਨ ਦੇ ਆਪ ਮੁਹਾਰੇ ਪੋਟੇ ਰੋਂਦੀ ਮਾਹੀ ਦੇ ਚਿਹਰੇ ਤੇ ਫਿਰਨ ਲੱਗੇ। ਇਹੋ ਧਰਵਾਸ ਦਰਸ਼ਨ ਵੱਲੋਂ ਹਾਂ ਦਾ ਸੂਚਕ ਸੀ। ਮਿੱਤਰਾਂ ਨੇ ਫੁੱਲ ਮੰਗਿਆ, ਅਸਾਂ ਬਾਗ ਹਵਾਲੇ ਕੀਤਾ। ਦਰ ਪ੍ਰਵਾਨ ਹੋਈ। ਖੁਸ਼ੀ ਦੇ ਚਾਅ 'ਚ ਆਈ ਮਾਹੀ ਪਾਗਲਾਂ ਵਾਂਗ ਦਰਸ਼ੀ ਨੂੰ ਚਿੰਬੜ ਗਈ, ਜਿੱਤੋਂ ਦਰਸ਼ਨ ਅਣਭਿੱਜ ਨਾ ਰਹਿ ਸਕਿਆ। ਰੱਜ ਕੇ ਪਿਆਰ ਕੀਤਾ ਦੋ ਆਤਮਾਵਾਂ ਨੇ, ਤਸੱਲੀਆਂ ਵੀ ਦਿੱਤੀਆਂ। ਚਲੋ ਇੱਕ ਧੋਖਾ ਇਹ ਵੀ ਖਾ ਕੇ ਦੇਖਾਂਗੇ ਤੇਰੀ ਰਜ਼ਾ 'ਚ, ਸੋਚ ਕੇ ਦਰਸ਼ਨ ਨੇ ਮਾਹੀ ਦੀਆਂ ਹੰਝੂਆਂ ਭਰੀਆਂ ਅੱਖਾਂ ਦੇ ਅਨੇਕਾਂ ਚੁੰਮਣ ਲਏ, ਜਿਵੇਂ ਉਹਦੀ ਸਾਰੀ ਵੇਦਨਾ ਚੁੰਮਣਾ ਨਾਲ ਇੱਕੋ ਸਾਹ ਢੀਕ ਲਾ ਕੇ ਪੀ ਜਾਣਾ ਚਾਹੁੰਦਾ ਹੋਵੇ। ਦਿਲਾਂ ਅੰਦਰ ਕੁਰਬਾਨੀ ਦੀ ਸੁੱਚਤਾ ਦਾ ਅਹਿਸਾਸ ਵੱਡਾ ਹੋ ਰਿਹਾ ਸੀ। ਸੁੱਚੇ ਆਦਰਸ਼ਾਂ ਦਾ ਅਣਤੁਲਵਾਂ ਮੁੱਲ ਸਸਤੇ ਭਾਅ ਲੁਟਾਇਆ ਜਾ ਰਿਹਾ ਸੀ। ਦੋਸਤੀ ਦੀ ਬੁਨਿਆਦ ਹੋਰ ਪੱਕੀ ਹੋ ਗਈ। ਬਣ ਤੋਂ ਬਣ ਬੱਕਰੀ, ਜੱਟ ਬਣਦਾ ਤੂਤ ਦਾ ਡਣ। ਪਾਠ 29। ਸਾਡੇ ਸੱਭਿਆਚਾਰ 'ਚ ਖੂਹ ਟੋਭਿਆਂ ਦੀ ਬੜੀ ਮਹੱਤਤਾ ਰਹੀ ਹੈ। ਜਲ ਮਿਲਿਆ ਪਰਮੇਸ਼ਰ ਮਿਲਿਆ ਵਾਲੀ ਕਹਾਵਤ ਅਨੁਸਾਰ ਪਾਣੀ ਪ੍ਰਾਣੀਆਂ ਲਈ ਜੀਵਨ ਸਰੋਤ ਹੈ। ਅੱਗੋਂ ਪਾਣੀ ਦਾ ਸਰੋਤ ਵੀ ਖੂਹ ਟੋਭੇ ਹੀ ਹੁੰਦੇ ਹਨ। ਆਥਣ ਤੜਕੇ ਲੋੜਵੰਦਾਂ ਦੀਆਂ ਟੋਲੀਆਂ ਇਹਨਾਂ ਸਰਬ ਸਾਂਝੇ ਸਥਾਨਾਂ ਵੱਲ ਵਹੀਰਾਂ ਘੱਤ ਦਿੰਦੀਆਂ। ਕੁੜੀਆਂ ਚਿੜੀਆਂ ਪਾਣੀ ਭਰਨ, ਕੱਪੜੇ ਧੋਣ ਜਾਂ ਤਿੱਥ ਤਿਉਹਾਰਾਂ 'ਤੇ ਨਹਾਉਣ ਦੇ ਪੱਜ ਨਾਲ ਇਕੱਠੀਆਂ ਹੁੰਦੀਆਂ। ਆਨੀ ਜੈਕੁਰੇ ਪਾਣੀ ਨੂੰ ਚੱਲੀਏ, ਈਸੋ ਹਾਕਰਾ ਮਾਰੇ। ਖੂਹੀ ਸਾਡੀ ਤੇ ਛੀਂਟ ਲਿਸ਼ਕਦੀ, ਇੱਕੋ ਦਾਣਾ ਲਾਈਏ। ਖੱਟੀਆਂ ਜੁੱਤੀਆਂ ਲਹਿੰਗੇ ਕਿਰਮਚੀ, ਉੱਤੇ ਬਦਾਮੀ ਚਾਹੀਏ। ਜਿਸ ਘਰ ਦਿਓਰ ਨਹੀਂ, ਨਿਜ ਮੁਕਲਾਵੇ ਜਾਈਏ। ਜ਼ਮਾਨੇ ਭਰ ਦੀਆਂ ਖਬਰਾਂ ਨਸ਼ਰ ਹੁੰਦੀਆਂ। ਨਣਦਾਂ ਭਰਜਾਈਆਂ ਦੇ ਚੋਲ ਮੋਲ ਇੱਥੇ ਪ੍ਰਵਾਨ ਚੜ੍ਹਦੇ। ਜਵਾਨੀ ਦੇ ਕੁਆਰੇ ਚਾਅ ਭਖਦੇ ਤੇ ਨਾਲੋਂ ਨਾਲ ਨਿੰਦਿਆ ਚੁਗਲੀ ਦਾ ਝੱਸ ਵੀ ਪੂਰਾ ਕਰਦੀਆਂ। ਝਾਕਾ ਫਾਕਾ ਲੈਣ ਆਏ ਅਖੌਤੀ ਆਸ਼ਕਾਂ ਦਾ ਅੱਖਾਂ ਤੱਤੀਆਂ ਕਰਨ ਦਾ ਭੁੱਸ ਵੀ ਇਹਨਾਂ ਥਾਵਾਂ 'ਤੇ ਪੂਰਾ ਹੁੰਦਾ ਰਿਹਾ। ਦੁਪਹਿਰਾਂ ਵੇਲੇ ਮੱਝਾਂ ਨੂੰ ਛੱਪੜ 'ਚ ਛੱਡ ਕੇ ਪਾਲੀਆਂ ਦਾ ਪੀਲ ਪਲੰਗੜਾ, ਡੰਡਾ ਡੁੱਕ, ਪਿੱਠੂ ਲੱਲੇ ਪਾ ਆਦਿ ਖੇਡਾਂ ਖੇਡਣ ਤੇ ਛੱਪੜ 'ਚ ਤਾਰੀਆਂ ਲਾਉਣ ਦਾ ਚਾਅ ਇੱਥੋਂ ਦੇ ਬਾਬਿਆਂ ਵਰਗੇ ਪਿੱਪਲਾਂ, ਨਿੰਮ, ਬਰੋਟਿਆਂ ਦੀ ਰੱਬ ਵਰਗੀ ਛਾਂ ਹੇਠ ਪ੍ਰਵਾਨ ਚੜ੍ਹਦਾ। ਭਾਵੇਂ ਸਮੇਂ ਦੀ ਤਰੱਕੀ ਨਾਲ ਕੁਝ ਸਜਦੇ ਪੁੱਜਦੇ ਘਰਾਂ ਨੇ ਘਰਾਂ 'ਚ ਖੂਹੀਆਂ ਜਾਂ ਨਲਕੇ ਲਗਵਾ ਲਏ, ਪਰ ਪਸ਼ੂਆਂ ਪਾਲੀਆਂ ਤੇ ਵਿਹਲੜਾਂ ਲਈ ਦਿਨ ਭਰ ਦੀ ਠਾਹਰ ਖਿਦਰੂ ਕੀ ਢਾਬ ਬੜਾ ਵੱਡਾ ਕੇਂਦਰ ਸੀ। ਨਵਾਂ ਖੂਹ ਲੱਗ ਜਾਣ ਨਾਲ ਤੇ ਢਾਬ ਦੇ ਸੋਹਣੀ ਦਿੱਖ ਵਾਲੇ ਤਲਾਅ 'ਚ ਬਦਲਣ ਨਾਲ ਰੌਣਕਾਂ ਵੱਧ ਗਈਆਂ। ਕੁਟੀਆਂ ਵਾਲੇ ਪਾਸਿਓਂ ਉੱਚੇ ਥੜੇ ਦੇ ਉੱਪਰੋਂ ਹੇਠਾਂ ਪਾਣੀ ਤੱਕ ਉਤਰਦੀਆਂ ਪੌੜੀਆਂ ਨੇ ਮਰਦਾਂ ਤੋਂ ਪਰੇ ਹਟ ਕੇ ਨਹਾਉਣ ਧੋਣ ਲਈ ਪਰਦੇ ਦਾ ਕੰਮ ਕੀਤਾ। ਜਨਾਨੀਆਂ ਬੇਫਿਕਰੀ ਨਾਲ ਇਸ ਘਾਟ ਦੀ ਵਰਤੋਂ ਕਰਨ ਲੱਗੀਆਂ। ਇਹ ਘਾਟ ਕੁਟੀਆ ਦੇ ਨਾਲ ਐਨ ਸਟਵਾਂ ਸੀ। ਇਸ ਕੁਟੀਆ 'ਚ ਇੱਕ ਛੈਲ ਛਬੀਲਾ ਛੜਾ ਛੜਾਂਗ ਚਿੱਟ ਕੱਪੜੀਆ ਸਾਧ ਰਹਿੰਦਾ ਸੀ। ਚਾਹੇ ਜਿੰਨਾ ਮਰਜ਼ੀ ਸਾਊ ਹੋਵੇ, ਹੈ ਤਾਂ ਪੱਟੂ ਉਮਰ ਦਾ, ਨਾ ਜਾਣੇ ਕਦੋਂ ਮਨ ਫੁੜਕ ਪਵੇ, ਕੋਈ ਧੀ ਭੈਣ ਹੀ ਤਿਲਕ ਜਾਵੇ। ਲੋਕਾਂ ਦੇ ਵਿਚਾਰ 'ਚ ਆਉਣਾ ਕੁਦਰਤੀ ਸੀ। ਜਦੋਂ ਦਾ ਬੀਰਮਦਾਸ ਕੁਟੀਆ 'ਚ ਆ ਗਿਆ, ਲੋਕਾਂ ਦੀ ਸੰਸਾ ਘਟ ਗਈ। ਘਾਟ ਉੱਪਰ ਔਰਤਾਂ ਦੀ ਆਵਾਜਾਈ ਬਰਾਬਰ ਹੋਣ ਲੱਗੀ। ਰੌਣਕ ਹੋਰ ਵੱਧ ਗਈ। ਸੰਗੋ ਸੰਗੀ ਜਗਨਦਾਸ ਕੁਟੀਆ ਦੀ ਚਾਰ ਦੀਵਾਰੀ ਤੋਂ ਬਾਹਰ ਘੱਟ ਨਿਕਲਦਾ। ਜੇ ਕਿਧਰੇ ਜਾਣਾ ਪੈਂਦਾ ਤਾਂ ਬੜੀ ਸਾਵਧਾਨੀ ਵਰਤਦਾ। ਖਬਰੇ ਘਾਟ ਉੱਤੇ ਤੀਵੀਆਂ ਕਿਸ ਅਵਸਥਾ 'ਚ ਬੈਠੀਆਂ ਹੋਣ। ਉਂਝ ਬਾਬਾ ਚੰਗਾ ਸਾਰੀਆਂ ਨੂੰ ਲੱਗਦਾ। ਪਾਸਲੇ ਪਿੰਡ ਦਾ ਸੀ, ਆਪਣਾ ਤਾਂ ਕੁਝ ਲੱਗਦਾ ਨਹੀਂ ਸੀ। ਕਦੇ ਕਦਾਈ ਲੋਰ ਚਾਈਆਂ ਮੱਛਰੀਆਂ ਤੀਵੀਆਂ ਲਈ ਹਾਸੇ ਠੱਠੇ ਦਾ ਕੇਂਦਰ ਬਣ ਜਾਂਦਾ। ਨੀ ਉਹ ਧੂੰਆਂ ਉੱਠ ਰਿਹਾ ਹੈ, ਲੱਗਦਾ ਬਾਬਾ ਆਪ ਚੁੱਲ੍ਹੇ 'ਚ ਫੂਕਾਂ ਮਾਰਦਾ ਹੋ। ਬੜਾ ਤਰਸ ਆਉਂਦਾ ਬਾਬੇ ਉੱਪਰ। ਜੇ ਇਹ ਗੱਲ ਆ ਤਾਂ ਤੂੰ ਮਾਰਦੇ ਫੂਕਾਂ, ਨਾਲੇ ਘਰੋਂ ਵਿਹਲੀ ਐ। ਇਹਨੂੰ ਕੀ ਆਖਦੀ ਐ? ਤੂੰ ਫੜ ਲੈ ਜਾ ਕੇ ਬਾਬੇ ਦੀ ਬਾਂਹ। ਤੇਰੇ ਉਸ ਨਲੀ ਚੋਚ ਜਿਹੇ ਆਦਮੀ ਨਾਲੋਂ ਤਾਂ 100 ਗੁਣਾ ਚੰਗਾ। ਚਾਹੇ ਕੁਛ ਮਰਜ਼ੀ ਆਖੋ, ਬਾਬਾ ਹੈ ਤਾਂ ਔਖਾ ਵਿਚਾਰਾ, ਨਾਲੇ ਸਾਰੇ ਪਿੰਡ ਦੀ ਡਾਕਧਾਰੀ ਕਰੇ, ਨਾਲੇ ਕੋਈ ਰੋਟੀਆਂ ਪਕਾਉਣ ਵਾਲੀ ਨਹੀਂ ਟੱਕਰੀ। ਇਹ ਵਿਆਹ ਕਿਉਂ ਨਹੀਂ ਕਰਾਉਂਦਾ? ਘਰੇ ਕੋਈ ਕਮੀ ਹੈ? ਲੱਗਦਾ ਤਾਂ ਚੰਗਾ ਭਲਾ, ਕੋਈ ਅੜਿੱਕਾ ਹੋਊ। ਐ ਭਲਾ ਬਿਨ ਟੱਬਰਾਂ ਤੋਂ ਫਿਰਨ ਨੂੰ ਕਿਸੇ ਦਾ ਜੀਅ ਕਰਦਾ ਹੁੰਦਾ। ਹਾਏ ਮੈਂ ਮਰ ਜਾ, ਮੇਰਾ ਤਾਂ ਜੀਅ ਕਰਦਾ ਵੀ ਬਾਬੇ ਦੇ ਦੰਦੀ ਵੱਢ ਕੇ ਦੇਖਾਂ। ਇਹੋ ਜਿਹਾ ਤਸਵੀਰ ਵਰਗਾ ਮੁੰਡਾ ਕਿਤੇ ਥਿਆਉਂਦਾ। ਨਹੀਂ, ਇਹ ਤਾਂ ਸੱਚੀ ਮਿੱਚੀ ਇਸ ਲਹਿਰੇ ਜੇ ਬਾਬੇ ਤੇ ਮਰੀ ਫਿਰਦੀ ਆ। ਨਾ ਭੈਣੇ, ਆਪਣੇ ਜੀਅ 'ਚ ਨਾ ਰੱਖੀ। ਵੜ ਜੀ ਕੁਟੀਆ 'ਚ, ਕੱਲਾ ਜਿਹਾ ਦੇਖ ਕੇ ਲਾ ਲਈ ਆਪਣੇ ਮਨ ਦੀਆਂ ਭੋਲਾਂ। ਬਾਬਾ ਫੁੱਟ ਵਰਗਾ ਪਿਆ, ਚਿੱਟਾ ਚਿੱਟਾ, ਕਰਮਾਂ ਵਾਲੀ ਹੋਊ ਜਿਹੜੀ ਬਾਬੇ ਨਾਲ ਆੜੀ ਪਊ।
ਇਉਂ ਹਰੇ ਗੈਰੀ ਗੈਰੀ ਨੱਥੂ ਖੈਰੀ ਬਾਬੇ ਜਗਨਦਾਸ ਬਾਰੇ ਟਿੱਪਣੀਆਂ ਕਰਕੇ ਹੱਸ ਖੇਡ ਲੈਂਦੀਆਂ। ਬਾਬੇ ਦਾ ਦਰਦ ਅਸਲ 'ਚ ਕੋਈ ਜਾਣਦੀ ਨਹੀਂ ਸੀ। ਬੀਰਮਦਾਸ ਆਪਣੇ ਪੁੱਤਰ ਦੀ ਨੇਕੀ ਤੇ ਲੋਕਾਂ 'ਚ ਬਣਾਈ ਸ਼ੋਭਾ ਉੱਤੇ ਪ੍ਰਸੰਨ ਸੀ। ਹੁਣ ਤੱਕ ਵਿਚਾਰੇ ਜਵਾਕ ਨੇ ਕੀ ਸੁੱਖ ਦੇਖਿਆ, ਨਾ ਮਾਂ ਦਾ ਨਾ ਬਾਪ ਦਾ। ਰੱਬ ਭਲਾ ਕਰੇ ਕਾਠਗੜ੍ਹ ਵਾਲੇ ਮਹਾਂਪੁਰਖਾਂ ਦਾ, ਜਿਨ੍ਹਾਂ ਨੇ ਸਕੇ ਮਾਂ ਬਾਪ ਬਣ ਕੇ ਗਲ ਨਾਲ ਲਾਇਆ, ਵਿਦਿਆ ਕੀ ਦਿੱਤੀ, ਇੱਥੇ ਤੱਕ ਪਹੁੰਚਾਇਆ। ਨਹੀਂ ਤਾਂ ਜਗਨੀ ਪਤਾ ਨਹੀਂ ਕਿੱਥੇ ਰੁਲ ਖੁਲ ਕੇ ਮਰ ਖੱਪ ਗਿਆ ਹੁੰਦਾ। ਅਸਲ 'ਚ ਬੀਰਮਦਾਸ ਆਪਣੇ ਨਿੱਕੇ ਜਿਹੇ ਬਾਲ ਨੂੰ ਇਕੱਲਿਆਂ ਛੱਡ ਕੇ ਤੁਰ ਜਾਣ 'ਚ ਆਪਣੇ ਆਪ ਨੂੰ ਦੋਸ਼ੀ ਮੰਨ ਰਿਹਾ ਸੀ। ਉਹਨੂੰ ਜਗਨੀ ਦੀ ਮਾਂ ਦੀ ਬੇਵਫਾਈ ਨਾਲੋਂ ਕਿਤੇ ਵੱਧ ਗੁੱਸਾ ਆਪਣੇ ਆਪ ਉੱਤੇ ਆਉਂਦਾ। ਇਹ ਕ੍ਰੋਧ ਅੱਜ ਦੀ ਘੜੀ 'ਚ ਫਜ਼ੂਲ ਸੀ, ਬਿਲਕੁਲ ਗੈਰ ਪ੍ਰਸੰਗਕ। ਜੋ ਹੋ ਗਿਆ ਸੋ ਬੀਤ ਗਿਆ। ਹੁਣ ਸਵਾਲ ਬਾਕੀ ਬਚਦਾ ਸਮਾਂ ਸੰਭਾਲਣ ਦਾ ਸੀ। ਘਰ 'ਚ ਕੋਈ ਚੰਗੀ ਕੁੜੀ ਆ ਜਾਏ, ਨਾਲੇ ਘਰ ਸੰਭਾਲ ਲਏ, ਨਾਲੇ ਜਗਨਦਾਸ ਨੂੰ ਸੁੰਨਸਾਨ ਤੋਂ ਬਹਾਰ ਵੱਲ ਪਰਤਣ ਦਾ ਇਹੋ ਮਾਰਗ ਸੀ। ਬੇਸ਼ੱਕ ਜਗਨਾ ਆਪਣੇ ਅਤੀਤ ਦੇ ਹਨੇਰੇ 'ਚੋਂ ਖੁੱਲ੍ਹੀ ਹਵਾ 'ਚ ਚਾਨਣ ਵੱਲ ਨਿਕਲਣ ਦਾ ਯਤਨ ਵੀ ਕਰ ਰਿਹਾ ਸੀ, ਪਰ ਆਪਣੀ ਨਿਰਮੋਹੀ, ਨਿਰਲੱਜ ਤੇ ਬੇਵਫਾ ਮਾਂ ਦਾ ਵਸਦੇ ਰਸਤੇ ਘਰ ਨੂੰ ਅੰਗੂਠਾ ਦਿਖਾ ਕੇ ਕਿਸੇ ਸਹੇਲੀਆਂ ਮੁੰਨ ਯਾਰ ਨਾਲ ਨਿਕਲ ਜਾਣਾ ਉਹਦੇ ਦਿਲ 'ਚ ਤਿੱਖੀਆਂ ਸੂਲਾਂ ਵਾਂਗ ਚੁਭਦਾ ਰਹਿੰਦਾ। ਇਸ ਮਾਰ ਤੋਂ ਕਿਵੇਂ ਵੀ ਪਿੱਛਾ ਨਾ ਛੁਡਾ ਸਕਿਆ। ਕੁਝ ਉਹਦਾ ਤੀਵੀਆਂ ਵਰਗਾ ਸੰਕੋਚੀ ਤੇ ਸਾਊ ਸੁਭਾਅ ਵੀ ਉਹਦੇ ਕਿਸੇ ਕੰਮ 'ਚ ਡਿੱਕਾ ਬਣਦਾ ਰਿਹਾ। ਇਹੋ ਵਜ੍ਹਾ ਸੀ ਉਹ ਆਪਣੇ ਚਾਲੂ ਕਿਸਮ ਦਾ ਵਰਤਮਾਨ ਜਿਉਣ ਲਈ ਮਜਬੂਰ ਸੀ। ਲਮਹੋਂ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ ਵਾਲਾ ਹਿਸਾਬ ਸੀ। ਇਹ ਗੱਲ ਚੰਗੀ ਸੀ ਕਿ ਘਾਟ ਉੱਤੇ ਚਹਿਕਦੀਆਂ ਕੁੜੀਆਂ ਚਿੜੀਆਂ ਦੀ ਮਟਰ ਗਸ਼ਤੀ ਦੇਖ ਕੇ ਉਹਦੇ ਅੰਦਰੋਂ ਮਰੇ ਅਹਿਸਾਸ ਜਾਗ ਜਾਂਦੇ। ਪਿੰਡ ਵੱਲੋਂ ਬਖਸ਼ਿਆ ਆਦਰ ਮਾਣ ਹੰਢਾ ਕੇ ਸਵੈ ਭਰੋਸਾ ਜਾਗ ਉੱਠਿਆ। ਸਰਪੰਚਣੀ ਰਾਮ ਪਿਆਰੀ ਮਾਈ ਆਤਮੀ ਤੇ ਮਾਹੀ ਅਰਗੀਆਂ ਦੇ ਹਮਦਰਦੀ ਤੇ ਆਪਣੇਪਣ ਵਾਲੇ ਵਰਤਾਓ ਨੇ ਉਹਦੇ ਲਈ ਆਸ ਦਾ ਦੀਵਾ ਜਗਾਉਣ 'ਚ ਭਾਰੀ ਮਦਦ ਕੀਤੀ। ਹੌਲੀ ਹੌਲੀ ਉਹਦੇ ਸੁਭਾਅ ਤੇ ਰਹਿਣੀ ਬਹਿਣੀ 'ਚ ਬਦਲਾਅ ਆਉਣੇ ਸ਼ੁਰੂ ਹੋ ਗਏ। ਰੰਗਲੇ ਜਹਾਨ ਨੂੰ ਮਾਣਨ ਦੀ ਇੱਛਾ ਸੁਰਜੀਤ ਹੋਣ ਲੱਗੀ। ਕਿਸੇ ਨਾਮਲੂਮ ਇਸ਼ਕ ਮੋਹ ਦੇ ਖਿਆਲ ਆਉਂਦੇ ਹੀ ਕੰਨਾਂ 'ਚ ਭਾਫਾਂ ਨਿਕਲਣ ਲੱਗ ਪੈਂਦੀਆਂ। ਜੋਗੀ ਪਹਾੜੋਂ ਉਤਰ ਆਉਣ ਲੱਗੇ। ਆਉਣ ਲਈ ਪੈਰ ਮਲ ਰਿਹਾ ਸੀ, ਬਸ ਕਿਸੇ ਚਰਖੇ ਦੀ ਘੂਕ ਦੀ ਉਡੀਕ ਸੀ। 25-50 ਦਾ ਲੌਂਗ ਕਢਾ ਲਿਆ, ਨਾਲੇ ਕਰਾ ਲਈ ਮੁਰਕੀ, ਕੱਲ ਦਾ ਰੁੱਸਿਆ ਫਿਰੇ ਕੀ ਚੌਲਾਂ ਦੀ ਬੁਰਕੀ। ਪਾਠ 30ਵਾਂ। ਬਿਨਾਂ ਸ਼ੱਕ ਦਰਸ਼ਨ ਚੁਫੇਰਿਓਂ ਘਿਰ ਗਿਆ ਸੀ। ਇਸ ਸਮਝੌਤੇ ਤਹਿਤ ਜਿੱਥੇ ਉਹ ਕਈ ਘਰ ਬਚਾਉਣਾ ਚਾਹੁੰਦਾ ਸੀ, ਉੱਥੇ ਮਾਹੀ ਨਾਲ ਕੀਤੇ ਬਚਨ ਦੀ ਲਾਜ ਰੱਖਣੀ ਅਹਿਮ ਕਾਰਜ ਸੀ। ਇਹੀ ਨਹੀਂ ਸੀ ਕਿ ਮਾਹੀ ਨੇ ਆਖ ਦਿੱਤਾ ਤੇ ਹੋ ਗਿਆ। ਮੇਰ ਇਸ ਕਾਰਜ ਦੀ ਸਿੱਧੀ 'ਚ ਬਰਾਬਰ ਦੀ ਹਿੱਸੇਦਾਰ ਬਣਨੀ ਸੀ। ਉਹਦਾ ਦਿਲ ਟੋਣਾ ਜ਼ਰੂਰੀ ਸੀ। ਦਰਸ਼ਨ ਚੁੱਪਚਾਪ ਸੁਲਤਾਨਪੁਰ ਵੱਲ ਨਿਕਲ ਗਿਆ। ਮੇਰ ਨੂੰ ਚਾਅ ਨਾਲ ਮਿਲਿਆ। ਚਾਹੁੰਦਾ ਸੀ ਕਿ ਮੇਰ ਆਪਣਾ ਹਰ ਵੇਲੇ ਉਦਾਸ ਰਹਿਣ ਵਾਲਾ ਚਿਹਰਾ ਹੱਸ ਕੇ ਵਿਖਾ ਦੇਵੇ। ਮੇਰ ਪੱਲੇ ਹਾਸੇ ਹੈ ਹੀ ਨਹੀਂ ਸੀ ਜਿਨ੍ਹਾਂ ਨੂੰ ਦਰਸ਼ਨ ਨਾਲ ਵੰਡਾ ਲੈਂਦੀ। ਅਤੀਤ ਵੱਲੋਂ ਹਾਸਲ ਨਫ਼ਰਤਾਂ ਕਿਸ ਨਾਲ ਵੰਡਾਉਂਦੀ। ਮੇਰ ਦਰਸ਼ੀ ਨੂੰ ਚੰਗਾ ਮੁੰਡਾ ਜ਼ਰੂਰ ਸਮਝਦੀ ਸੀ, ਜੋ ਉਹਦਾ ਚੰਗਾ ਸੋਚਣ ਵਾਲਾ ਨੇਕ ਇਨਸਾਨ ਸੀ। ਪਿਆਰ 'ਚ ਖੁਦ ਸੱਟ ਖਾਧਾ ਮਨੁੱਖ ਸੀ, ਜਿਹਨੂੰ ਪਿਆਰ ਦੀ ਮੱਲਮ ਲੋੜੀਂਦੀ ਸੀ। ਇਹ ਮੱਲਮ ਪੱਟੀਆਂ ਕਰਨ ਵਾਲੀ ਉਹ ਖੁਦ ਹੋ ਸਕਦੀ ਹੈ, ਅਜਿਹਾ ਉਹਨੇ ਕਦੀ ਸੋਚਿਆ ਨਹੀਂ। ਲਿਹਾਜ਼ਾ ਦਰਸ਼ਨ ਦੀਆਂ ਮਸ਼ਕਰੀਆਂ, ਹਲਕੀਆਂ ਛੇੜਖਾਨੀਆਂ ਲਗਭਗ ਬੇਕਾਰ ਗਈਆਂ। ਅਸਲ ਗੱਲ ਨਾ ਮੇਰ ਨੂੰ ਸਪਸ਼ਟ ਹੋ ਸਕੀ, ਨਾ ਦਰਸ਼ੀ ਖੁੱਲ੍ਹ ਕੇ ਆਪਣਾ ਮਕਸਦ ਪ੍ਰਗਟ ਕਰ ਸਕਿਆ। ਉਹਨੂੰ ਆਪਣੀ ਗੱਲਬਾਤ ਕਰਨ ਦੇ ਢਿੱਲੜ ਪੁਣੇ ਉੱਤੇ ਵੀ ਗੁੱਸਾ ਆਇਆ। ਦਰਸ਼ਨ ਦੇ ਮੁੜ ਜਾਣ ਤੋਂ ਬਾਅਦ ਮੇਰ ਕਈ ਦਿਨਾਂ ਸ਼ਾਂਤ ਰਹੀ। ਸੋਚਦੀ ਰਹੀ ਦਰਸ਼ਨ ਦੇ ਉਸ ਨੇੜੇ ਕੱਟੇ ਬੱਚੇ ਬੰਨਣ ਦਾ ਕੀ ਮਕਸਦ ਸੀ। ਜਿਉਂ-ਜਿਉਂ ਸੋਚਿਆ ਤਿਉਂ-ਤਿਉਂ ਚੰਗਾ ਲੱਗਿਆ। ਆਪਣੇ ਬੇਗਾਨੇ ਦਾ ਨਖੇੜਾ ਕੀਤਾ। ਦਰਸ਼ਨ ਸੱਚਮੁੱਚ ਆਪਣਾ ਲੱਗਿਆ। ਬੀਤੇ ਕਲੇਸ਼ ਦਾ ਹਨੇਰਾ ਸਾਬੀ ਦੇ ਜਾਣ ਨਾਲ ਖਤਮ ਹੋ ਗਿਆ ਸੀ। ਨਵੀਂ ਸਵੇਰ ਦੇ ਗੁਦਗੁਦੇ ਮਨਮੋਹਕ ਪ੍ਰਭਾਵ ਤੋਂ ਬਚ ਕੇ ਨਿਕਲ ਜਾਣਾ ਸਮੇਂ ਨੂੰ ਪੁੱਠਾ ਗੇੜ ਦੇਣ ਦੇ ਬਰਾਬਰ ਹੋਏਗਾ, ਮੂਰਖਤਾ ਹੋਏਗੀ। ਲੰਬੀ ਸੋਚ ਵਿਚਾਰ ਤੋਂ ਬਾਅਦ ਮੇਰ ਨੂੰ ਦਰਸ਼ੀ ਹੋਰ ਚੰਗਾ ਲੱਗਿਆ। ਬਾਕੀ ਰਹਿੰਦੀ ਕਸਰ ਮਾਹੀ ਨੇ ਪੂਰੀ ਕਰਤੀ। ਮਾਹੀ ਕਿਸੇ ਕੰਮ ਲਈ ਮੇਰ ਪਾਸ ਆਈ। ਮੇਰ ਨਾਲ ਹੋਏ ਆਪਣੇ ਇਕਰਾਰ ਬਾਰੇ ਦੱਸਿਆ। ਦਰਸ਼ਨ ਦੀਆਂ ਸਿਫਤਾਂ ਦੇ ਪੁਲ ਬੰਨੇ। ਆਪਣੇ ਨਾਲ ਦੋਸਤਾਨਾ ਸੰਬੰਧਾਂ ਦੀ ਵਿਆਖਿਆ ਕੀਤੀ। ਮੇਰ ਦੀ ਵੱਡੀ ਭੈਣ ਹੋਣ ਨਾਤੇ ਆਪਣੇ ਪੇਕਿਆਂ ਦੀ ਇੱਕੋ ਇੱਕ ਧਿਰ ਹੋਣ ਕਰਕੇ ਆਪਣਾ ਫਰਜ਼ ਨਿਭਾਉਣ ਦੀ ਜ਼ਿੰਮੇਵਾਰੀ ਵੀ ਮਾਹੀ ਸਿਰ ਸੀ। ਦਰਸ਼ਨ ਨੂੰ ਮੈਂ ਆਪਣੇ ਪਿਆਰ ਤੇ ਦੋਸਤੀ ਦਾ ਵਾਸਤਾ ਪਾ ਕੇ ਹਾਂ ਕਰਵਾਈ ਹੈ। ਤੇਰੇ ਭਵਿੱਖ ਦੇ ਨਾਲ ਨਾਲ ਇਸ ਘਰ ਨੂੰ ਵੀ ਉਹਦੀ ਲੋੜ ਹੈ। ਆਖਦਿਆਂ ਮਾਹੀ ਨੇ ਆਪਣੀ ਨਿੱਕੀ ਭੈਣ ਦਾ ਹੱਥ ਆਪਣੀਆਂ ਤਲੀਆਂ 'ਚ ਲੈ ਲਿਆ। ਉਹਦੀਆਂ ਅੱਖਾਂ 'ਚੋਂ ਇਕਰਾਰ ਦੀ ਉਡੀਕ ਕਰਨ ਲੱਗੀ। ਮੇਰ ਦੀਆਂ ਝੁਕੀਆਂ ਪਲਕਾਂ ਤੇ ਹਲਕੀ ਮੁਸਕਾਨ ਨਾਲ ਥਿਰਕਦੇ ਬੁੱਲ੍ਹਾਂ ਨੇ ਹਾਮੀ ਭਰਤੀ। ਮੇਰ ਅੰਦਰ ਵਰਤਮਾਨ ਦੀ ਸਤਰੰਗੀ ਵਿੱਚੋਂ ਆਪਣੇ ਹਿੱਸੇ ਦੇ ਰੰਗ ਚੁਣ ਲੈਣ ਦੀ ਇੱਛਾ ਜਾਗ ਪਈ। ਹੁਣ ਮੀਆਂ ਬੀਵੀ ਤੇ ਸਾਰੇ ਕਾਜੀ ਰਾਜੀ ਸਨ।
ਸਤਨਾਮ ਨੇ 100 ਵਾਰ ਧਰਤੀ ਨਿਸ਼ਕਾਰੀ। ਜਲਕੁਰ ਜੋ ਚਾਹੁੰਦੀ ਸੀ ਉਹੀਓ ਬਣ ਰਿਹਾ ਸੀ। ਦੋਵੇਂ ਸਹੁਰੇ ਘਰ ਖੁਸ਼ ਸਨ। ਪੇਕਿਆਂ ਵੱਲੋਂ ਮਾਹੀ ਹਾਜ਼ਰ ਸੀ। ਹੁਣ ਕਸਰ ਕਾਹਦੀ? ਸਾਧੂ ਸਿੰਘ ਨੇ ਘਰ ਦੇ ਮੁਖੀ ਹੋਣ ਦਾ ਦਾਈਆ ਪੇਸ਼ ਕੀਤਾ। ਛੇਤੀ ਕਰੋ, ਹੋਰ ਚਿਰ ਨਹੀਂ ਲਾਉਣਾ, ਮਸਾਂ ਗੱਡੀ ਲੀਹ ਤੇ ਆਈ ਹੈ। ਜਲਕੁਰ ਦਾ ਹੁਕਮ ਕਿਹੜਾ ਮੋੜਦਾ? ਸੰਖੇਪ ਜਿਹੀ ਰਵਾਇਤ ਨਿਭਾਈ ਜਾਏ। ਲੰਮਾ ਚੜ੍ਹਾ ਕਰਨ ਦਾ ਕੋਈ ਫਾਇਦਾ ਨਹੀਂ। ਦਰਸ਼ਨ ਦੀ ਸਲਾਹ ਪ੍ਰਵਾਨ ਹੋਈ। ਘਰ ਦੇ 8-7 ਜੀ ਇਕੱਠੇ ਹੋਏ ਵਿਆਹ ਹੋ ਗਿਆ। ਸ਼ਗਨ ਵਜੋਂ 2 ਗੁੱਥਲੀਆਂ ਦਾ ਦੇਣ ਲੈਣ ਹੋਇਆ। ਇੱਕ ਟੂਲੀ ਗੁੱਥਲੀ ਮਾਹੀ ਵੱਲੋਂ, ਜੋ ਉਹਦੇ ਬਾਪੂ ਨੇ ਆਪਣੀ ਧੀਆਂ ਦੇ ਕਾਰਜ ਵਾਸਤੇ ਸੰਜੋ ਕੇ ਰੱਖੀ ਸੀ, ਤੇ ਦੂਜੀ ਜਲਕੁਰ ਨੇ ਆਪਣੇ ਸਹੁਰੇ ਤੋਂ ਆਪਣੇ ਵਿਆਹ ਸਮੇਂ ਸੁਹਾਗ ਵਜੋਂ ਪ੍ਰਾਪਤ ਕੀਤੀ ਸੀ। 2 ਪਰਿਵਾਰਾਂ ਦਾ ਚਾਅ ਤੇ ਪਿਆਰ ਇਹਨਾਂ ਟੂਲੀ ਗੁੱਥਲੀਆਂ 'ਚ ਠਾਠਾ ਮਾਰ ਰਿਹਾ ਸੀ। ਸੱਤੀ ਆਖ ਰਹੀ ਸੀ, ਮੇਰਾ ਦਰਸ਼ਨ ਨੱਥਿਆ ਗਿਆ। ਸਿਉਣੇ ਵਰਗੀ ਮੇਰੀ ਛੋਟੀ ਭੈਣ ਮੇਰੀ ਪ੍ਰੀਤੋਂ ਮੇਰੇ ਘਰ ਆ ਗਈ। ਰੱਬ ਨੇ ਮੇਰੀ ਝੋਲੀ ਭਰ ਦਿੱਤੀ, ਹੋਰ ਸਾਨੂੰ ਕੀ ਚਾਹੀਦਾ? ਮਾਹੀ ਨੇ ਸੂਹੇ ਜੋੜੇ 'ਚ ਲਿਪਟੀ ਮਿਹਰ ਦੇ ਮਹਿੰਦੀ ਵਾਲੇ ਹੱਥ ਦਰਸ਼ਨ ਦੇ ਹੱਥਾਂ 'ਚ ਦਿੰਦੇ ਹੋਏ ਅਰਜ਼ ਕੀਤੀ, ਲੈ ਇਹ ਤੇਰੀ ਹੋਈ ਅੱਜ ਤੋਂ। ਦਰਸ਼ਨ, ਮੇਰੀ ਭੈਣ ਮੇਰੀ ਸਿਉਣੇ ਦੀ ਗੁੱਥਲੀ ਹੈ। ਰਤਾ ਸੰਭਾਲ ਕੇ ਖਰਚ ਕਰੀ। ਇਸ ਰਿਸ਼ਤੇ ਨਾਲ ਹੁਣ ਮੈਂ ਤੇਰੀ ਸਾਲੀ ਹੋ ਗਈ ਹਾਂ। ਤੈਨੂੰ ਨਵੇਂ ਰਿਸ਼ਤੇ ਮੁਬਾਰਕ ਹੋਣ। ਇਹ ਸਾਲੀ ਵੀ ਅੱਧੀ ਘਰ ਵਾਲੀ ਹੁੰਦੀ ਹੈ। ਦਰਸ਼ਨ ਚੰਬਲ ਗਿਆ। ਵੇ ਕੁਛ ਤਾਂ ਸ਼ਰਮ ਕਰ, ਵੱਡੇ ਛੋਟੇ ਦੀ ਲਿਹਾਜ਼ ਵੀ ਕੋਈ ਚੀਜ਼ ਹੁੰਦੀ ਹੈ। ਆਖ ਕੇ ਮਾਹੀ ਸਾਧੂ ਸਿੰਘ ਤੇ ਭੂਆ ਜਲਕੁਰ ਵੱਲ ਝਾਕਣ ਲੱਗ ਪਈ। ਤਣੀ ਚੜੀ ਤੋਂ ਅਜਿਹੇ ਰੰਗ ਤਮਾਸ਼ੇ ਹੁੰਦੇ ਆਏ। ਕੋਈ ਡਰ ਨਹੀਂ ਸਾਲੀ ਨੂੰ ਅੱਧੀ ਘਰ ਵਾਲੀ ਬਣਾਉਣ ਦਾ। ਖੀਵੀ ਹੋਈ ਸਤਨਾਮੀ ਨੇ ਆਪਣੇ ਲਾਚੜੇ ਦਿਓਰ ਦੀ ਗੱਲ ਵੱਡੀ ਕੀਤੀ। ਦਰਸ਼ੀ ਨੇ ਅੱਗੇ ਭਾਵੇਂ ਮਿਹਰ ਨੂੰ ਅਨੇਕਾਂ ਵਾਰ ਦੇਖਿਆ ਸੀ। ਸਰਸਰੀ ਰਵਾਇਤੀ ਕਿਸਮ ਦੀ ਬੋਲਚਾਲ ਹੁੰਦੀ ਸੀ, ਪਰ ਅੱਜ ਦੀ ਰਾਤ ਉਸ ਲਈ ਕਿਆਮਤ ਦੀ ਰਾਤ ਹੋ ਨਿਬੜੀ। ਕਿੰਨਾ ਚੰਗਾ ਲੱਗਦਾ ਹੈ ਜਦੋਂ ਮਹੀਨ ਜਾਲੀਦਾਰ ਦੁਪੱਟੇ ਹੇਠਾਂ ਛੁਪਿਆ ਹੁਸਨ ਦੀਵੇ ਦੀ ਮੱਧਮ ਲੋ 'ਚ ਚਮਕਾਰੇ ਛੱਡ ਰਿਹਾ ਹੋਵੇ। ਝੁਕੀਆਂ ਪਲਕਾਂ ਦਿਲਾਂ ਦੇ ਜਾਨੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹੋਣ। ਦਰਸ਼ੀ ਨੂੰ ਇਉਂ ਲੱਗਿਆ ਜਿਵੇਂ ਪੂਰਨਮਾਸ਼ੀ ਦਾ ਚੰਨ ਬੱਦਲੀ ਹੇਠੋਂ ਨਿਕਲ ਕੇ ਸ਼ਰਮਾ ਗਿਆ ਹੋਵੇ ਤੇ ਅਸਮਾਨ ਦੇ ਸਾਰੇ ਤਾਰੇ ਘਿਰ ਕੇ ਉਹਦੀ ਝੋਲੀ 'ਚ ਆ ਡਿੱਗੇ ਹੋਣ। ਕਬੀਲਦਾਰੀ 'ਚ ਫਸਦਿਆਂ ਸਾਰ ਦਰਸ਼ਨ ਸਿਰ 2 ਘਰਾਂ ਦਾ ਚੌਕੀਦਾਰਾ ਗਲ ਪੈ ਗਿਆ। ਸੱਤੀ ਥੋੜ੍ਹੀ ਰੈਲੀ ਹੋ ਗਈ। ਕਈ ਦਿਨ ਆਪਣੇ ਮਾਂ-ਬਾਪ ਕੋਲ ਲਾ ਆਉਂਦੀ। ਉੱਥੇ ਘਰ ਦੀ ਲਿਪ ਪੋਚ ਉੱਟਿਆ ਭੱਜਿਆ ਸੁਆਰ ਕੇ ਮੁੜਦੀ। ਕਈ ਵਾਰ ਵਿਚਾਰੇ ਸਾਧੂ ਨੂੰ ਰੋਟੀਆਂ ਆਪ ਥੱਪਣੀਆਂ ਪੈਂਦੀਆਂ। ਜਦੋਂ ਮਿਹਰ ਆ ਜਾਂਦੀ ਤਾਂ ਕੁਝ ਸੁਖਾਲਾ ਹੁੰਦਾ। ਦਬੜੀ ਘੁਸੜੀ ਜਿਵੇਂ ਨਿਭੀ ਗਈ। ਸਾਧੂ ਲਈ ਇਹੋ ਖੁਸ਼ੀ ਬਹੁਤ ਸੀ ਕਿ ਉਹਦਾ ਵੀਰ ਉਹਦੇ ਬਰਾਬਰ ਦਾ ਹੋ ਗਿਆ। ਕਹਿੰਦੇ ਐ, ਰੱਬ ਜਦੋਂ ਨਿਆਮਤਾਂ ਬਖਸ਼ਦਾ ਫਿਰ ਛੱਪਰ ਪਾੜ ਕੇ ਵਰਦਾ। ਘਰ 'ਚ ਅਜਿਹੇ ਰਮਣੀਕ ਮਾਹੌਲ ਬਣਿਆ ਕਿ ਉਦਾਸੀ ਦਲਿੱਦਰ ਦਾ ਨਾਂ ਚੁੱਕਿਆ ਗਿਆ। ਦੇਰ ਨਾਲ ਸਹੀ, ਪਰ ਚੰਗੇ ਭਾਗਾਂ ਨੂੰ ਸੱਤੀ ਇੱਕ ਗਲੋਟ ਵਰਗੇ ਮੁੰਡੇ ਦੀ ਮਾਂ ਬਣ ਗਈ ਤੇ ਦਰਸ਼ੀ ਮੁੰਡੇ ਦਾ ਚਾਚਾ। ਕਿਉਂ ਭਾਬੀ, ਹੁਣ ਤਾਂ ਖੁਸ਼ ਹੈ? ਰੱਬ ਨੇ ਰੰਗ ਲਾਤੇ, ਸ਼ੂਕੇ ਦੀਆਂ ਸਿੱਧੀਆਂ ਪੈ ਗਈਆਂ। ਹਾਂ ਖੁਸ਼ ਹਾਂ, ਬੜੀ ਖੁਸ਼, ਪਰ ਇਹ ਰੰਗ ਮਿਹਰ ਕਰਕੇ ਲੱਗੇ ਨੇ। ਓਏ ਭਰਜਾਈ, ਮੁੰਡਾ ਤੈਂ ਜੰਮਿਆ, ਰੰਗ ਮਿਹਰ ਕਰਕੇ ਲੱਗੇ? ਗੱਲ ਕਿੱਧਰ ਨੂੰ ਗਈ? ਦਰਸ਼ਨ ਨੇ ਉਤਸ਼ਾਹਤ ਹੋ ਕੇ ਪ੍ਰਸ਼ਨ ਕੀਤਾ। ਆਹੋ, ਮਿਹਰ ਭਾਗ ਵਾਲੀ ਕੁੜੀ ਹੈ। ਜਦੋਂ ਦੀ ਆਈ ਹੈ ਘਰ ਦੀ ਜੂਨ ਸੁਧਰ ਗਈ। ਪਰ ਸਾਬੀ ਮਰੇ ਤੋਂ ਤਾਂ ਲੋਕ ਆਖਦੇ ਸੀ ਬਈ ਇਹ ਬੜੇ ਮਾੜੇ ਪੈੜੇ ਦੀ ਹੈ। ਜਿਹੜੇ ਆਖਦੇ ਸੀ ਵੀ ਆਖੀ ਜਾਣ। 100 ਕੁੱਤਾ ਭੌਂਕਦਾ ਪਰ ਪਿੰਡ ਸੁੱਤਾ ਰਹਿੰਦਾ। ਸਾਡੇ ਭਾ ਦੀ ਤਾਂ ਘਰ ਦਾ ਭਾਗ ਹੈ ਤੇਰੀ ਇਹ ਮਿਹਰ। ਆਖ ਕੇ ਸਤਨਾਮ ਕੌਰ ਨੇ ਕੋਲ ਬੈਠੀ ਮਿਹਰ ਦੇ ਸਿਰ ਤੇ ਪਿਆਰ ਭਰਿਆ ਹੱਥ ਫੇਰਿਆ। ਇੱਕ ਬੇਘਰੀ ਜ਼ਮਾਨੇ ਦੀ ਸਤਾਈ ਔਰਤ ਦੇ ਨਸੀਬਾਂ 'ਚ ਇੰਨਾ ਮਾਣ ਵੀ ਲਿਖਿਆ ਸੀ। ਇਹ ਸੋਚ ਕੇ ਮਿਹਰ ਦੀਆਂ ਅੱਖਾਂ 'ਚ ਅਥਰੂ ਛਲਕ ਆਏ। ਭਾਬੀ ਤੇਰੀ ਗੱਲ ਵਰਗਾ ਅਸਾਂ ਬੇਰੀਆਂ ਤੋਂ ਬੇਰ ਲਿਆਂਦਾ। ਅੰਗ 31। ਕਈ ਹਾਦਸੇ ਅਜਿਹੇ ਹੁੰਦੇ ਹਨ ਜਿਹੜੇ ਮਨੁੱਖ ਨੂੰ ਜੜ ਨਾਲੋਂ ਤੋੜ ਕੇ ਦਰ ਠੋਕਰਾਂ ਖਾਣ ਲਈ ਛੱਡ ਦਿੰਦੇ ਹਨ। ਕੁਝ ਆਦਮੀ ਦਾ ਟੁੱਟਿਆ ਵਿਗੜਿਆ ਠੀਕ ਕਰਕੇ ਮੁੜ ਫੁੱਲਾਂ ਦੀ ਚੰਗੇਰ ਵਰਗੇ ਸੁਰਗ 'ਚ ਲਿਆ ਖੜਾ ਕਰਦੇ ਹਨ। ਬੀਰਮ ਦਾਸ ਨਾਲ ਦੋਵੇਂ ਹਾਦਸੇ ਵਾਪਰੇ। ਪਹਿਲੇ ਨੇ ਅਤੀ ਭਿਆਨਕ ਭਟਕਣ ਵਾਲਾ ਰਾਹ ਦਿਖਾਇਆ। ਦੂਜੇ ਨੇ ਲੰਬੀ ਦੁਖਦਾਈ ਯਾਤਰਾ ਦਾ ਅੰਤ ਕਰਕੇ ਉਹਦਾ ਗੁਆਚਿਆ ਪੁੱਤਰ ਝੋਲੀ 'ਚ ਪਾ ਦਿੱਤਾ। ਇਸ ਖੁਸ਼ੀ ਦੀ ਪ੍ਰਾਪਤੀ ਲਈ ਬੀਰਮ ਦਾਸ ਮਾਹੀ ਦੀ ਪਿਆਰ ਭਰੀ ਸੇਵਾ ਭਾਵਨਾ ਦਾ ਕਰਜ਼ਦਾਰ ਸੀ। ਆਖਰ ਪਿਓ ਪੁੱਤਰ ਦਾ ਵੈਰਾਗਮਈ ਮੇਲ ਕਰਵਾਉਣ ਵਾਲੀ ਮਾਹੀ ਤਾਂ ਸੀ। ਜੇਕਰ ਉਹ ਦੀਵਾ ਬਲਦਾ ਦੇਖ ਕੇ ਅਣਜਾਣੇ ਘਰ 'ਚ ਨਾ ਵੜਦਾ ਤੇ ਅੱਗੋਂ ਘਰ ਦੀ ਮਾਲਕਣ ਕੋਈ ਮੰਗਤਾ ਸਮਝ ਕੇ ਬਾਹਰ ਕੱਢ ਦਿੰਦੀ ਤਾਂ ਪਤਾ ਨਹੀਂ ਕੀ ਹੁੰਦਾ, ਕਿਹੜੇ ਰਾਹ ਤੁਰਨਾ ਪੈਂਦਾ। ਉਹਨੇ ਮਿੱਠੀ ਪਿਆਰੀ ਪਨਾਹ ਦਿੱਤੀ, ਬਾਪ ਦੇ ਤੁਲ ਆਦਰ ਭਾਉ ਕੀਤਾ, ਵੇਦਨਾ ਵੰਡਾਈ। ਅਜਿਹਾ ਤਾਂ ਸ਼ਾਇਦ ਕੋਈ ਸਕੀ ਧੀ ਵੀ ਨਾ ਕਰਦੀ। ਇਸੇ ਕਰਕੇ ਉਹ ਮਾਹੀ ਦੀ ਨੇਕ ਚੱਲਣੀ ਕੋਮਲ ਭਾਵਨਾਵਾਂ ਉੱਤੇ ਅਸ਼ ਕਰ ਰਿਹਾ ਸੀ। ਦਰਅਸਲ ਮਾਹੀ ਦੀ ਜ਼ਿੰਦਗੀ ਇੱਕ ਨਦੀ ਵਾਂਗ ਸੀ ਜੋ ਆਪਣੇ
ਮੁਹਾਣੇ ਚੋਂ ਨਿਕਲ ਕੇ ਪਹਾੜਾਂ ਦੇ ਕਠੋਰ ਕਿਨਾਰਿਆਂ ਨਾਲ ਖਹਿੰਦੀ ਟਕਰਾਉਂਦੀ ਹੋਈ ਤੁਰਦੀ ਹੈ। ਸਿਲ ਪੱਥਰਾਂ, ਚੱਟਾਨਾਂ ਤੇ ਜ਼ਾਲਮ ਥਪੇੜਿਆਂ ਦੀ ਮਾਰ ਝੱਲਦੀ ਹੋਈ ਉਚਾਣਾਂ ਤੋਂ ਧੁਰ ਹੇਠਾਂ ਡੂੰਘੀਆਂ ਖੱਡਾਂ 'ਚ ਡਿੱਗ ਪੈਂਦੀ ਹੈ। ਫਿਰ ਵੀ ਉਹਦੀ ਫਿਤਰਤ ਦਾ ਜਲਵਾ ਵੇਖਣ ਵਾਲਾ ਹੁੰਦਾ ਹੈ। ਸੋਹਣੇ ਆਬਸ਼ਾਰ, ਮਨਮੋਹਕ ਝਰਨੇ ਅੱਗੇ ਵੱਧ ਕੇ ਕਾਇਨਾਤ ਲਈ ਤੋਹਫਾ ਬਣ ਜਾਂਦੇ ਹਨ। ਜੀਵਨ ਤੋਰ ਦਾ ਰਾਹ ਰੋਕੀ ਖੜੇ ਅੜਿੱਕਿਆਂ ਨੂੰ ਲਤਾੜ ਕੇ ਲੰਘਦੀ ਹੋਈ ਸਾਰਾ ਗੰਦ ਮੰਦ ਰੋੜ ਕੇ ਪਰੇ ਵਗਾਹ ਮਾਰਦੀ ਹੈ। ਤੋਰ ਮੱਠੀ ਨਹੀਂ ਪੈਣ ਦਿੰਦੀ। ਸਾਵੇਂ ਪੱਧਰੇ ਮੈਦਾਨਾਂ 'ਚ ਨਿਰੰਤਰ ਚਲੋ ਚਾਲ ਵਗਦੀ ਅੰਮ੍ਰਿਤ ਜਲ ਦੇ ਅਭਿਲਾਸ਼ੀ ਤਮਾਮ ਜੀਵ ਜੰਤੂਆਂ, ਬਨਸਪਤੀ ਤੇ ਇੱਥੋਂ ਤੱਕ ਕਿ ਧਰਤੀ ਦੀ ਅਮਿੱਟ ਪਿਆਸ ਬੁਝਾਉਣ ਦਾ ਯਤਨ ਕਰਦੀ ਰਹਿੰਦੀ ਹੈ। ਖੁਦ ਨੂੰ ਪਤਾ ਨਹੀਂ ਹੁੰਦਾ ਉਹ ਆਪਣੇ ਸ਼ੌਹ ਸਾਗਰ ਤੱਕ ਅੱਪੜ ਵੀ ਜਾਏਗੀ ਜਾਂ ਕਿਧਰੇ ਰਾਹ 'ਚ ਸੁੱਕ ਮੁੱਕ ਜਾਏਗੀ। ਮਾਹੀ ਦੀ ਤਮਾਮ ਦਰਦ ਕਹਾਣੀ ਸੁਣ ਕੇ ਬੀਰਮਦਾਸ ਇਸੇ ਸਿੱਟੇ ਤੇ ਪਹੁੰਚਿਆ ਕਿ ਕੁੜੀ ਅੰਦਰ ਸ਼ਿਵ ਵਾਂਗ ਹਲਾਹਲ ਮਤਲਬ ਜ਼ਹਿਰ ਪੀ ਜਾਣ ਦੀ ਤਾਕਤ ਵੀ ਹੈ ਤੇ ਜ਼ਮਾਨੇ ਸੰਗ ਕਦਮ ਮਿਲਾ ਕੇ ਤੁਰਨ ਦਾ ਮਾਦਾ ਵੀ। ਮਾਹੀ ਉਹਨੂੰ ਕਿਸੇ ਦਾਨਸ਼ਵਰ ਦਰਿਸ਼ਤੇ ਤੋਂ ਘੱਟ ਨਹੀਂ ਦਿਸੀ। ਉਹ ਇੱਕੋ ਸਮੇਂ ਸੂਖਮ ਭਾਵਾਂ ਵਾਲੀ ਸੋਲ ਮੁਟਿਆਰ ਸੀ ਤੇ ਨਾਰੀ ਨਾਲ ਵਧੀਕੀਆਂ ਕਰਨ ਵਾਲੇ ਰਾਖਸ਼ਾਂ ਖਿਲਾਫ ਪੱਕੀ ਬਦਲਾਖੋਰ ਕਟਾਰ। ਵਿੱਚ ਵਿਚਾਲੇ ਵਾਲਾ ਆਚਰਣ ਬਿਲਕੁਲ ਨਹੀਂ ਸੀ। ਜਾਂ ਇਸ ਪਾਰ ਜਾਂ ਉਸ ਪਾਰ। ਸਮੇਂ ਦੇ ਮਗਦੇ ਕੋਲਿਆਂ ਦੇ ਤੇਜ਼ ਸੇਕ ਨੇ ਉਹਨੂੰ ਕੁਠਾਲੀ 'ਚ ਢਾਲ ਕੇ ਕੁੰਦਨ ਬਣਾ ਦਿੱਤਾ। ਹੁਣ ਉਸ ਲਈ ਲੋਕ ਸੇਵਾ ਵੱਧ ਮਹੱਤਵਪੂਰਨ ਕਾਰਜ ਸੀ। ਬਜਾਏ ਆਪਣੇ ਨਿੱਜ ਜੀਵਨ ਦੇ ਸੁਖੀ ਹੋਣ ਦਾ ਲਾਲਚ ਪੂਰਾ ਕਰਨ ਤੋਂ ਇਸੇ ਸੁਭਾਅ ਸਦਕਾ ਉਹ ਜੀ ਦੀਆਂ ਨਿਗਾਹਾਂ 'ਚ ਹਰਮਨ ਪਿਆਰੀ ਕਾਬਲੇ ਫਖਰ ਔਰਤ ਹੋ ਨਿਬੜੀ। ਬਿਨਾਂ ਸ਼ੱਕ ਉਸ ਉੱਪਰ ਮਾੜੀ ਨਿਗਾਹ ਰੱਖਣ ਵਾਲੀ ਇਕੱਲੀ ਬੇਸਹਾਰਾ ਸਮਝ ਕੇ ਕਾਠੀ ਪਾ ਲੈਣ ਦੀ ਨੀਅਤ ਵਾਲੇ ਵੀ ਸਨ। ਇਹਨਾਂ ਇੱਕਾ ਦੁੱਕਾ ਲਫੰਗਿਆਂ ਦੀ ਉਹ ਬਿਲਕੁਲ ਪਰਵਾਹ ਨਹੀਂ ਕਰਦੀ ਸੀ। ਬੀਰਮਦਾਸ ਇਕੱਲੇ ਜਗਨੀ ਪਾਸ ਬੱਝਿਆ ਨਹੀਂ ਸੀ ਰਹਿ ਸਕਦਾ। ਮਾਹੀ ਦਾ ਵੀ ਓਨਾ ਕਰਦਾ। ਉਧਰ ਮਾਹੀ ਝੱਲਿਆ ਵਾਂਗ ਆਪਣੇ ਬਾਪੂ ਨੂੰ ਉਡੀਕਦੀ ਰਹਿੰਦੀ। ਬੀਰਮਦਾਸ ਲਈ ਮਾਹੀ ਦਾ ਘਰ ਵੈਦ ਜਗਨਦਾਸ ਦੀ ਕੁਟੀਆ ਨਾਲੋਂ ਵੱਧ ਪਿਆਰੀ ਜਗ੍ਹਾ ਸੀ, ਵੱਧ ਜੀ ਲੱਗਣ ਵਾਲਾ ਸਥਾਨ। ਬੇਬੇ ਆਤਮ ਕੌਰ ਦਾ ਦਿਲ ਮਾਹੀ ਉੱਪਰ ਕੁਝ ਜ਼ਿਆਦਾ ਆਇਆ ਹੋਇਆ ਸੀ। ਮਾਹੀ ਦੀ ਚਿੰਤਾ ਕਰਦੀ। ਨਹੀਂ, ਇੱਕ ਗੱਲ ਤਾਂ ਚੰਗੀ ਹੋਈ, ਵਿਚਾਰੀ ਨੂੰ ਉਹਦਾ ਬਾਪੂ ਮਿਲ ਗਿਆ। ਲੱਗਦੇ ਹੱਥ ਕੋਈ ਮੁੰਡਾ ਵੀ ਭਾਲੀਏ ਜਿੱਥੇ ਰੱਬ ਨੇ ਸੰਜੋਗ ਲਿਖੇ ਹੋਣ। ਬੇਬੇ ਮੁੰਡੇ ਤਾਂ ਬਥੇਰੇ ਮਿਲ ਜਾਣ, ਪਰ ਹਰੇਕ ਜਾਤ ਪਾਤ ਦਾ ਵਿਚਾਰ ਪਹਿਲਾਂ ਕਰਦਾ ਹੈ। ਧੱਕੇ ਨਾਲ ਕੱਢ ਕੇ ਲਿਆਉਣ ਤੇ ਖੇ ਖਾਣ ਵੇਲੇ ਤਾਂ ਕਿਸੇ ਨੇ ਜਾਤ ਪਾਤ ਨਾਲ ਵਿਚਾਰ ਕੀਤੀ। ਅੰਬੋ ਅਸੀਂ ਗੱਲਾਂ ਬਾਤਾਂ 'ਚ ਮਾਹੀ ਨੂੰ ਬਥੇਰਾ ਟੋਹ ਕੇ ਦੇਖਿਆ। ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ, ਮੂਹਰੋਂ ਝਿੜਕ ਕੇ ਬਿਠਾ ਦਿੰਦੀ ਹੈ। ਨਹੀਂ, ਹਾਲ ਲੱਗਦਾ ਤਾਂ ਮੈਨੂੰ ਵੀ ਆ ਜਿਵੇਂ ਉਹਦਾ ਦੁਨੀਆ 'ਚੋਂ ਮਨ ਮਰ ਗਿਆ ਹੋਵੇ। ਤੂੰ ਸਬਰ ਕਰ, ਦੇਖਦੀ ਜਾ। ਜਦੋਂ ਕਿਸੇ ਲੱਲੂ ਜਿਹੇ ਮੁੰਡੇ ਨੇ ਕਾਲਜੇ ਤੇ ਮਿੱਠੀ ਜੀ ਠੋਕਰ ਮਾਰੀ ਤਾਂ ਮੱਛੀ ਵਾਂਗੂ ਪਾਣੀ ਨਾ ਕਰਦੀ ਫਿਰੀ। ਇਸ ਦਿਲ ਦੇ ਮਾਮਲੇ ਬੜੇ ਭਾਰੇ ਹੁੰਦੇ ਨੇ। ਚੰਗਾ ਰੱਬ ਕਰੇ ਕੋਈ ਚੰਗਾ ਵਾਪਰ ਜਾਏ ਵਿਚਾਰੀ ਨਾਲ। ਭੋਰਾ ਭਾਰੂ ਮਰਿਆ ਤੇ ਪਹਾੜ ਜਿੱਡਾ ਟਾਈਮ ਹੈ ਜੇ ਮੂਹਰੇ। ਲੋਕ ਪਿਆਰ 'ਚੋਂ ਉਗਮੀ ਲੋਕ ਚਰਚਾ ਨੇ ਨਿਰਾਸ਼ ਜ਼ਿੰਦਗੀ ਵਿੱਚੋਂ ਆਸ ਦੀ ਕਿਰਨ ਲੱਭਣ 'ਚ ਪੂਰੀ ਮਦਦ ਕੀਤੀ। ਬਾਬਾ ਬੀਰਮਦਾਸ ਦਾ ਪੁੱਜ ਕੇ ਆਸਰਾ ਹੋ ਗਿਆ। ਕੱਲੀ ਨਹੀਂ ਸੀ ਰਹੀ, ਪਰ ਅਸਲ 'ਚ ਕੱਲੀ ਸੀ। ਤਨ ਮਨ ਦੀ ਸਾਂਝ ਵਾਲੇ ਕਿਸੇ ਸੱਜਣ ਮੀਤ ਪਿਆਰੇ ਬਿਨਾਂ ਕੱਲੀ। ਮਾਹੀ ਨੂੰ ਕਿਸੇ ਮਨ ਮਾਹੀ ਦੀ ਤਲਾਸ਼ ਦੀ ਤਲਬ ਲੱਗੇ ਗਈ। ਉਡੀਕ ਦਾ ਬੂਹਾ ਚੌੜ ਚਪੱਟ ਖੋਲ੍ਹ ਦਿੱਤਾ। ਹੁਣ ਉਹ ਕੁੜੀਆਂ ਦੀਆਂ ਟੋਕਾਂ, ਚੋਭਾਂ, ਚਟਕਾਰਿਆਂ ਤੇ ਇਤਰਾਜ਼ ਕਰਨੋਂ ਹਟ ਗਈ। ਖੁਸ਼ੀ ਸ਼ਾਂਤ ਮਨ ਨਾਲ ਮਸਲੇ ਉੱਪਰ ਵਿਚਾਰ ਕਰਨ ਲੱਗੀ। ਕਿਸੇ ਉਤੇਜਨਾ ਜਾਂ ਕਾਹਲ 'ਚ ਨਹੀਂ, ਸਬਰ ਨੂੰ ਬੰਨ੍ਹ ਮਾਰ ਕੇ ਚੱਲ ਰਹੀ ਸੀ। ਮੂਹਰੇ ਨਣਦ, ਪਿੱਛੇ ਭਰਜਾਈ, ਲਾਲਟੈਣਾਵੇ ਮੱਚਦੀ। ਪਾਠ 32। ਕੀ ਚੰਗਾ ਹੈ ਜਾਂ ਕੀ ਬੁਰਾ, ਇਹਦਾ ਨਿਰਣਾ ਸਮਾਜ ਕਰਦਾ ਹੈ। ਆਮ ਤੌਰ ਤੇ ਸਮਾਜ ਤੋਂ ਚੋਰੀਓਂ ਛੁਪਾ ਕੇ ਹਨੇਰੇ 'ਚ ਕੀਤੇ ਜਾਣ ਵਾਲੇ ਕੰਮ ਬੁਰੇ ਹੁੰਦੇ ਹੈ। ਇਹਨਾਂ ਨੂੰ ਲੋਕਾਂ ਵੱਲੋਂ ਮਾਨਤਾ ਨਹੀਂ ਹੁੰਦੀ। ਚੋਰੀ, ਯਾਰੀ, ਸੀਨਾ ਜ਼ੋਰੀ, ਲੁੱਟ, ਡਾਕਾ, ਬਲਾਤਕਾਰ ਵਰਗੇ ਕਾਰੇ ਇਸੇ ਸ਼੍ਰੇਣੀ 'ਚ ਆਉਂਦੇ ਹੈ। ਇਸ ਸਮਾਜ ਵੱਲੋਂ ਅਪਰਵਾਨਿਤ ਹੁੰਦੇ ਹੈ। ਇਹਨਾਂ ਨੂੰ ਅਮਨ ਪਸੰਦ ਲੋਕ ਅਪਰਾਧ ਜਾਂ ਪਾਪ ਆਖਦੇ ਹੈ। ਧੱਕਾ ਕਰਨ ਵਾਲੇ ਨੂੰ ਲੋਕ ਚੰਗਾ ਨਹੀਂ ਸਮਝਦੇ, ਭਾਵੇਂ ਡਰਦੇ ਮਾਰੇ ਕੁਝ ਨਾ ਬੋਲਣ, ਪਰ ਦਿਲੋਂ ਨਫ਼ਰਤ ਹੁੰਦੀ ਹੈ। ਇਸੇ ਸਿਲਸਿਲੇ 'ਚ ਜੇਕਰ ਕੋਈ ਦਲੇਰੀ ਕਰਕੇ ਜਰਵਾਣੇ ਪਾਪੀ ਦੀ ਅਲਖ ਮੁਕਾ ਦੇ ਤਾਂ ਚੰਗਾ ਮੰਨਿਆ ਜਾਂਦਾ ਹੈ। ਜ਼ੁਲਮ ਖਿਲਾਫ ਲੜਨ ਵਾਲਾ ਲੋਕ ਨਾਇਕ ਹੋ ਨਿਬੜਦਾ ਹੈ। ਲੋਕ ਜਾਣਦੇ ਸੁਣ ਕੇ ਮਾਹੀ ਨੇ ਮੱਦੀ ਦਾ ਕਤਲ ਕੀਤਾ ਹੈ। ਅਦਾਲਤ ਵਿੱਚੋਂ ਬਰੀ ਹੋ ਗਈ। ਦੋਵੇਂ ਘਟਨਾਵਾਂ ਉੱਪਰ ਲੋਕਾਂ ਸ਼ੁਕਰ ਮਨਾਇਆ। ਪੱਦੀ ਸਰਪੰਚ ਵਾਲੀ ਘਟਨਾ 'ਚ ਪੱਦੀ ਦੀ ਤੀਵੀਂ ਨੇ ਖੁਦ ਦਖਲ ਦੇ ਕੇ ਮਾਹੀ ਦਾ ਪੱਖ ਪੂਰਿਆ। ਪੱਦੀ ਨਾਲ ਜੋ ਕੁੱਤੇ ਖਾਣੀ ਹੋਈ ਸੋ ਅਲੱਗ। ਲੋਕਾਂ ਨੂੰ ਪਤਾ ਸੀ ਮਾਹੀ ਨੇ ਆਪਣੀ ਬਰਬਾਦੀ ਦਾ ਮਾਤਮ ਨਹੀਂ ਮਨਾਇਆ। ਮੱਦੀ ਹੋਰਾਂ ਦੀ ਦਰਿੰਦਗੀ ਦਾ ਦਲੇਰੀ ਨਾਲ ਆਪਣੇ ਹੱਥੀਂ ਬਦਲਾ ਲਿਆ। ਭਾਵੇਂ ਇਹ ਘਟਨਾਵਾਂ ਅਸਮਾਜਿਕ ਸਨ, ਉਹਨਾਂ ਨੂੰ ਅਪਰਾਧ ਨਾ ਮੰਨ ਕੇ ਲੋਕਾਂ ਸੁੱਖ ਦਾ ਸਾਹ ਲਿਆ।
ਸਗੋਂ ਪਿੰਡ ਅੰਦਰ ਉਹਦਾ ਅਕਸ ਇੱਕ ਦਲੇਰ ਸਵੈ ਭਰੋਸੇ ਵਾਲੀ ਚੰਗੀ ਇਸਤਰੀ ਵਾਲਾ ਬਣ ਗਿਆ। ਲੋਕ ਚਾਹੁਣ ਲੱਗ ਪਏ ਕਿ ਇਹ ਵੀ ਖੁਸ਼ੀਆਂ ਦੀ ਲੱਪ ਵਿੱਚੋਂ ਆਪਣਾ ਹਿੱਸਾ ਪ੍ਰਾਪਤ ਕਰੇ, ਖੁਸ਼ੀ ਨਾਲ ਜਿਉਣ ਦਾ ਅਧਿਕਾਰ ਮਿਲੇ। ਇਸੇ ਬਲ ਨਾਲ ਉਹ ਆਪਣੀ ਨਮੋਸ਼ੀ ਕੁੜੱਤਣ ਭੁੱਲ ਕੇ ਮੁਹੱਬਤਾਂ ਪਾਲਣ ਦੇ ਆਰ 'ਚ ਜੁਟ ਗਈ। ਗ੍ਰਸਤੀ ਅਜੀਬ ਕਿਸਮ ਦਾ ਭੁਰਭੁਰਾ ਸੂਤ ਦਾ ਲੱਡੂ ਹੁੰਦਾ ਹੈ। ਬੇਧਿਆਨੇ ਹੋ ਕੇ ਖਾਓ ਤਾਂ ਮੂੰਹ 'ਚ ਘੱਟ ਪੈਂਦਾ, ਭੁਰ ਕੇ ਹੇਠਾਂ ਵੱਧ ਡਿੱਗਦਾ ਹੈ। ਸਵਾਦ ਦੇ ਨਜ਼ਾਰੇ ਵੀ ਲਿਆ ਦਿੰਦਾ ਹੈ। ਜਿਹੜਾ ਭੋਰਾ ਮੂੰਹ ਅੰਦਰ ਲੰਘ ਜਾਏ, ਮਾਹੀ ਨੂੰ ਲੱਡੂ ਖਾਣ ਦੀ ਤਲਬ ਲੱਗ ਗਈ। ਦਰਸ਼ੀ ਜ਼ਰੂਰ ਉਹਦੇ ਹਿੱਸੇ ਦਾ ਪਿਆਰ ਹੋ ਸਕਦਾ ਸੀ। ਇਹਨੂੰ ਹੌਸਲਾ ਆਖੋ ਜਾਂ ਆਪਣੀ ਨਿੱਕੀ ਭੈਣ ਦਾ ਘਰ ਵਸਾਉਣ ਦਾ ਲਾਲਚ ਆਪਣੇ ਹੱਥੀਂ ਸਿਹੇੜ ਕੇ ਮਿਹਰ ਦੀ ਝੋਲੀ ਪਾ ਆਈ ਸੀ। ਭਾਵੇਂ ਸਾਰਾ ਪਿੰਡ ਅੰਗ ਸੰਗ ਖਲੋਤਾ ਸੀ, ਅਸਲ 'ਚ ਸੀ ਤਾਂ ਕੱਲੀ ਜਾਨ। ਡੁੱਬਦਾ ਮਨੁੱਖ ਆਪਣੇ ਬਚਾਅ ਲਈ ਪਾਣੀ 'ਚ ਹੱਥ ਮਾਰਦਾ ਹੈ। ਅੱਗੋਂ ਕਿਸਮਤ ਕਿੱਧਰ ਲੈ ਜਾਏ, ਚਾਹੇ ਤਾਰੇ ਚਾਹੇ ਡੋਬੇ, ਉਹਦੀ ਮਰਜ਼ੀ। ਸੋਚਾਂ ਦੀ ਘੁੰਮਣ ਘੇਰੀ 'ਚੋਂ ਬਾਹਰ ਨਿਕਲਣ ਦਾ ਰਾਹ ਲੱਭ ਰਹੀ ਸੀ। ਅਚਾਨਕ ਕੁਝ ਸੁੱਝ ਪਿਆ। ਆਪਣੀ ਸੋਚ ਤੇ ਬੜਾ ਅਚੰਭਾ ਹੋਇਆ। ਜਿਹਨੂੰ ਗਲੀ ਗਲੀ ਲੱਭਦੇ ਰਹੇ, ਉਹ ਘਰ ਦੇ ਪਿਛਵਾੜੇ ਲੱਭ ਪਿਆ। ਉਹੀ ਆਪਣਾ ਵੈਦ ਬਾਬਾ, ਨਹੀਂ ਸੱਚ ਆਪਣਾ ਜਗਨਦਾਸ। ਚੰਗਾ ਆਦਮੀ ਹੈ, ਪਿਆਰ ਕੀਤਾ ਜਾ ਸਕਦਾ। ਜਗਨਨਾਥ ਵਾਲੀ ਚਮਤਕਾਰੀ ਖੋਜ ਉੱਪਰ ਆ ਕੇ ਸੂਈ ਅਟਕ ਗਈ। ਜਦੋਂ ਖਿਆਲ ਆ ਗਿਆ ਤਾਂ ਦਿਲ ਨੇ ਤੇਜ਼ੀ ਫੜ ਲਈ। ਖੂਬ ਕੜਮੱਸ ਮਚਿਆ ਦਿਲ ਤੇ ਦਿਮਾਗ ਵਿਚਕਾਰ। ਦਿਲ ਦੀ ਬਰਬਾਦੀ ਦੇ ਆਸਾਰ ਨਜ਼ਰ ਆਉਣ ਲੱਗੇ। ਭੈ ਤੇ ਰੁਕਾਵਟਾਂ ਵੀ ਸਨ। ਚਲੋ ਬਾਬੇ ਦੇ ਦਵਾਖਾਨੇ 'ਚੋਂ ਕੁਚਲਿਆਂ ਦੀ ਚੋਰੀ ਦੀ ਮਾਫੀ ਮੰਗੀ ਜਾ ਸਕਦੀ ਹੈ, ਉਹ ਵੀ ਜੇ ਕਦੇ ਭੇਦ ਖੁੱਲ੍ਹ ਗਿਆ ਤਾਂ। ਨਾਲੇ ਕੁਚਲੇ ਕਿਹੜਾ ਕਿਸੇ ਮਾੜੇ ਕੰਮ ਲਈ ਚੁਰਾਏ ਸੀ। ਮੱਦੀ ਦਾ ਫਸਤਾ ਵੱਢਣਾ ਜ਼ਰੂਰੀ ਸੀ। ਪਰ ਇਹ ਮੀਸਣਾ ਜੇ ਚੁੱਪ ਕੀਤਾ ਸਾਧ ਪਤਾ ਨਹੀਂ ਅੱਗੋਂ ਕੀ ਆਖ ਦੇਵੇ, ਦੇਖੀ ਜਾਓ। ਕਿਸਮਤ ਅਜ਼ਮਾ ਕੇ ਵੇਖਣ 'ਚ ਕੀ ਹਰਜ਼ ਹੈ। ਇੱਕ ਹੋਰ ਖਦਸ਼ਾ ਉਹਦੇ ਮੁਸਲਮਾਨੀ ਹੋਣ ਦਾ ਸੀ। ਉਹ ਮਹੰਤਾਂ ਦਾ ਜਾਇਆ, ਬ੍ਰਾਹਮਣਾਂ ਦਾ ਪਾਲਿਆ, ਗੱਲ ਕਿਵੇਂ ਸੂਤ ਬੈਠੋ। ਫਿਲਹਾਲ ਸਾਰੀਆਂ ਸ਼ੰਕਾਵਾਂ ਨੂੰ ਉਹਨੇ ਆਪਣੇ ਆਪ ਠੰਡੇ ਬਸਤੇ 'ਚ ਸੁੱਟ ਕੇ ਰੱਦ ਕਰ ਦਿੱਤਾ। ਬਿਨਾਂ ਬਹੁਤੀਆਂ ਦਲੀਲਾਂ ਵਸ ਪਏ ਕਿਰਿਆਸ਼ੀਲ ਹੋ ਗਈ। ਮਨ 'ਚ ਕੁਝ ਧਾਰ ਕੇ ਤੁਰ ਪਈ, ਬਿਲਕੁਲ ਉਸੇ ਨਦੀ ਵਾਂਗ ਜਿਹਨੂੰ ਆਪਣੇ ਪੰਧ ਦੀ ਚਿੰਤਾ ਨਹੀਂ ਹੁੰਦੀ। ਇਸ ਨਦੀ ਦੀ ਯਾਤਰਾ ਆਪਣੇ ਅੰਤਰਮਨ ਦੀ ਯਾਤਰਾ ਦਾ ਪ੍ਰਤੀਕ ਹੋ ਨਿਬੜਦੀ ਹੈ, ਜਿੱਥੋਂ ਕਿਸੇ ਤੋਂ ਆਪਣੇ ਤੋਂ ਪਾਰ ਜਾਣਾ ਹੁੰਦਾ ਹੈ, ਆਪਣੇ ਹੋਣ ਦੇ ਅਚੰਭੇ ਨੂੰ ਜਿਉਣਾ ਹੁੰਦਾ ਹੈ ਤੇ ਆਪਣੀ ਚਾਹਤ ਵਾਲੇ ਮੂਲ ਬਿੰਦੂ ਦਾ ਦੀਦਾਰ ਕਰਨਾ ਹੁੰਦਾ ਹੈ। ਪਹਿਲਾਂ ਕੁਟੀ ਵਾਲੇ ਘਾਟ ਤੇ ਬਹੁਤ ਘੱਟ ਜਾਂਦੀ ਸੀ, ਹੁਣ ਅਕਸਰ ਜਾਣ ਲੱਗੀ। ਬੀਰਮ ਦਾਸ ਦੇ ਪੱਜ ਨਾਲ ਕੁਟੀਆ ਜਾ ਵੜਦੀ, ਚੋਰ ਅੱਖ ਨਾਲ ਜਗਨੀ ਦੀ ਜਾਮਾ ਤਲਾਸ਼ੀ ਲੈਂਦੀ, ਨਜ਼ਰਾਂ ਦੇ ਤਿੱਖੇ ਵਾਰ ਕਰਦੀ। ਬਾਬਾ ਸਮਝਦਾ ਨਾ, ਹੁਣ ਸਿੱਧਾ ਕਿਵੇਂ ਆਖੋ ਬਈ ਆ ਵੈਦ ਜੀ ਆਪਾਂ ਵਿਆਹ ਕਰਵਾਈਏ। ਖਿੱਚ ਕੇ ਸੋਚਦੀ ਏ ਮੁੰਡਾ ਹੈ ਕਿ ਘੁੱਗੂ ਵਾਟਾ। ਉਲਟਾ ਹੋ ਰਿਹਾ, ਤੀਵੀਂ ਉੱਤੇ ਚੜੀ ਆਉਂਦੀ ਹੈ ਤੇ ਭੋਰਾ ਹਾਂ ਹੂੰ ਨਹੀਂ ਕਰਦਾ। ਪਰ ਧੁੰਨ ਦੀ ਪੱਕੀ ਨੇ ਕੋਸ਼ਿਸ਼ ਨਹੀਂ ਛੱਡੀ। ਬੀਰਮ ਦਾਸ ਜਾਣ ਗਿਆ ਤੇ ਸਮਝ ਵੀ ਗਿਆ ਆਪਣੇ ਵੱਡੇ ਹੋਣ ਦੀ ਸ਼ਰਮ ਕਾਰਨ, ਫਿਰ ਦਖਲ ਨਾ ਦਿੰਦਾ। ਥੱਕੀ ਹਾਰੀ ਮਾਹੀ ਨੇ ਰਾਮ ਪਿਆਰੀ ਨੂੰ ਆਪਣੀ ਇੱਕ ਤਰਫਾ ਇੱਛਾ ਦੀ ਰਾਜ਼ਦਾਰ ਬਣਾ ਲਿਆ। ਪੱਕੀ ਜਿੱਦਣ ਸੀ, ਹੋਰ ਕੀ ਕਰਦੀ। ਇਸ ਸਾਧ ਨੂੰ ਗੋਡੇ ਦਮ ਕਰਕੇ ਛੱਡਣਾ। ਰਾਮ ਪਿਆਰੀ ਨੂੰ ਬਹੁਤਾ ਤਰੱਦਦ ਨਾ ਕਰਨਾ ਪਿਆ। ਕਈ ਗੇੜੇ ਜ਼ਰੂਰ ਮਾਰਨੇ ਪਏ। ਮਿੱਠੀਆਂ ਪਿਆਰੀਆਂ ਮਾਰ ਕੇ, ਕਦੇ ਝਿੜਕ ਕੇ, ਕਦੇ ਮਿੰਨਤਾਂ ਤਰਲੇ ਕਰਕੇ ਗੱਡੀ ਲਈ ਤੇ ਚੜ੍ਹਦੀ ਕਰ ਲਈ। ਸੰਸਾਰ 'ਚ ਰਚਨ ਮਿਚਨ ਨੂੰ ਜਗਨੀ ਦਾ ਜੀ ਤਾਂ ਕਰਦਾ ਸੀ, ਪਿਆਰ ਦਾ ਭੁੱਖਾ ਸੀ, ਆਪਣੇ ਵਰਤਮਾਨ ਤੇ ਭਵਿੱਖ ਦਾ ਫਿਕਰ ਵੀ ਕਰਦਾ ਸੀ। ਇਸ ਪਿਆਰ ਵਿਆਹ ਦੇ ਮਾਮਲੇ ਅਣਜਾਣ ਸੀ। ਹੁਣ ਤੱਕ ਕਿਸੇ ਹੁਸਨ ਪਰੀ ਨੇ ਚੁੰਡੀ ਨਹੀਂ ਸੀ ਵੱਢੀ। ਮਸ਼ੂਕਾਂ ਨੂੰ ਫਸਾਉਣ ਦੇ ਢੰਗ ਤਰੀਕਿਆਂ ਤੋਂ ਨਾ ਵਾਕਿਫ ਸੀ। ਕਦੇ ਮੁੰਡੇ ਖੁੰਡਿਆਂ 'ਚ ਬੈਠਾ ਹੋਵੇ ਤਾਂ ਪਤਾ ਲੱਗੇ। ਕੇਵਲ ਵੈਦਕ ਹਕੀਮੀ ਦੇ ਪਿੰਜਰੇ 'ਚ ਕੈਦ ਪੰਛੀ ਸੀ। ਖੁੱਲੀ ਉਡਾਰੀ ਲਈ ਖੰਭ ਤਕੜੇ ਨਹੀਂ ਸੀ। ਰਾਮੀ ਦੇ ਦੱਸਣ ਤੇ ਅਸਲ ਗੱਲ ਪੱਲੇ ਪਈ। ਸੱਚਮੁੱਚ ਦਿਲ ਹਿਲਾ ਦੇਣ ਵਾਲੀ ਅਲੋਕਾਰੀ ਗੱਲ ਸੀ। ਉਹ ਆਪਣੇ ਆਪ ਤੇ ਹੈਰਾਨ ਸੀ ਕਿ ਜਿਹੜੀ ਪਹਿਲ ਆਦਮੀ ਹੋਣ ਦੇ ਨਾਤੇ ਉਹਨੂੰ ਕਰਨੀ ਚਾਹੀਦੀ, ਉਹ ਖੁਦ ਮਾਹੀ ਨੂੰ ਕਰਨੀ ਪੈ ਗਈ। ਉਹਨੇ ਸੋਚਿਆ ਸੱਚੀ ਮੁੱਚੀ ਉਹ ਭੁੰਦੀ ਸੀ। ਹੁਣ ਦਿਲ ਅੰਦਰ ਘੁਸਰ ਮੁਸਰ ਹੋਈ। ਮਾਹੀ ਚੰਗੀ ਲੱਗਣ ਲੱਗ ਪਈ। ਚੰਗੀ ਤਾਂ ਪਹਿਲਾਂ ਵੀ ਲੱਗਦੀ ਸੀ। ਉਹ ਗੱਲ ਉਹਦੇ ਸਮਾਜਿਕ ਸਰੋਕਾਰਾਂ ਤੱਕ ਸੀਮਤ ਸੀ। ਇਸ਼ਕ ਦਾ ਮੁਸ਼ਕ ਨਹੀਂ ਸੀ ਚੜਿਆ। ਸੰਜੋਗੀ ਇੱਕ ਦਿਨ ਖੁੱਲੇ 'ਚ ਮੁਲਾਕਾਤ ਹੋ ਗਈ। ਬੀਰਮ ਦਾਸ ਕਾਠਗੜ੍ਹ ਦਿਆਉਰਾਂ ਪਾਸ ਗਿਆ ਹੋਇਆ ਸੀ। ਵਧੀਆ ਮੌਕੇ ਤੇ ਸਾਜ਼ਗਾਰ ਹਾਲਤਾਂ 'ਚ ਗੱਲ ਹੋਈ। ਸਾਰੀਆਂ ਉਲਝਣ ਤਾਣੀਆਂ ਸੁਲਝ ਗਈਆਂ, ਖਦਸ਼ੇ ਚੁੱਕੇ ਗਏ। ਹੁਣ ਮੂਹਰੇ ਕੇਵਲ ਭਾਵਨਾਵਾਂ ਹੀ ਭਾਵਨਾਵਾਂ ਸਨ। ਬਰੀਕ ਰੇਸ਼ਮ ਵਰਗੀਆਂ ਕੋਮਲ ਭਾਵਨਾਵਾਂ। ਸੰਜੀਵਨੀ ਬੂਟੀ ਦਿਲਾਂ ਦੇ ਵਿਹੜੇ ਝੁੱਗੀ ਲੱਭ ਪਈ। ਹੁਣ ਤੱਕ ਹਨੇਰੇ 'ਚ ਟੱਕਰਾਂ ਮਾਰਦੇ ਰਹੇ। ਰਾਮੀ ਘੁੱਗੂ ਬਾਟਾ ਠੀਕ ਆਖਦੀ ਸੀ। ਜਗਨਦਾਸ ਨੇ ਆਪਣੀ ਇਸ ਨਲਾਇਕੀ ਉੱਤੇ ਤਰਸ ਆਇਆ। ਉਧਰ ਥੱਕੀ ਹਾਰੀ ਨਦੀ ਨੂੰ ਸ਼ੌਹ ਸਾਗਰ ਦੀ ਗੋਦ 'ਚ ਸਮਾ ਜਾਣ ਲਈ ਰਸਤਾ ਮਿਲ ਗਿਆ। ਬੜਾ ਚਿਰ ਲੱਗ ਗਿਆ, ਆਥਣ ਹੋ ਚੱਲਿਆ। ਜਾ ਕੇ ਦੀਵਾ ਬੱਤੀ ਵੀ ਕਰਨਾ, ਆਖ ਕੇ ਮਾਹੀ ਜਾਣ ਲੱਗੇ।
ਸੱਜਣੋ ਹੁਣੇ ਆਏ ਤੇ ਹੁਣੇ ਜਾਣ ਲਈ ਆਖ ਦਿਓ। ਥੋੜਾ ਮਨ ਬਹਿਲ ਲਵੇ, ਦਿਲ ਬਹਿਕ ਲਵੇ, ਫੇਰ ਚਲੇ ਜਾਣਾ ਆਖ ਕੇ ਜਗਨੀ ਨੇ ਮਾਹੀ ਦੀ ਸੁਰਖ ਗੱਲ ਉੱਪਰ ਚੁੰਮਣ ਰਸੀਦ ਕਰ ਦਿੱਤਾ। ਸੰਗ ਦੀ ਮਾਹੀ ਨੇ ਪਛਾਹ ਮੁੜ ਕੇ ਨਹੀਂ ਦੇਖਿਆ। ਪਲਕ ਝਪਕਦਿਆਂ ਕੁਟੀਆ ਤੋਂ ਬਾਹਰ ਹੋ ਗਈ। ਕੋਰੇ ਕਾਗਜ਼ ਤੇ ਅੰਗੂਠੇ ਲੱਗ ਗਏ। ਉਮਰਾਂ ਦੇ ਸੌਦੇ ਹੋ ਗਏ। ਲੱਡੂ ਖਾ ਕੇ ਚੁਬਾਰੇ ਚੋਂ ਨਿਕਲੀ ਮੱਖੀਆਂ ਨੇ ਪੈੜ ਫੜ ਲਈ। ਅਖੀਰਲਾ ਅੰਗ 33ਵਾਂ। ਵਿਚੋਲੇ ਦੀ ਪੰਜਾਬੀ ਸਮਾਜ 'ਚ ਵਿਸ਼ੇਸ਼ ਮਹੱਤਤਾ ਰਹੀ ਹੈ। ਹਰੇਕ ਕੁੜੀ ਮੁੰਡੇ ਦੇ ਮੇਲ ਲਈ ਵਿੱਚ ਵਿਚਾਲੇ ਵਿਚੋਲਾ ਪਾਉਣਾ ਪੈਂਦਾ ਹੈ। ਵਿਆਹ 'ਚ ਦੋਵੇਂ ਪਾਸਿਆਂ ਤੋਂ ਪੁੱਛ ਗਿੱਛ ਹੋਣ ਕਰਕੇ ਵਿਚੋਲੇ ਦੀ ਸ਼ਾਨ ਤੇ ਟੌਰ ਵੱਖਰੀ ਹੁੰਦੀ ਹੈ। ਵਿਚੋਲਾ ਅਸੀਸਾਂ ਵੀ ਹਾਸਲ ਕਰਦਾ ਹੈ, ਮਾਣ ਸਤਿਕਾਰ ਵੀ, ਤੇ ਕਈ ਵਾਰ ਜੋੜਨ ਵੇਲੇ ਗੱਲਾਂ ਵਧਾ ਚੜਾ ਕੇ ਪੇਸ਼ ਕਰਨੀਆਂ ਪੈਂਦੀਆਂ ਤੇ ਕਈ ਵਾਰ ਵਿੱਚ ਓਲਾ ਰੱਖਣਾ ਪੈਂਦਾ ਹੈ। ਲੱਗਦਾ ਹੈ ਵਿੱਚ ਓਲੇ ਤੋਂ ਵਿਚੋਲਾ ਸ਼ਬਦ ਘੜਿਆ ਹੋਣਾ ਹੈ। ਅਜਿਹਾ ਓਲਾ ਰੱਖਣ ਵਾਲਾ ਵਿਚੋਲਾ ਆਮ ਤੌਰ ਤੇ ਗਾਲਾਂ ਚਿੱਤਰਾਂ ਦਾ ਹੱਕਦਾਰ ਹੋ ਜਾਂਦਾ ਹੈ। ਰਾਮ ਪਿਆਰੀ ਨੇ ਵਿਚੋਲਣ ਦਾ ਕੰਮ ਬਾਖੂਬੀ ਕੀਤਾ। ਉਹਨੇ ਦੋ ਦਿਲਾਂ ਨੂੰ ਮੇਲਣ ਦਾ ਸਫਲ ਕਾਰਜ ਕੀਤਾ। ਬੜਾ ਔਖਾ ਕੰਮ ਸੀ ਜੋ ਉਹਨੇ ਸੌਖਿਆਂ ਕਰ ਲਿਆ। ਹੁਣ ਵਿਚੋਲਗਿਰੀ ਦੀ ਸਫਲਤਾ ਉੱਤੇ ਖੁਸ਼ ਸੀ। ਇਸ ਮੇਲ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਈ ਹੋਰ ਜੁਗਾੜ ਫਿੱਟ ਕਰਨੇ ਸਨ। ਸਬੰਧਤ ਧਿਰਾਂ ਨਾਲ ਤਾਲਮੇਲ ਬਿਠਾ ਕੇ ਰਜ਼ਾਮੰਦੀ ਪ੍ਰਾਪਤ ਕਰਨਾ ਉਹਦੇ ਜਿੰਮੇ ਸੀ। ਪੱਦੀ ਨੇ ਮਾਮਲਾ ਸੁੰਘ ਲਿਆ। ਲੱਗਦੀ ਵਿਚੋਲਣ ਦੀ ਆਪਦਾ ਘਰ ਸਾਂਭਿਆ ਨਹੀਂ ਜਾਂਦਾ, ਲੋਕਾਂ ਦੇ ਘਰ ਵਸਾਉਣ ਚੱਲੀ ਹੈ ਵੱਡੀ ਸਰਪੰਚਣੀ। ਘਰ ਕਿਧਰੇ ਜਾਂਦਾ ਹੈ? ਸਹਿਮਿਆ ਹੋਇਆ ਇੱਕ ਤੈਥੋਂ ਬਿਨਾਂ। ਤੇਰਾ ਢਿੱਡ ਕਿਉਂ ਦੁਖਦਾ? ਤੂੰ ਆਪਦਾ ਕੰਮ ਕਰ, ਜਾ ਪਰੇ। ਇਸ ਮਾਮਲੇ 'ਚ ਖਬਰਦਾਰ ਜੇ ਕੋਈ ਟੰਗ ਅੜਾਈ ਤਾਂ ਰਾਮ ਪਿਆਰੀ ਨੇ ਲਾਲ ਪੀਲੀਆਂ ਅੱਖਾਂ ਦਿਖਾ ਕੇ ਝਿੜਕਤਾ। ਸੈਂਕੜੇ ਪੁੱਠੀਆਂ ਕਲਾਂ ਵਾਲਾ ਸਰਪੰਚ ਆਪਣੀ ਤੀਵੀਂ ਦੇ ਜੱਤ ਸੱਤ ਮੂਹਰੇ ਕਿਵੇਂ ਖੜਦਾ? ਕੰਨ ਖੁਰਚਦਾ ਪਰੇ ਚਲਾ ਗਿਆ। ਰਾਮ ਪਿਆਰੀ ਨੇ ਰੱਬ ਨੂੰ ਲਾਂਭਾ ਦਿੱਤਾ, ਹੇ ਰੱਬਾ, ਇਹ ਕਜੋੜ ਤਾਂ ਸਾਡਾ ਹੀ ਬਣਾਉਣਾ ਸੀ, ਕਿੱਥੋਂ ਬਿਮਾਰੀ ਮੇਰੇ ਪੱਲੇ ਪਾਤਾ। ਇਸ ਗੜਬੜ ਘੁਟਾਲੇ ਦੀ ਖਬਰ ਸਾਰਿਆਂ ਨੂੰ ਚੰਗੀ ਲੱਗੀ। ਪ੍ਰਤਾਪੀ ਨੂੰ ਬਹੁਤ ਚੰਗੀ। 7 ਵਾਰੀ ਧਰਤੀ ਨਿਸ਼ਕਾਰੀ। ਮੇਹਰਦਾਸ ਪਹਿਲਾਂ ਵੀ ਇਹੋ ਚਾਹੁੰਦਾ ਸੀ। ਦਰਸ਼ੀ ਤੇ ਮੇਹਰ ਨੇ ਪਾਧਾ ਨਾ ਪੁੱਛਿਆ। ਝੱਟ ਖੋਤੜੇ ਵੱਜੇ। ਦਰਸ਼ਨ ਨੇ ਚਿਹੇੜ ਕੀਤੀ, ਕਿਉਂ ਸਾਲੀਏ, ਮੈਥੋਂ ਤਾਂ ਚਿੜੀ ਫੰਗ ਛੁਡਾ ਕੇ ਭੱਜ ਗਈ ਸੈਂ, ਹੁਣ ਸਾਧ ਦੇ ਪਿੰਜਰੇ 'ਚ ਜਾ ਫਸੀ। ਨਾ ਉੱਡ ਕਿੱਧਰ ਉੱਡਦੀਆਂ ਹੁਣ? ਕਰ ਲੈ ਟਿਚਰਾਂ ਜਿੰਨੀਆਂ ਕਰਨੀਆਂ ਨੇ। ਮਿੱਤਰ ਹੋਣ ਦੇ ਨਾਤੇ ਤੇਰਾ ਹੱਕ ਬਣਦਾ। ਨਾਲ ਇਹ ਯਾਦ ਰੱਖੀ ਕਿ ਤੂੰ ਮੇਰੀ ਛੋਟੀ ਭੈਣ ਦਾ ਸਿਰਤਾਜ ਹੈ। ਹੁਣ ਇਸ ਰਿਸ਼ਤਿਓਂ ਮੈਂ ਤੇਰੀ ਵੱਡੀ ਲੱਗੀ। ਮਾਹੀ ਦੀ ਗੱਲ ਸਹੀ ਸੀ। ਰਿਸ਼ਤਾ ਦੋ ਧਾਰਾ ਸੀ। ਦੂਰੇ ਧੀਰੇ ਰਿਸ਼ਤਿਆਂ 'ਚ ਵੱਡਾ ਛੋਟਾ ਕੋਈ ਨਹੀਂ ਹੁੰਦਾ, ਸਿਰਫ ਇੱਕ ਦੂਜੇ ਦਾ ਮਾਣ ਪਿਆਰ ਵਰਤੀ ਦਾ ਹੁੰਦਾ। ਨੰਬਰਦਾਰਾਂ ਦਾ ਲਾਣਾ 100 ਤੋਂ ਉੱਪਰ ਜੀ ਸੀ। ਸਮਰੱਥ ਵੀ ਸਨ। ਬੇਬੇ ਆਤਮੀ ਦੀ ਪੁੱਗਦੀ ਸੀ, ਜੋ ਕਹੇ ਸੋ ਹੋਵੇ। ਮਾਈ ਨੇ ਐਲਾਨ ਕਰ ਦਿੱਤਾ ਕਿ ਮਾਹੀ ਦੇ ਵਿਆਹ ਉੱਪਰ ਰੋਟੀ ਦਾ ਸਾਰਾ ਖਰਚਾ ਸਾਡਾ। ਇਕੱਠ ਚਾਹੇ 2 ਦਿਨ ਰਹੇ, ਚਾਹੇ 4 ਦਿਨ। ਸਾਰੇ ਪਿੰਡ 'ਚ ਪੇਸ਼ਗੀ ਤਿਆਰੀ ਸ਼ੁਰੂ ਹੋ ਗਈ। ਕੋਈ ਬਿਸਤਰਾ ਤਿਆਰ ਕਰੇ, ਕੋਈ ਭਾਂਡੇ। ਕਿਸੇ ਨੇ ਵਿੱਤ ਮੁਤਾਬਕ ਨਿੱਕਾ ਮੋਟਾ ਟੂਮ ਛੱਲਾ ਵੀ ਬਣਵਾ ਲਿਆ। ਹਰੇਕ ਆਖੇ ਕੁੜੀ ਪੇਕਿਓਂ ਤੋਰਨੀ ਹੈ, ਪੂਰੀ ਠੁੱਕ ਪੂਰੇ ਮਾਣ ਆਦਰ ਨਾਲ ਜਾਵੇ। ਮਾਹੀ ਨੇ ਵਰਜ ਦਿੱਤਾ, ਤੁਹਾਡੇ ਸਾਰਿਆਂ ਦੀਆਂ ਅਸੀਸਾਂ ਤੇ ਪਿਆਰ ਨਾਲ ਭਰੀ ਝੋਲੀ ਦਾ ਭਾਰ ਮੇਰੇ ਲਈ ਵੱਡਾ ਦਾਜ ਹੈ। ਪਿੰਡ ਨੇ ਉਜੜੀ ਉਖੜੀ ਨੂੰ ਗਲ ਨਾਲ ਲਾਇਆ, ਧੀ ਭੈਣ ਬਣਾ ਕੇ ਰੱਖਿਆ। ਕਿਤੇ ਛੋਟਾ ਮੋਟਾ ਅਹਿਸਾਨ ਹੈ? ਤੁਹਾਡੇ ਆਸਰੇ ਨਿਕਰਮੀ ਤੋਂ ਕਰਮਾਂ ਵਾਲੀ ਹੋ ਗਈ। ਆਖਦਿਆਂ ਵਿਆਹ ਦਾ ਪ੍ਰੋਗਰਾਮ ਬਣਾਉਣ ਵਾਲੀ ਪੰਚਾਇਤ ਅੱਗੇ ਹੱਥ ਬੰਨ੍ਹ ਕੇ ਖਲੋ ਗਈ। ਪੂਰੀ ਕੋਸ਼ਿਸ਼ ਕੀਤੀ ਕਿ ਰੋਣ ਨਾ ਨਿਕਲੇ। ਮੱਲੋ ਜ਼ੋਰੀ ਰੋਣ ਆ ਗਿਆ। ਰਾਮੀ ਹੋਰੀਆਂ ਨੇ ਮਸਾਂ ਭਰਾਈ, ਰੋ ਨਾ ਤੂੰ, ਨਿਕਰਮਣ ਕਾਹਤੋਂ ਹੈ? ਪਿੰਡ ਨੇ ਧੀ ਮੰਨਿਆ ਤਾਂ ਧੀ ਹੋਈ ਨਾ, ਐਵੇਂ ਚੇਤਨਾ ਖਰਾਬ ਕਰਨ ਵਾਲੇ ਆਪਦਾ ਨਾਲੇ ਸਾਡੇ ਸਾਰਿਆਂ ਦਾ। ਅਖੀਰ ਮਾਹੀ ਦਾ ਨਿਰਣਾ ਸਭ ਨੇ ਮਨਜ਼ੂਰ ਕਰ ਲਿਆ। ਨਾ ਬਾਹਮਣ ਸੱਦੋ, ਨਾ ਕਾਜੀ ਤੇ ਨਾ ਭਾਈ ਜੀ। ਫੁੱਲਾਂ ਦੀ ਵਰਖਾ ਕਰਕੇ ਕੁੜੀ ਵਿਦਾ ਕਰ ਦਿਓ। ਬਾਹਰੋਂ ਆਇਆਂ ਨੂੰ ਲੰਗਰ ਪਾਣੀ ਛਕਾ ਦਿਓ। ਬਾਬਾ ਵੀ ਤਾਂ ਆਪਣਾ, ਕਿਹੜਾ ਉੱਪਰ ਹੈ, ਕਿਹੜੇ ਪੇਕੇ ਕਿਹੜੇ ਸਹੁਰੇ, ਸਾਰਾ ਕੁਝ ਇੱਥੇ ਹੀ ਤਾਂ ਹੈ। ਤਰੀਕ ਮਿੱਥੀ ਗਈ। ਮਾਈ ਦੇ ਘਰ ਕਈ ਮੀਟਿੰਗਾਂ ਹੋਈਆਂ। ਨਿੱਕੇ ਮੁੱਟੇ ਨਿਰਣੇ ਹੋਰ ਲੈਣੇ ਸੀ। ਕੁੜੀ ਵਿਦਾ ਕਿੱਥੋਂ ਕਰੀਏ? ਬੀਰਮਦਾਸ ਆਪਣੀ ਕੁਟੀਆ 'ਚ ਜੋ ਮਰਜ਼ੀ ਕਰੇ। ਮਾਹੀ ਵਾਸਤੇ ਸੁਹਾਗ ਦਾ ਜੋੜਾ, ਚੂੜਾ ਤੇ ਸੁਰਖ ਫੁਲਕਾਰੀ ਲੈ ਆਵੇ। ਮਾਹੀ ਦੇ ਕੱਚੇ ਘਰ ਨੂੰ ਵਿਆਹ ਤੋਂ ਪਹਿਲਾਂ ਚੰਗੀ ਵਰਤੋਂ ਜੋਗਰਾ ਪਿੰਡ ਵਾਲੇ ਆਪ ਕਰਨਗੇ। ਲਾੜਾ ਕੁਟੀਆ 'ਚੋਂ ਚੱਲੇ ਤੇ ਮਾਹੀ ਦੇ ਘਰ ਆ ਜਾਏ, ਉੱਥੇ ਸਾਰੀਆਂ ਰਸਮਾਂ ਹੋਣ। ਬੀਰਮਦਾਸ ਤੇ ਪੰਡਤ ਦਇਆ ਰਾਮ ਨੇ ਗੱਲ ਮਨਜ਼ੂਰ ਕਰ ਲਈ। ਦੋਹਾਂ ਨੇ ਫੈਸਲੇ ਅਨੁਸਾਰ ਅਮਲ ਦਰਾਮਦ ਸ਼ੁਰੂ ਕਰਤਾ। ਜਿਉਂ-ਜਿਉਂ ਤਾਰੀਖ ਨੇੜੇ ਢੁੱਕ ਰਹੀ ਸੀ, ਮਾਹੀ ਆਪਣੇ ਡਰਾਉਣੇ ਅਤੀਤ ਨੂੰ ਭੁੱਲਦੀ ਹੋਈ ਨਵੀਂ ਨਕੋਰ ਮੁਟਿਆਰ 'ਚ ਢਲਣ ਲੱਗ ਪਈ। ਵਿਆਹ ਦੀ ਗਾਨੀ ਬੰਨਣ ਤੱਕ ਰੰਗ ਰੂਪ ਨਿਖਰ ਆਇਆ। ਕੁੜੀਆਂ ਛੇੜਦੀਆਂ, ਨਹੀਂ ਰੁਲੀ ਖੁਲੀ ਜੀ ਮਾਹੀ ਇੰਨੀ ਸੋਹਣੀ ਹੈ, ਆਪਾਂ ਨੂੰ ਪਹਿਲਾਂ ਪਤਾ ਹੀ ਨਾ ਲੱਗਿਆ। ਮਾਂਜੀ ਸੁਮਾਰੀ ਚਿਮਨੀ ਵਾਲੀ ਲਾਲਟੈਨ ਵਾਂਗੂ ਦਗਦੀ ਹੈ।
ਇਹ ਤਾਂ ਵੈਦ ਬਾਬੇ ਨੇ ਕਿਧਰੇ ਚਿੱਟੇ ਚੌਲ ਪੁੰਨ ਕੀਤੇ ਹੋਣੇ ਨੇ, ਜਿਹਨੇ ਇਸ ਪਟੋਲੇ ਦੇ ਰੂਪ ਦੇ ਨਜ਼ਾਰੇ ਲੈਣੇ ਨੇ। ਬਚਾ ਬਚਾ ਰੱਖੀ, ਕਿਤੇ ਇੱਕੋ ਦਿਨ ਨਾ ਵੰਡਦੀ। ਬੰਦੇ ਨੂੰ ਤਰਸਾ ਰੱਖਣਾ ਚੰਗਾ ਰਹਿੰਦਾ। ਨਹੀਂ ਐਵੇਂ ਪੁੱਠੀ ਮੱਤ ਨਾ ਦੇ ਵਿਚਾਰੀ ਨੂੰ। ਸੱਜਣਾ ਦੇ ਅੰਗ ਸੰਗ ਲੱਗ ਕੇ ਤਾਂ ਰੂਪ ਸਗੋਂ ਦੂਣਾ ਤੀਣਾ ਵੱਧ ਜਾਂਦਾ। ਤੂੰ ਭੈਣੇ ਇਸ ਕੰਮ 'ਚ ਭਾਵੇਂ ਭੋਰਾ ਕੰਜੂਸੀ ਨਾ ਕਰੀ, ਆਪਦੇ ਘਰ ਦੀ ਮਾਲਕ ਬਣ ਜੀ। ਦੇਖੀ ਕਿਤੇ ਆਪਣੇ ਉਸ ਬੁੱਧੂ ਸ਼ਾਹ ਨੂੰ ਬਹੁਤਾ ਸਿਰ ਨਾ ਚਾੜ ਲਈ। ਜੇ ਆਦਮੀ ਹੋਇਆ ਤਾਂ ਅਗਲਾ ਆਪੇ ਸਿਰ ਚੜ ਜੂ, ਉਹਨੂੰ ਰੋਕਣ ਵਾਲਾ ਕੌਣ ਹੋਊ? ਨਾ ਭਾਈ, ਸਿਰ ਚੜਨ ਚੜਾਉਣ ਵਾਲੀਆਂ ਗੱਲਾਂ ਛੱਡੋ। ਤੀਵੀਂ ਆਦਮੀ ਤਾਂ ਇੱਕ ਦੂਜੇ ਦੇ ਸੰਗੀ ਹੁੰਦੇ ਨੇ, ਦਿਲਾਂ ਦੀਆਂ ਜਾਣਨ ਵਾਲੇ। ਤੂੰ ਪਾਈ, ਮੈਂ ਬੁੱਝ ਲਈ, ਇੱਥੇ ਅੜੀਆਂ ਨਹੀਂ ਪੁੱਗਦੀਆਂ। ਚੰਗਾ ਭੈਣੇ, ਹੱਸ ਖੇਡ ਲੀਆਂ। ਸਾਡੀ ਰੱਬ ਮੂਹਰੇ ਇਹੋ ਅਰਜ਼ੋਈ ਆ ਵੀ ਤੂੰ ਸੁਖੀ ਵਸੇ, ਭਾਗ ਲੱਗਣ, ਰੱਬ ਬਹੁਤਾ ਦੇਵੇ। ਆਖਦੀਆਂ ਕੁੜੀਆਂ ਖੁਸ਼ੀ ਉਦਾਸੀ ਦੇ ਮਿਸ਼ਰਤ ਭਾਵ ਲੈ ਕੇ ਤੁਰ ਜਾਂਦੀਆਂ। ਇਸੇ ਤਰ੍ਹਾਂ ਹਰ ਰੋਜ਼ ਮੇਲਾ ਲੱਗਦਾ ਤੇ ਵਿਛੜ ਜਾਂਦਾ। ਵਿਆਹ ਦਾ ਮੰਡਪ ਸਜਿਆ, ਜਸ਼ਨ ਦੇ ਨਾਇਕ ਤੇ ਨਾਇਕਾ ਪਲਕਾਂ ਨੀਵੀਆਂ ਕਰੀ ਬੈਠੇ ਸਨ। ਦਿਲਾਂ ਅੰਦਰ ਲੱਡੂ ਫੁੱਟ ਰਹੇ ਸਨ। ਕੁੜੀਆਂ ਮਾਹੀ ਦੇ ਹੁੱਜਾਂ ਮਾਰ ਰਹੀਆਂ ਸਨ। ਗੱਲਾਂ ਹੁੰਦੀਆਂ ਸਾਧ ਦੇ ਡੇਰੇ, ਕੀ ਲੱਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀ ਖੰਡ ਪਾਈ ਸੀ। ਰਸਮੀ ਮਿਲਣੀਆਂ ਵਧਾਈਆਂ ਮਗਰੋਂ ਅਸਲ ਮਿਲਣੀ ਦੀ ਤਾਂਘ ਪਾਲ ਰਹੇ ਜੋੜੇ ਦੀ ਵਾਰੀ ਲੱਗੀ। ਹੁਣ ਮੇਰ ਨੇ ਉਹ ਟੂਲੀ ਗੁੱਥਲੀ ਕੱਢੀ ਜਿਹੜੀ ਮਾਹੀ ਆਪਣੇ ਪੇਕਿਆਂ ਦੀ ਯਾਦ ਨਿਸ਼ਾਨੀ ਵਜੋਂ ਉਹਦੀ ਝੋਲੀ ਪਾ ਆਈ ਸੀ। ਲੈ ਭੈਣ, ਆਪਣੇ ਬਾਪੂ ਦੀਆਂ ਅਸੀਸਾਂ, ਮੋਹ ਪਿਆਰ, ਸਾਰਾ ਕੁਝ ਇਸੇ ਗੁੱਥਲੀ 'ਚ ਹੈ। ਆਖ ਕੇ ਸੋਨੇ ਦੀਆਂ ਤਾਰਾਂ ਮੜੀ ਟੂਲੀ ਰੰਗੀ ਗੁੱਥਲੀ ਮਾਹੀ ਦੇ ਪੱਲੂ ਪਾਤੀ। ਦਰਸ਼ਨ ਨੇ ਹੁਣ ਆਪਣੇ ਸਾਡੂ ਬਣ ਰਹੇ ਵੈਦ ਬਾਬੇ ਦੇ ਚੁੰਡੀ ਵੱਢ ਕੇ ਆਖਿਆ, ਬਾਬੇ ਉਹ ਅਸਲ ਗੁੱਥਲੀ ਤਾਂ ਮਾਹੀ ਹੈ, ਨਿਰੇ ਗੁਣਾਂ ਦੀ ਗੁੱਥਲੀ, ਜਿੰਨਾ ਵਰਤੇਂਗਾ ਉਨੀ ਵਧੂਗੀ। ਪਿੰਡ ਥਾਲੀਆਂ 'ਚ ਲੱਪਾਂ 'ਚ ਫੁੱਲ ਭਰੀ ਖੜਾ ਸੀ। ਬੇਬੇ ਆਤਮ ਕੌਰ ਨੇ ਜਿਉਂ ਹੀ ਮਾਹੀ ਦਾ ਰੰਗਲੇ ਚੂੜੇ ਵਾਲਾ ਮਹਿੰਦਾ ਰੱਤਾ ਹੱਥ ਜਗਨੀ ਦੇ ਹੱਥਾਂ 'ਚ ਫੜਾਇਆ, ਮੰਡਪ 'ਚ ਫੁੱਲਾਂ ਦੀ ਬਰਸਾਤ ਹੋ ਗਈ। ਇੰਨੇ ਫੁਲਕੇ ਮਾਹੀ ਤੇ ਜਗਨੀ ਦਾ ਅੱਧਿਓਂ ਵੱਧ ਜਿਸਮ ਫੁੱਲਾਂ ਦੀ ਢੇਰੀ 'ਚ ਢਕਿਆ ਗਿਆ। ਮਹਿਕਾਂ ਸੁਗੰਧੀਆਂ ਨੇ ਮੇਲਾ ਲੁੱਟ ਲਿਆ। ਹਨੇਰੀਆਂ ਨੇ ਤਾਂ ਜ਼ਿੱਦ ਨਾ ਛੱਡੀ ਸੀ, ਇਹ ਚਿਰਾਗ ਤਾਂ ਇਤਫਾਕਨ ਜਲਦਾ ਰਹਿ ਗਿਆ। ਧੰਨਵਾਦ। ਸਮਾਪਤ।